ਰਹੇ ਹੋ ਦਰਬਾਰੇ ਖਾਲਸਾ ਤੇ ਮੈਂ ਹਰਪਿੰਦਰ ਸਿੰਘ ਕੋਟਕਪੂਰਾ। ਜਿਸ ਤਰ੍ਹਾਂ ਰੋਜ਼ਾਨਾ ਤੁਹਾਡੇ ਨਾਲ ਇੱਕ ਨਵੀਂ ਸ਼ਖਸੀਅਤ, ਨਵੇਂ ਵਿਸ਼ੇ ਤੇ ਜਿਹਦੇ ਚ ਜ਼ਿਆਦਾ ਚੇਤਨਾ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿੰਨਾ ਵੱਧ ਤੋਂ ਵੱਧ ਮਨੁੱਖਤਾ ਨੂੰ ਚੇਤਨ ਕੀਤਾ ਜਾ ਸਕੇ, ਇਮਾਨਦਾਰੀ ਦੇ ਨਾਲ ਉਹਨਾਂ ਸ਼ਖਸੀਅਤਾਂ ਨੂੰ ਲੈ ਕੇ ਆਈਦਾ। ਤੇ ਅੱਜ ਇਹ ਚੀਜ਼ ਮਹਿਸੂਸ ਕੀਤੀ ਕਿ ਐਜੂਕੇਸ਼ਨ ਇੱਕ ਅਜਿਹਾ ਵਿਸ਼ਾ ਹੈ, ਅਜਿਹਾ ਸੈਂਸਿਟਿਵ ਵਿਸ਼ਾ ਸ਼ਬਦ ਵਰਤਾਂਗੇ, ਅਜਿਹਾ ਸੈਂਸਿਟਿਵ ਵਿਸ਼ਾ ਹੈ ਜਿਹਦੇ ਤੇ ਸੰਵਾਦ ਜਿੰਨਾ ਹੋਵੇ ਉਨਾ ਥੋੜਾ ਹੈ। ਜੇਕਰ ਭਾਰਤੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਜਿਹੜਾ ਮਾਡਰਨ ਸਕੂਲ ਸਿਸਟਮ ਆਉਣ ਤੋਂ ਲੈ ਕੇ ਅੱਜ ਤੱਕ ਇੱਕ ਅਜਿਹੇ ਹਾਲਾਤ ਬਣ ਗਏ ਨੇ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਸਰਵਾਈਵ ਕਰਨ ਦੇ ਵਿੱਚ ਬੜੀਆਂ ਦਿੱਕਤਾਂ ਆ ਰਹੀਆਂ ਨੇ। ਬੜੀਆਂ ਅਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਬੱਚੇ ਇੱਕ ਦੌੜ ਦੇ ਵਿੱਚ ਭੱਜ ਰਹੇ ਨੇ। ਉਸ ਦੌੜ ਦੇ ਵਿੱਚ ਕੁਝ ਕੁ ਪਰਸਨੈਲਿਟੀਜ਼, ਕੁਝ ਕੁ ਬੱਚੇ ਜਿਹੜੇ ਮੋਸਟ ਬ੍ਰਿਲੀਅੰਟ ਬੱਚੇ ਹੁੰਦੇ ਆ, ਉਹ ਸੁਸਾਈਡ ਤੱਕ ਦਾ ਸ਼ਿਕਾਰ ਹੋ ਗਏ ਨੇ। ਐਜੂਕੇਸ਼ਨ ਦੇ ਵਿੱਚ ਜਿਹੜੇ ਹਾਲਾਤ ਇਸ ਕਦਰ ਬਣੇ ਨੇ, ਇਹ ਕਿਉਂ ਬਣੇ ਨੇ? ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ, ਸਾਡੀ ਵਿੱਦਿਆ ਪ੍ਰਣਾਲੀ ਦੇ ਵਿੱਚ ਕੀ ਕੀ ਗੁਣ ਹੈ, ਕੀ ਕੀ ਦੋਸ਼ ਹੈ, ਕਿਸ ਤਰ੍ਹਾਂ ਦੀ ਐਜੂਕੇਸ਼ਨ ਹੋਵੇ, ਕਿੱਥੋਂ ਤੱਕ ਪ੍ਰੈਕਟੀਕਲ ਹੈ। ਜੇ ਭੰਡਾਰੀ ਸਾਹਿਬ ਅਕਸਰ ਐਗਜ਼ਾਮਪਲ ਦਿੰਦੇ ਹੁੰਦੇ ਨੇ ਕਿ ਜੇ ਅਸੀਂ ਬੱਚੇ ਨੂੰ ਸਾਈਕਲ ਸਿਖਾਉਣਾ ਹੈ ਤੇ ਸਾਈਕਲ ਜਿਹੜਾ ਪ੍ਰੈਕਟੀਕਲੀ ਰੂਪ ਦੇ ਵਿੱਚ ਸਾਈਕਲ ਕਦੇ ਵੀ ਸਾਹਮਣੇ ਨਹੀਂ ਆਇਆ। ਅਸੀਂ ਕਲਾਸਰੂਮ ਦੇ ਵਿੱਚ ਹੀ ਸਾਡੀ ਐਜੂਕੇਸ਼ਨ ਸਿਸਟਮ ਕੁਝ ਇਸ ਤਰ੍ਹਾਂ ਦਾ ਬਣ ਗਿਆ ਕਿ ਕਲਾਸਰੂਮ ਦੇ ਵਿੱਚ ਅਧਿਆਪਕ ਬਲੈਕ ਬੋਰਡ ਤੇ ਸਾਈਕਲ ਡਰਾ ਕਰ ਦਿੰਦਾ ਵੱਧ ਤੋਂ ਵੱਧ, ਤੇ ਉਹਦੇ ਕੁਆਲਿਟੀਜ਼ ਲਿਖ ਦਿੰਦਾ ਕਿ ਸਾਈਕਲ ਕਿਵੇਂ ਚਲਾਉਣਾ ਹੈ। ਤੇ ਉਸ ਤੋਂ ਬਾਅਦ ਜਦ ਐਗਜ਼ਾਮਿਨ ਕਰਨਾ ਕਿ ਬੱਚੇ ਨੂੰ ਸਾਈਕਲ ਚਲਾਉਣਾ ਆ ਗਿਆ ਜਾਂ ਨਹੀਂ ਆ ਗਿਆ, ਤੇ ਉਹ ਵੀ ਬੱਚੇ ਦੇ ਸਾਹਮਣੇ ਕਾਗਜ਼ ਪੇਸ਼ ਕੀਤਾ ਜਾਂਦਾ ਕਿ ਇਸ ਕਾਗਜ਼ ਤੇ ਲਿਖ ਕੇ ਦੱਸੋ ਕਿ ਕੀ ਤੁਹਾਨੂੰ ਸਾਈਕਲ ਚਲਾਉਣਾ ਆ ਗਿਆ ਜਾਂ ਨਹੀਂ। ਤੇ ਉਸ ਕਾਗਜ਼ ਦੇ ਉੱਪਰ ਜਿਹੜੇ ਬੱਚੇ ਲਿਖ ਦਿੰਦੇ ਨੇ ਕਿ ਹਾਂਜੀ ਸਾਈਕਲ ਇਸ ਤਰੀਕੇ ਚਲਾਇਆ ਜਾਂਦਾ ਹੈ, ਤੇ ਸਾਡਾ ਸਿਸਟਮ ਇੱਕ ਸਰਟੀਫਿਕੇਟ ਜਾਰੀ ਕਰ ਦਿੰਦਾ ਕਿ ਇਸ ਬੱਚੇ ਨੂੰ ਸਾਈਕਲ ਚਲਾਉਣਾ ਆ ਗਿਆ। ਜਦੋਂ ਕਿ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਕਿਤੇ ਵੀ ਸਾਈਕਲ ਜਿਹੜਾ ਉਹ ਕਿਸੇ ਯੂਜ਼ ਦੇ ਵਿੱਚ ਨਹੀਂ ਆਇਆ। ਤੇ ਅਸਲ 'ਚ ਇਸ ਵਰਤਾਰੇ ਤੋਂ ਅਸੀਂ ਸਮਝ ਸਕਦੇ ਹਾਂ ਕਿ ਪ੍ਰੈਕਟੀਕਲੀ ਉਸ ਬੱਚੇ ਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ। ਕੁਝ ਇਸ ਤਰ੍ਹਾਂ ਦੀ ਐਜੂਕੇਸ਼ਨ ਬਣੀ ਹੋਈ ਹੈ। ਜੋ ਧਿਰਾਂ ਹਿੰਦੁਸਤਾਨ ਦੇ ਵਿੱਚ ਇਸ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਆਈਆਂ ਨੇ, ਉਹਨਾਂ ਧਿਰਾਂ ਦੇ ਵਿੱਚ ਅੱਜ ਇਸ ਕਦਰ ਫਰਕ ਆ ਗਿਆ। ਪਿੱਛੇ ਜੇ ਇੱਕ ਡੈਲੀਗੇਸ਼ਨ ਇੰਗਲੈਂਡ ਦਾ ਡੈਲੀਗੇਸ਼ਨ ਪੰਜਾਬ ਨਹੀਂ, ਮਾਫ ਕਰਨਾ, ਭਾਰਤ 'ਚ ਆਇਆ ਸੀ, ਤੇ ਉਹਨਾਂ ਨੇ ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਕੀਤੀ ਸੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਇਹ ਜ਼ਿਕਰ ਕਰਦੇ ਨੇ ਕਿ ਭਾਰਤੀ ਵਿੱਦਿਆ ਤੇ ਯੂਕੇ ਦੀ ਵਿੱਦਿਆ ਦੇ ਵਿੱਚ ਇੰਨਾ ਕੁ ਫਰਕ ਹੈ ਕਿ ਤੁਸੀਂ ਬੱਚੇ ਨੂੰ ਸਾਲਾਨਾ ਐਗਜ਼ਾਮ ਵਾਸਤੇ ਤਿਆਰ ਕਰਦੇ ਹੋ ਤੇ ਯੂਕੇ ਜਿਹੜਾ ਹੈ ਉਹ ਆਉਣ ਵਾਲੀ ਜ਼ਿੰਦਗੀ ਵਾਸਤੇ ਤਿਆਰ ਕਰਦਾ ਹੈ। ਬੜਾ ਵੱਡਾ ਗੈਪ, ਬੜਾ ਵੱਡਾ ਫਰਕ ਹੈ। ਇਹਦੇ 'ਚ ਕਿਸ ਰੂਪ 'ਚ ਸੁਧਾਰ ਹੋ ਸਕਦਾ ਹੈ, ਕਿੰਨੇ ਫਰਕ ਨੇ, ਕਿਸ ਰੂਪ 'ਚ ਇਹਨੂੰ ਅੱਗੇ ਲੈ ਕੇ ਚੱਲੀਏ। ਸੋ ਇਸ ਲਈ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਮੁਕੇਸ਼ ਭੰਡਾਰੀ, ਜਿਹੜੇ ਕਿ ਵਿਸ਼ਾ ਮਾਹਰ ਰਹੇ ਨੇ SCRT ਪੰਜਾਬ। ਭੰਡਾਰੀ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਜਾਣਨਾ ਚਾਹਾਂਗੇ ਕਿ ਇਸ ਪਲੇਟਫਾਰਮ ਤੋਂ ਸਾਡੀ ਸਮੁੱਚੀ ਲੋਕਾਈ ਨੂੰ ਤੁਸੀਂ ਇੱਕ ਉਹ ਸੰਦੇਸ਼ ਦਿਓ, ਕਿਉਂਕਿ ਮੈਂ ਇਹ ਚੀਜ਼ ਮਹਿਸੂਸ ਕੀਤੀ ਹੈ ਕਿ ਮਾਪਿਆਂ ਦਾ ਬੜਾ ਵੱਡਾ ਰੋਲ ਹੈ। ਇਹ ਦੇਖਦੇ ਨੇ ਅਕਸਰ ਕਿ ਇੱਕ ਸਮਾਂ ਸੀ ਜਦੋਂ ਪਾਸ ਹੋਣ ਨੂੰ, ਬੱਚੇ ਦੇ ਪਾਸ ਹੋਣ ਨੂੰ ਬੜੀ ਵੱਡੀ ਪ੍ਰਾਪਤੀ ਗਿਣਿਆ ਜਾਂਦਾ ਸੀ ਕਿ ਹਾਂ ਸਾਡਾ ਬੱਚਾ ਪਾਸ ਹੋ ਗਿਆ ਇਮਤਿਹਾਨ ਦੇ ਵਿੱਚੋਂ। ਉਸ ਤੋਂ ਬਾਅਦ ਪਰਸੈਂਟੇਜ ਦਾ ਦੌਰ ਆਇਆ ਤੇ ਪਰਸੈਂਟੇਜ ਦੇ ਦੌਰ ਦੇ ਵਿੱਚ ਇਹ ਆਇਆ ਕਿ ਸਾਡਾ ਬੱਚਾ ਫਸਟ ਡਿਵੀਜ਼ਨ 'ਚ ਪਾਸ ਹੈ। 60% ਨੰਬਰਾਂ ਤੋਂ ਉੱਪਰ ਦੀ ਜਿਹੜੀ ਮੈਰਿਟ ਸੀ ਉਹਨੂੰ ਬੜੀ ਵੱਡੀ ਮੈਰਿਟ ਗਿਣਿਆ ਜਾਂਦਾ ਸੀ। ਤੇ ਉਸ ਤੋਂ ਬਾਅਦ ਇੱਕ ਅਜਿਹਾ ਦੌਰ ਆਇਆ ਕਿ ਬੱਚਿਆਂ ਦੇ ਵਿੱਚ ਇਸ ਕਦਰ ਰੇਸ ਲੱਗੀ ਕਿ ਸਾਡਾ ਬੱਚਾ ਫਸਟ ਹੋਣਾ ਚਾਹੀਦਾ, ਸਾਡਾ ਸੈਕੰਡ ਕਿਉਂ ਰਹਿ ਗਿਆ, ਫਸਟ ਕਿਉਂ ਨਹੀਂ ਆਇਆ। ਤੇ ਅੱਜ ਦਾ ਜਿਹੜਾ ਜ਼ਮਾਨਾ ਹੈ ਉਹ 100% ਦਾ ਜ਼ਮਾਨਾ ਬਣ ਚੁੱਕਿਆ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਹ 100% ਕਿਉਂ ਨਹੀਂ ਹੈ। ਇਸ ਦੌਰ ਦੇ ਵਿੱਚ ਉਹ ਹਾਲਾਤ ਵੀ ਬਣਦੇ ਨੇ ਜਦੋਂ ਬੱਚਾ ਉਹਦੇ ਉਹ ਪਰਸੈਂਟੇਜ ਨਹੀਂ ਆਉਂਦੀ, ਤੇ ਬਹੁਤ ਸਾਰੇ ਕੇਸ ਅਸੀਂ ਦੇਖਦੇ ਹਾਂ ਕਿ ਬੱਚੇ ਸੁਸਾਈਡ ਤੱਕ ਕਰ ਜਾਂਦੇ ਨੇ। ਉਹਨਾਂ ਦੇ ਦਿਮਾਗ ਦੇ ਵਿੱਚ ਇਹ ਬਣ ਜਾਂਦਾ ਕਿ ਜੇ 100% ਨਹੀਂ ਤਾਂ ਕੁਝ ਵੀ ਨਹੀਂ। ਤੇ ਅਕਸਰ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਇਹੋ ਜਿਹੀਆਂ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਦੇ ਵਿੱਚ ਟੌਪਰ ਬੱਚੇ ਨੇ ਉਹ ਜ਼ਿੰਦਗੀ ਦੇ ਉਸ ਮੁਕਾਮ ਤੱਕ ਨਹੀਂ ਪਹੁੰਚਦੇ ਜਿਸ ਮੁਕਾਮ ਦਾ ਉਹਨਾਂ ਨੇ ਟਾਰਗੇਟ ਮਿਥਿਆ ਹੁੰਦਾ ਹੈ। ਤੇ ਉਹ ਬੱਚੇ ਜਿਹੜੇ ਟੌਪਰ ਨਹੀਂ ਹੁੰਦੇ, ਜਾਂ ਜਿਨ੍ਹਾਂ ਬੱਚਿਆਂ ਨੂੰ, ਜਿਨ੍ਹਾਂ ਸਟੂਡੈਂਟਸ ਨੂੰ ਉਹ ਅਦਾਰਾ ਪ੍ਰੋਬਲਮ ਚਾਈਲਡ ਮੰਨਦਾ ਕਿ ਇਹ ਬੱਚੇ ਸਾਡੇ ਵਾਸਤੇ ਪ੍ਰੋਬਲਮ ਕ੍ਰੀਏਟ ਕਰਦੇ ਨੇ, ਜਾਂ ਇਹ ਕਹਿ ਲਓ ਕਿ ਅਧਿਆਪਕਾਂ ਦੇ ਚਹੇਤੇ ਨਹੀਂ ਹੁੰਦੇ, ਉਹ ਜ਼ਿੰਦਗੀ ਦੇ ਉਹਨਾਂ ਮੁਕਾਮਾਂ ਤੱਕ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਬਾਰੇ 'ਚ ਕਿਆਸ ਸਹੀ ਨਹੀਂ ਲਾਈ ਜਾ ਸਕਦੀ। ਸੋ ਇਹਨਾਂ ਗੱਲਾਂ ਨੂੰ ਮੈਂ ਚਾਹੂੰਗਾ ਕਿ ਤੁਸੀਂ ਵਿਸਥਾਰ ਦੇ ਰੂਪ ਵਿੱਚ ਸਾਡੇ ਨਾਲ ਸਾਂਝੀਆਂ ਕਰੋ। ਇੱਕ ਵਾਰ ਫਿਰ ਤੁਹਾਡਾ ਇਸ ਪਲੇਟਫਾਰਮ ਤੇ ਸਵਾਗਤ ਕਰਦੇ ਹਾਂ। ਧੰਨਵਾਦ ਜੀ ਹਰਪਿੰਦਰ ਜੀ।
ਦਰਬਾਰੇ ਖਾਲਸਾ ਜੀ, ਸ਼ੁਭ ਸਵੇਰ ਸਭ ਨੂੰ। ਬਹੁਤ ਹੀ ਵਧੀਆ ਵਿਸ਼ਾ ਜਿਹੜਾ ਹੈਗਾ ਜਿਹਦੇ ਬਾਰੇ ਤੁਸੀਂ ਗੱਲ ਕੀਤੀ ਹੈ। ਅਸਲ ਦੇ ਵਿੱਚ ਸਿੱਖਿਆ ਇੱਕ ਬਹੁਤ ਹੀ ਅਣਗੌਲਿਆ ਵਿਸ਼ਾ ਹੈ। ਇਸ ਵਿਸ਼ੇ ਬਾਰੇ ਇੰਨਾ ਵਿਸਥਾਰ ਦੇ ਵਿੱਚ ਜਾਇਆ ਜਾ ਸਕਦਾ ਹੈ, ਇਹਦੇ ਬਾਰੇ ਇੰਨੇ ਵਿਸਥਾਰ ਦੇ ਵਿੱਚ ਜਾਇਆ ਜਾ ਸਕਦਾ ਹੈ ਕਿ ਅਸੀਂ ਬਹੁਤ ਸਾਰੀਆਂ ਤਬਦੀਲੀਆਂ ਇਹਦੇ ਵਿੱਚ ਲਿਆ ਸਕਦੇ ਹਾਂ। ਜੇਕਰ ਅਸੀਂ ਅੱਜ ਦੇ ਸਿਸਟਮ ਦੀ ਗੱਲ ਕਰੀਏ ਤਾਂ 2-4 ਮਿੰਟ ਦੇ ਵਿੱਚ ਮੈਂ ਤੁਹਾਨੂੰ ਪੁਰਾਣੇ ਸਿਸਟਮ ਦੇ ਵਿੱਚ ਅਸੀਂ ਸਾਰੇ ਇਤਿਹਾਸ ਨੂੰ 3 ਹਿੱਸਿਆਂ ਦੇ ਵਿੱਚ ਵੰਡ ਕੇ ਚੱਲਦੇ ਹਾਂ। ਏਂਸ਼ੀਅੰਟ ਪੀਰੀਅਡ ਉਹ ਸੀ ਜਦੋਂ ਸਿੱਖਿਆ ਜਿਹੜੀ ਹੈ ਉਹ ਸਿਰਫ ਬ੍ਰਾਹਮਣ ਜਿਹੜੇ ਹੈਗੇ, ਇੱਕ ਕਾਸਟ ਜਿਹੜੀ ਹੈ, ਉਹਨਾਂ ਵਾਸਤੇ ਅਧਿਕਾਰਤ ਸੀ ਕਿ ਉਹੀ ਕੇਵਲ ਉਹਨੂੰ ਸਿੱਖਿਆ ਦੇ ਸਕਦੇ ਸੀ ਤੇ ਅਮੀਰ ਲੋਕ ਹੀ ਜਿਹੜੇ ਹੈਗੇ ਆ ਸਿੱਖਿਆ ਲੈਂਦੇ ਸੀ। ਉਸ ਤੋਂ ਬਾਅਦ ਜੋ ਉਸ ਸਿੱਖਿਆ ਦੇ ਵਿੱਚ ਚਲੋ ਜਿੰਨੇ ਕੁ ਵੀ ਲੋਕਾਂ ਨੂੰ ਉਹ ਸਿੱਖਿਆ ਮਿਲਦੀ ਸੀ, ਸਾਰੇ ਲੋਕ ਤਾਂ ਉਸ ਤੋਂ ਅਧਿਕਾਰਤ ਨਹੀਂ ਸੀ, ਵੰਚਿਤ ਸੀਗੇ। 99% ਲੋਕ, 1-2% ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਦੇ ਬੱਚਿਆਂ ਨੂੰ ਉਹ ਸਿੱਖਿਆ ਪ੍ਰਾਪਤ ਹੁੰਦੀ ਸੀ। ਪਰ ਉਹ ਗੁਰੂਕੁਲਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ, ਟੀਚਰ ਜਿਹੜੇ ਹੈਗੇ ਉੱਥੇ ਗੁਰੂਕੁਲ ਜੰਗਲਾਂ ਦੇ ਵਿੱਚ ਰਹਿੰਦੇ ਸੀ, ਉੱਥੇ ਜਾ ਕੇ ਹੀ ਬੱਚੇ ਜਿਹੜੇ ਸਿੱਖਿਆ ਗ੍ਰਹਿਣ ਕਰਦੇ ਸੀ। ਉਸ ਤੋਂ ਬਾਅਦ ਦਾ ਸਮਾਂ ਅਸੀਂ ਜਿਹੜਾ ਹੈਗਾ ਮੈਡੀਵਲ ਪੀਰੀਅਡ ਮੰਨਦੇ ਆ, ਜਦੋਂ ਮੁਗਲ ਜਿਹੜੇ ਹੈਗੇ ਆ ਹਿੰਦੁਸਤਾਨ ਦੇ ਵਿੱਚ ਆਏ ਤਾਂ ਉਹਨਾਂ ਨੇ, ਮੁਗਲਾਂ ਨੇ ਆਉਂਦੇ ਸਾਰ ਹੀ ਜਿਹੜਾ ਹੈਗਾ ਸਿੱਖਿਆ ਦੇ ਵਿੱਚ ਆਪਣੀ ਜਿਹੜੀ ਹੈਗੀ ਹੈ ਸ਼ਮੂਲੀਅਤ ਸ਼ੁਰੂ ਕਰਤੀ। ਕਿਉਂਕਿ ਕੋਈ ਵੀ ਜਿਹੜੀ ਕੌਮ ਜਿਹੜੀ ਹੈਗੀ ਹੈ, ਜਦੋਂ ਉਹ ਅਗਾਂਹ ਵੱਧਦੀ ਹੈ, ਉਹਦੀ ਸੋਚ ਜਿਹੜੀ ਹੈਗੀ ਆ ਉਸਨੂੰ ਅਗਾਂਹ ਵਾਲੇ ਪਾਸੇ ਲੈ ਕੇ ਜਾਂਦੀ ਹੈ। ਤਾਂ ਉਹਨਾਂ ਨੇ ਵੀ ਇਹ ਗੱਲ ਮਹਿਸੂਸ ਕੀਤੀ ਕਿ ਜ਼ਰੂਰੀ ਹੈ ਕਿ ਅਸੀਂ ਜੇਕਰ ਹਿੰਦੁਸਤਾਨ ਦੇ ਉੱਤੇ ਰਾਜ ਕਰਨਾ ਹੈ ਤਾਂ ਉਹਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਅਸੀਂ ਆਪ ਦੇ ਪ੍ਰਤੀ ਬਹੁਤ ਸਾਰੀਆਂ ਚੰਗੀਆਂ ਗੱਲਾਂ ਭਰਨੀਆਂ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਸ ਦੇਸ਼ ਨੂੰ ਜਿਹੜਾ ਹੈਗਾ ਹੀਣਾ ਸਾਬਤ ਕਰਨਾ। ਤਾਂ ਉਹਨਾਂ ਨੇ ਆਪਣੀ ਸਿੱਖਿਆ ਦੇ ਵਿੱਚ ਜਿਹੜਾ ਹੈਗਾ ਉਹ ਮਸਜਿਦਾਂ ਦੇ ਵਿੱਚ ਮਕਤਬ ਸੀਗੇ ਜਿਹੜੇ, ਉਹਨਾਂ ਦੇ ਵਿੱਚ ਉਹਨਾਂ ਨੇ ਸਿੱਖਿਆ ਸ਼ੁਰੂ ਕੀਤੀ, ਜਿਹਦੇ ਵਿੱਚ ਉਹਨਾਂ ਨੇ ਆਪਦੇ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਇਹ ਮੈਡੀਵਲ ਪੀਰੀਅਡ ਤੋਂ ਬਾਅਦ ਅੰਗਰੇਜ਼ ਹਿੰਦੁਸਤਾਨ ਦੇ ਵਿੱਚ ਆਏ, ਜਿਹਨੂੰ ਅੱਜ ਕੱਲ੍ਹ ਅਸੀਂ ਮਾਡਰਨ ਪੀਰੀਅਡ ਕਹਿ ਦਿੰਦੇ ਹਾਂ। ਅੰਗਰੇਜ਼ਾਂ ਨੇ ਵੀ ਹਿੰਦੁਸਤਾਨ ਦੇ ਵਿੱਚ ਆ ਕੇ ਇਹੀ ਮਹਿਸੂਸ ਕੀਤਾ ਕਿ ਜੇਕਰ ਅਸੀਂ ਇਸ ਦੇਸ਼ ਤੇ ਰਾਜ ਕਰਨਾ ਹੈ ਤਾਂ ਸਾਨੂੰ ਸਿੱਖਿਆ ਰਾਹੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਮਨਾਂ ਦੇ ਵਿੱਚ ਭਰਨੀਆਂ ਪੈਣੀਆਂ। ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਹਿੰਦੁਸਤਾਨ ਦਾ ਜਿਹੜਾ ਹੈਗਾ ਸਿਸਟਮ ਕੀ ਹੈ, ਇੱਥੇ ਕੋਈ ਸਿਸਟਮ ਨਹੀਂ ਹੈ। ਇਹਨਾਂ ਦਾ ਜਿਹੜਾ ਸਾਹਿਤ ਹੈ, ਇਹ ਕਿਹੜਾ ਸਾਹਿਤ ਹੈ, ਇਸ ਨੂੰ ਤਾਂ ਇੱਕ ਅਲਮਾਰੀ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈ। ਤਾਂ ਉਹਨਾਂ ਨੇ ਜਿਹੜਾ ਹੈਗਾ ਸਿੱਖਿਆ ਦੇ ਬਾਰੇ ਚ ਆਪ ਦਾ ਜਿਹੜਾ ਹੈਗਾ ਸ਼ੇਕਸਪੀਅਰ, ਦੂਜੇ ਜੋ ਉਹਨਾਂ ਦੇ ਵਰਡਸਵਰਥ, ਸਾਰਿਆਂ ਦੇ ਬਾਰੇ ਚ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ। ਤੇ ਉਹਨਾਂ ਨੇ ਕਿਹਾ ਵੀ ਪੜ੍ਹਿਆ ਲਿਖਿਆ ਵਿਅਕਤੀ ਉਹੀ ਹੈ ਜਿਸਨੇ ਅੰਗਰੇਜ਼ੀ ਸਾਹਿਤ ਨੂੰ ਪੜ੍ਹਿਆ ਹੈ। ਤਾਂ ਉਸ ਤੋਂ ਬਾਅਦ ਜਦੋਂ ਅਸੀਂ ਅੰਗਰੇਜ਼ਾਂ ਦੇ ਸਿਸਟਮ ਮੁਤਾਬਕ ਚੱਲਦੇ ਚੱਲਦੇ 1947 ਦੇ ਵਿੱਚ ਆਜ਼ਾਦ ਹੋਏ ਤਾਂ ਅਸੀਂ ਉਸ ਤੋਂ ਬਾਅਦ ਵੀ ਉਹੀ ਸਿਸਟਮ ਜੋ ਪਹਿਲੇ ਸਮੇਂ ਦੇ ਵਿੱਚ ਸਾਡਾ ਚੱਲਦਾ ਸੀ, ਉਸੇ ਸਿਸਟਮ ਨੂੰ ਅਸੀਂ ਜਾਰੀ ਰੱਖਿਆ। ਅੱਡ-ਅੱਡ ਸੂਬੇ ਸੀ, ਜਿਹੜੇ ਛੋਟੇ ਛੋਟੇ ਸੂਬੇ ਸੀ, ਉਹ ਆਪਦੀ ਮਰਜ਼ੀ ਦੇ ਨਾਲ ਆਪਦੀ ਸਿੱਖਿਆ ਨੂੰ ਚਲਾਉਂਦੇ ਰਹੇ। ਪਰ 1964-66 ਦੇ ਵਿੱਚ ਕੋਠਾਰੀ ਕਮਿਸ਼ਨ ਜਿਹੜਾ ਹੈਗਾ ਇੱਕ ਸਥਾਪਿਤ ਹੋਇਆ, ਜਿਹਨੇ ਪਹਿਲੀ ਵਾਰ ਹਿੰਦੁਸਤਾਨ ਦੇ ਵਿੱਚ ਇੱਕ ਸਿਸਟਮ ਜਿਹੜਾ ਹੈਗਾ 1968 ਦੀ ਜਿਹੜੀ ਪਹਿਲੀ ਕੌਮੀ ਸਿੱਖਿਆ ਨੀਤੀ ਸੀ, ਸਾਰੇ ਦੇਸ਼ ਵਾਸਤੇ, ਭਾਰਤ ਵਾਸਤੇ ਸੀ। ਉਹ ਉਹਨਾਂ ਨੇ ਆਪਦੀ ਕੌਮੀ ਸਿੱਖਿਆ ਨੀਤੀ ਜਿਹੜੀ 1968 ਜਿਹੜੀ ਹੈਗੀ ਆ ਪਹਿਲੀ ਵਾਰ ਲਾਗੂ ਕੀਤੀ। ਪਰ ਉਹ ਪਾਲਿਸੀ, ਕਿਉਂਕਿ ਉਹ ਸਟੇਟ ਲਿਸਟ ਦੇ ਉੱਤੇ ਸੀ ਸਿੱਖਿਆ ਉਸ ਵੇਲੇ ਵੀ, ਸੰਵਿਧਾਨ ਦੇ ਵਿੱਚ ਹਰ ਇੱਕ ਸੂਬੇ ਨੂੰ ਅਧਿਕਾਰਤ ਸੀ ਕਿ ਉਹ ਸਿੱਖਿਆ ਨੂੰ ਆਪਦੀ ਮਰਜ਼ੀ ਦੇ ਮੁਤਾਬਕ ਚਲਾਵੇ। ਤਾਂ ਲੋਕਾਂ ਨੇ ਉਸ ਸਿਸਟਮ ਨੂੰ ਉਸ ਵੇਲੇ ਹੀ ਉਹਨਾਂ ਨੇ 10+2 ਦਾ ਸਿਸਟਮ ਸੀਗਾ ਜਿਹੜਾ ਉਹ ਸਥਾਪਿਤ ਕੀਤਾ ਸੀਗਾ, ਪਰ ਉਸ ਵੇਲੇ ਲੋਕਾਂ ਨੇ ਉਸ ਨੂੰ ਮੰਨਿਆ ਨਹੀਂ। ਅਖੀਰ ਦੇ ਵਿੱਚ 1974 ਦੇ ਵਿੱਚ ਸਰਕਾਰ ਨੂੰ ਸੰਵਿਧਾਨਕ ਸੋਧ ਕਰਨੀ ਪਈ, ਜਿਹਦੇ ਨਾਲ ਸਿੱਖਿਆ ਨੂੰ ਸਮਵਰਤੀ ਸੂਚੀ ਜਾਂ ਕੰਕਰੇਟ ਲਿਸਟ ਦੇ ਉੱਤੇ ਲਿਆਉਣਾ ਪਿਆ ਤੇ ਜਿਹਦਾ ਸਿੱਟਾ ਇਹ ਨਿਕਲਿਆ ਉਹ ਅਸੀਂ ਹੋਂਦ ਦੇ ਵਿੱਚ ਲਿਆਂਦੀ। ਤਾਂ ਉਸ ਕੌਮੀ ਸਿੱਖਿਆ ਨੀਤੀ ਨੇ ਵੀ 10+2 ਦਾ ਜਿਹੜਾ ਸਿਸਟਮ ਸੀਗਾ ਉਸ ਨੂੰ ਜਿਹੜਾ ਹੈਗਾ ਲਾਗੂ ਕੀਤਾ। ਉਸ ਪਾਲਿਸੀ ਦੇ ਮੁਤਾਬਕ ਅਸੀਂ ਅੱਜ ਤੱਕ 1986 ਦੀ ਕੌਮੀ ਸਿੱਖਿਆ ਨੀਤੀ ਦੇ ਮੁਤਾਬਕ ਚੱਲਦੇ ਹਾਂ। ਉਸ ਤੋਂ ਬਾਅਦ ਕੋਈ ਵੀ ਕੌਮੀ ਸਿੱਖਿਆ ਨੀਤੀ ਜਿਹੜੀ ਹੈ ਉਹ ਹਿੰਦੁਸਤਾਨ ਦੇ ਵਿੱਚ ਨਹੀਂ ਬਣੀ। ਉਸ ਜਿਹੜੀ ਕੌਮੀ ਸਿੱਖਿਆ ਨੀਤੀ ਸੀ ਉਸ ਨੇ ਸਾਨੂੰ ਇਹ ਗੱਲ ਦੱਸੀ ਕਿ ਹਿੰਦੁਸਤਾਨ ਦੇ ਵਿੱਚ 2 ਤਰੀਕੇ ਦੇ ਸਕੂਲ ਹੀ ਐਗਜ਼ਿਸਟ ਕਰਨਗੇ। ਇੱਕ ਉਹ ਸਕੂਲ ਜਿਹੜੇ ਸਿਰਫ
ਐਲੀਮੈਂਟਰੀ ਹੋਣਗੇ 8ਵੀਂ ਤੱਕ ਦੇ ਹੋਣਗੇ, ਤੇ ਇੱਕ ਸਕੂਲ ਜਿਹੜੇ ਹੈਗੇ ਆ ਉਹ +2 ਤੱਕ ਹੋਣਗੇ। ਸਿਰਫ 2 ਤਰੀਕੇ ਦੇ ਸਕੂਲ ਹੀ ਐਗਜ਼ਿਸਟ ਕਰਨਗੇ। ਪਰ ਤੁਸੀਂ ਇਹ ਵੇਖੋ, ਸਾਡੀ ਬਦਕਿਸਮਤੀ ਇਹ ਵੇਖੋ ਕਿ ਅਸੀਂ ਪਤਾ ਨਹੀਂ ਤਾਂ ਆਪ ਅਸੀਂ ਬਦਕਿਸਮਤ ਹੈ, ਕੀ ਹੈ ਸਾਡੇ ਹਾਲਾਤ ਬਣੇ ਕਿ ਅਸੀਂ ਉਸ ਸਿਸਟਮ ਨੂੰ ਫਾਲੋ ਨਹੀਂ ਕਰ ਸਕੇ। ਅੱਜ ਅਸੀਂ ਹਰ ਸਕੂਲ ਦੇ ਉੱਤੇ ਐਲੀਮੈਂਟਰੀ, ਅਸਲ ਦੇ ਵਿੱਚ ਜਦੋਂ ਇਹਦਾ ਕਾਰਨ ਇਹ ਬਣਿਆ ਕਿ ਸਾਡੇ ਸੰਵਿਧਾਨ ਦੇ ਵਿੱਚ ਇਹ ਗੱਲ ਦਰਜ ਹੈ ਕਿ ਅਸੀਂ ਹਰ ਇੱਕ ਬੱਚੇ ਨੂੰ 8ਵੀਂ ਤੱਕ ਦੀ ਸਿੱਖਿਆ, 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਨੂੰ ਅਸੀਂ 8 ਸਾਲ ਦੀ ਐਲੀਮੈਂਟਰੀ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦੇਣੀ ਹੈ। ਇਸੇ ਕਰਕੇ ਉਹਨਾਂ ਨੇ ਕਿਹਾ ਸੀਗਾ ਕਿ ਹਰੇਕ ਸਕੂਲ ਤੁਸੀਂ ਐਲੀਮੈਂਟਰੀ ਬਣਾਓ ਤਾਂ ਕਿ ਬੱਚਾ ਪਹਿਲੀ ਕਲਾਸ ਦੇ ਵਿੱਚ ਦਾਖਲ ਹੋਵੇ ਤੇ 8ਵੀਂ ਕਲਾਸ ਦੇ ਵਿੱਚ ਉਹ ਸਕੂਲ ਦੇ ਵਿੱਚੋਂ ਬਾਹਰ ਜਾਵੇ, 8 ਸਾਲ ਉਹ ਇੱਕੋ ਸਕੂਲ ਦੇ ਵਿੱਚ ਰਵੇ, ਇੱਕੋ ਅਧਿਆਪਕ, ਇੱਕੋ ਸਕੂਲ, ਇੱਕੋ ਹੀ ਸਿਸਟਮ, ਉਹਦੇ 'ਚ ਕੋਈ ਤਬਦੀਲੀ ਨਾ ਆਵੇ। ਅਸਲ ਦੇ ਵਿੱਚ ਹੁੰਦਾ ਕੀ ਹੈ ਕਿ 5ਵੀਂ ਪਾਸ ਕਰਨ ਤੋਂ ਬਾਅਦ ਜਦੋਂ ਬੱਚੇ ਨਵੇਂ ਸਕੂਲ ਦੇ ਵਿੱਚ ਜਾਂਦੇ ਆ, ਉਹ ਟ੍ਰਾਂਜੈਕਸ਼ਨਲ ਜਿਹੜਾ ਸਾਡਾ ਪੀਰੀਅਡ ਹੈ ਉਹਦੇ 'ਚ 50% ਬੱਚੇ, ਖਾਸ ਤੌਰ ਤੇ ਲੜਕੀਆਂ, ਖਾਸ ਤੌਰ ਤੇ SC ਬੱਚੇ, ਲੜਕੇ ਤੇ ਲੜਕੀਆਂ ਜਿਹੜੇ ਆ ਸਕੂਲ ਨੂੰ ਦੇ ਵਿੱਚੋਂ ਡ੍ਰੌਪ ਹੋ ਜਾਂਦੇ ਸੀ। ਉਹਨਾਂ ਨੇ ਉਸ ਸਿਸਟਮ ਨੂੰ ਕਾਬੂ ਕਰਨ ਵਾਸਤੇ, ਉਸ ਸਿਸਟਮ ਨੂੰ ਖਤਮ ਕਰਨ ਵਾਸਤੇ ਕਿ ਸਾਡੇ 50% ਬੱਚੇ, ਸਾਡਾ ਟਾਰਗੇਟ ਕਦੇ ਪੂਰਾ ਹੋ ਹੀ ਨਹੀਂ ਸਕਦਾ ਕਿਉਂਕਿ 50% ਬੱਚੇ ਸਾਡੇ ਸਕੂਲ ਦੇ ਵਿੱਚ, ਨਵੇਂ ਸਕੂਲ ਦੇ ਵਿੱਚ ਦਾਖਲ ਹੀ ਨਹੀਂ ਹੁੰਦੇ ਜਾ ਕੇ। ਉਹਨਾਂ ਨੇ ਕਿਹਾ ਫਿਰ ਇਹੋ ਜਿਹਾ ਸਿਸਟਮ ਬਣਾਓ ਕਿ ਸਾਡੇ ਕੋਲ ਬੱਚਾ ਜਿਹੜਾ ਹੈਗਾ ਉਹ ਪਹਿਲੀ ਕਲਾਸ ਦੇ ਵਿੱਚ ਦਾਖਲ ਹੋਵੇ ਤੇ 8ਵੀਂ ਸ਼੍ਰੇਣੀ ਤੱਕ ਉਹ ਲਗਾਤਾਰ ਇੱਕ ਸਕੂਲ ਦੇ ਵਿੱਚ ਹੀ ਰਵੇ। ਹੁਣ ਅਸੀਂ ਉਸ ਸਮੱਸਿਆ ਨੂੰ ਕਾਬੂ ਨਹੀਂ ਕਰ ਸਕੇ। ਕਾਰਨ ਕੀ ਬਣਿਆ ਕਿ ਅੱਜ ਅਸੀਂ ਉਹੀ ਸਾਡਾ ਪੈਟਰਨ ਜਿਹੜਾ ਹੈਗਾ, ਸਾਡਾ ਉਹੀ ਸਿਸਟਮ ਜਿਹੜਾ ਹੈਗਾ ਉਹ ਚੱਲਦਾ ਪਿਆ। ਅਸੀਂ 5ਵੀਂ ਹੈ ਕਿ ਇਹ ਪੈਟਰਨ ਬਣਾਇਆ ਗਿਆ ਸੀ। ਪੜਾਈ ਸਾਹਿਬ ਇਹ ਟੈਕਨੀਕਲ ਪ੍ਰੋਬਲਮ ਹੋਣ ਕਰਕੇ, ਹਾਂਜੀ ਟੈਕਨੀਕਲੀ ਪ੍ਰੋਬਲਮ ਹੋਣ ਕਰਕੇ ਮੈਂ ਦੱਸਦਾ ਜੀ। ਅਸਲ ਦੇ ਵਿੱਚ ਸਾਡੇ ਸਿਸਟਮ ਦੇ ਵਿੱਚ ਸਾਡੇ ਸੰਵਿਧਾਨ ਨੇ ਇਹ ਕਹਿਤਾ ਕਿ ਅਸੀਂ 8ਵੀਂ ਕਲਾਸ ਤੱਕ ਬੱਚੇ ਨੂੰ ਜਿਹੜਾ ਹੈਗਾ 8ਵੀਂ ਕਲਾਸ ਪਾਸ ਕਰਾਉਣੀ ਹੈ, 8ਵੀਂ ਕਲਾਸ ਤੱਕ ਅਸੀਂ ਉਹਨੂੰ ਸਕੂਲ ਚੋਂ ਬਾਹਰ ਨਹੀਂ ਜਾਣ ਦੇਣਾ। ਤੇ ਇਸ ਕਰਕੇ ਸਕੂਲ ਹੀ ਸਾਡੇ ਜਿਹੜੇ ਹੈਗੇ ਉਹ ਐਲੀਮੈਂਟਰੀ ਜਾਂ 8ਵੀਂ ਤੱਕ ਹੋਣੇ ਚਾਹੀਦੇ ਆ, ਕਿਉਂਕਿ ਜਦੋਂ ਬੱਚਾ 5ਵੀਂ ਕਲਾਸ ਪਾਸ ਕਰ ਲੈਂਦਾ ਹੈ ਤਾਂ ਉਹ ਆਮ ਤੌਰ ਤੇ ਸਾਨੂੰ ਨਵੇਂ ਸਕੂਲ ਦੇ ਵਿੱਚ ਜਾਣਾ ਪੈਂਦਾ ਹੈ। 6ਵੀਂ 7ਵੀਂ 8ਵੀਂ ਜਿੱਥੇ ਹਾਈ ਸਕੂਲ ਨੇੜੇ ਹੈ ਉੱਥੇ ਹਾਈ ਸਕੂਲ 'ਚ ਬੱਚਾ ਚਲਾ ਜਾਂਦਾ, ਜਿੱਥੇ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੇ ਸੀਨੀਅਰ ਸੈਕੰਡਰੀ ਚਲਾ ਜਾਂਦਾ, ਜਿੱਥੇ ਮਿਡਲ ਸਕੂਲ ਹੈ ਉੱਥੇ ਮਿਡਲ ਸਕੂਲ ਚਲਾ ਜਾਂਦਾ। ਤੇ ਉਹ 50% ਬੱਚੇ ਜਿਹੜੇ ਹੈਗੇ ਨਵੇਂ ਸਕੂਲ 'ਚ ਜਾਣ ਵੇਲੇ ਡ੍ਰੌਪ ਹੋ ਜਾਂਦੇ ਆ। ਉਹ ਬੱਚੇ ਅੱਗੇ ਜਾ ਕੇ ਦਾਖਲਾ ਹੀ ਨਹੀਂ ਲੈਂਦੇਗੇ। ਉਹਨਾਂ 'ਚੋਂ ਖਾਸ ਤੌਰ ਤੇ ਲੜਕੀਆਂ, ਖਾਸ ਤੌਰ ਤੇ SC ਬੱਚੇ ਜਿਹੜੇ ਹੈਗੇ ਆ, ਜਦੋਂ 5ਵੀਂ ਤੋਂ ਸਰਟੀਫਿਕੇਟ ਅਸੀਂ ਉਹਨੂੰ ਦੇ ਦਿੰਦੇ ਆ ਕਿ ਤੂੰ ਨਵੇਂ ਸਕੂਲ 'ਚ ਚਲੇ ਜਾ, ਪੇਰੈਂਟਸ ਵੀ ਕਹਿੰਦੇ ਵੀ ਤੂੰ ਬੱਚੇ ਬਹੁਤ ਪੜ੍ਹਦੇ ਆ, ਬੱਚੇ ਦਾ ਵੀ ਇੰਟਰਸਟ ਨਹੀਂ ਹੁੰਦਾ ਤੇ ਉਹ ਆਪਦੀ ਸਿੱਖਿਆ ਨੂੰ ਅਧੂਰੀ ਛੱਡ ਜਾਂਦਾ ਹੈ। ਤਾਂ ਜਿਹੜਾ ਅਸੀਂ ਸੰਵਿਧਾਨ ਦੇ ਵਿੱਚ ਅਸੀਂ ਟਾਰਗੇਟ ਰੱਖ ਕੇ ਚੱਲੇ ਆ ਕਿ ਹਰ ਇੱਕ ਬੱਚੇ ਨੂੰ ਅਸੀਂ 8ਵੀਂ ਤੱਕ ਦੀ ਸਿੱਖਿਆ ਦੇਣੀ ਹੈ, ਉਹ ਸਾਡਾ ਜਿਹੜਾ ਟੀਚਾ ਅਧੂਰਾ ਰਹਿ ਜਾਂਦਾ। ਜੋ ਕੁਝ ਅਸੀਂ ਬੱਚੇ ਨੂੰ 8 ਸਾਲਾਂ 'ਚ ਸਿਖਾਉਣਾ ਸੀ ਅਸੀਂ ਉਹ ਨਹੀਂ ਸਿਖਾ ਸਕੇ। ਅਸੀਂ ਬੱਚੇ ਨੂੰ 5 ਸਾਲ ਬਾਅਦ ਜਿਹੜਾ ਹੈਗਾ 50% ਜਾਂ 40% ਬੱਚਿਆਂ ਨੂੰ ਅਸੀਂ ਸਕੂਲ ਚੋਂ ਬਾਹਰ ਹੀ ਕਰਤਾ ਸਿਸਟਮ ਦੇ ਵਿੱਚੋਂ। ਤਾਂ ਇਸ ਕਰਕੇ ਸਾਡਾ ਹੁਣ ਹੋਇਆ ਕਿ ਸਰਕਾਰ ਨੇ ਸਿਰਫ ਗ੍ਰਾਂਟਾਂ ਲੈਣ ਵਾਸਤੇ, ਕਿਉਂਕਿ ਜਦੋਂ ਅਸੀਂ ਕੰਕਰੀਟ ਲਿਸਟ ਦੇ ਉੱਤੇ ਲੈ ਕੇ ਆਂਦਾ 1986 ਦੇ ਵਿੱਚ, ਤਾਂ ਉਸ ਵੇਲੇ ਇਹ ਡਿਸਾਈਡ ਹੋ ਗਿਆ ਵੀ ਕੇਂਦਰ ਸਰਕਾਰ ਸਿੱਖਿਆ ਬਾਰੇ ਜੋ ਫੈਸਲਾ ਕਰੂਗੀ ਉਹ ਹਰ ਇੱਕ ਸਟੇਟ ਵਾਸਤੇ ਉਹ ਮੰਨਣਯੋਗ ਹੋਊਗਾ, ਉਹ ਮੰਨਣਾ ਪੈਣਾ ਉਹਨੂੰ। ਤੇ ਪਰ ਅਸੀਂ ਕੀ ਹੋਇਆ, ਉਸ ਸਿਸਟਮ ਦੇ ਵਿੱਚ ਅਸੀਂ ਉਸ ਸਿਸਟਮ ਨੂੰ ਅਧੂਰਾ ਮੰਨ ਲਿਆ। ਅਸੀਂ ਬਾਹਰਲੇ ਪਾਸੇ ਲੋਕਾਂ ਨੂੰ ਦਿਖਾਉਣ ਦੇ ਵਾਸਤੇ ਅਸੀਂ ਕਹਿਤਾ ਵੀ ਹਾਂ ਜੀ ਅਸੀਂ ਤਾਂ ਸਾਰੇ ਸਕੂਲ ਐਲੀਮੈਂਟਰੀ ਬਣਾਤੇ। ਹੋਇਆ ਕਿ ਸਾਡੇ ਸਕੂਲ ਉਸੇ ਤਰੀਕੇ ਨਾਲ ਪ੍ਰਾਇਮਰੀ ਸਕੂਲ ਸਾਡੇ ਚੱਲ ਰਹੇ ਆ, ਐਲੀਮੈਂਟਰੀ ਅਸੀਂ ਨਹੀਂ ਬਣਾਏਗੇ। ਅਸੀਂ ਹਰੇਕ ਸਕੂਲ ਦੇ ਉੱਤੇ ਬੋਰਡ ਲਾਤਾ ਐਲੀਮੈਂਟਰੀ ਸਕੂਲ। ਈਵਨ ਤੁਸੀਂ ਇਹ ਵੇਖੋ ਕਿ ਅਸੀਂ ਜਿਹੜੇ ਹੈਗੇ ਆ, ਜਿਹੜਾ ਡਾਇਰੈਕਟੋਰੇਟ ਆ ਸਾਡਾ, ਅਸੀਂ ਸਾਡੀ ਝੂਠ ਬੋਲਣ ਦੀ ਵੀ ਹੱਦ ਵੇਖੋ ਕਿ ਅਸੀਂ ਉਹ ਸਕੂਲ ਡਾਇਰੈਕਟੋਰੇਟ ਦਾ ਨਾਮ ਵੀ ਐਲੀਮੈਂਟਰੀ ਡਾਇਰੈਕਟੋਰੇਟ ਰੱਖਤਾ। ਹਾਲਾਂਕਿ ਉਹ 5ਵੀਂ ਤੱਕ ਦੇ ਐਜੂਕੇਸ਼ਨ ਨੂੰ ਹੀ ਡੀਲ ਕਰਦਾ, 5ਵੀਂ ਤੱਕ ਦੇ ਹੀ ਅਧਿਆਪਕਾਂ ਦੀਆਂ ਬਦਲੀਆਂ ਕਰਦਾ। ਇੱਥੋਂ ਤੱਕ ਕਿ ਅਸੀਂ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਅਸੀਂ ETT ਕਰਾਤੀ, ਐਲੀਮੈਂਟਰੀ ਟੀਚਰ ਟ੍ਰੇਨਿੰਗ ਕਰਾਤੀ। ਅਸੀਂ ਉਹਨਾਂ ਨੂੰ 8ਵੀਂ ਤੱਕ ਪੜ੍ਹਾਉਣ ਦੇ ਯੋਗ ਬਣਾਤਾ। ਅਸੀਂ ਉਹਨਾਂ ਦੀ ਟ੍ਰੇਨਿੰਗ ਜਿਹੜੀ ਪਹਿਲੇ ਸਾਲ ਪ੍ਰਾਇਮਰੀ ਤੱਕ ਦੀ ਰੱਖੀ, ਦੂਜੇ ਸਾਲ 6ਵੀਂ 7ਵੀਂ 8ਵੀਂ ਨੂੰ ਪੜ੍ਹਾਉਣ ਦੀ ਰੱਖੀ। ਪਰ ਦੇਖੋ ਸਕੂਲ ਵੀ ਸਾਡੇ ਪ੍ਰਾਇਮਰੀ, ਅਧਿਆਪਕ ਵੀ ਸਾਡੇ ਪ੍ਰਾਇਮਰੀ, ਡਾਇਰੈਕਟੋਰੇਟ ਵੀ ਸਾਡੇ ਪ੍ਰਾਇਮਰੀ। ਅਸੀਂ
ਸੈਂਟਰਲ ਗਵਰਨਮੈਂਟ ਨੂੰ ਜਾਂ ਲੋਕਾਂ ਨੂੰ ਪਾਗਲ ਬਣਾਉਣ ਵਾਸਤੇ ਅਸੀਂ ਲੋਕਾਂ 'ਚ ਇਹ ਸ਼ੋਅ ਕਰਤਾ ਕਿ ਅਸੀਂ ਤਾਂ ਇਹ ਸਿਸਟਮ ਨੂੰ ਐਲੀਮੈਂਟਰੀ ਬਣਾਤਾ, ਪਰ ਇਹਦੇ ਨਾਲ ਅਸੀਂ ਕਿਹਦੇ ਨਾਲ ਧੋਖਾ ਕੀਤਾ? ਅਸੀਂ ਆਪਦੇ ਬੱਚਿਆਂ ਨਾਲ ਧੋਖਾ ਕੀਤਾ, ਆਪਦੇ ਭਵਿੱਖ ਨਾਲ ਧੋਖਾ ਕੀਤਾ। ਅਸੀਂ ਆਪਦੇ ਸੂਬੇ ਦੇ, ਆਪਦੀ ਸਟੇਟ ਦੇ 50% ਬੱਚਿਆਂ ਨੂੰ ਉਸ ਸਿਸਟਮ ਚੋਂ ਬਾਹਰ ਕੱਢਤਾ। ਅੱਛਾ, ਉਹ ਵਰਤਾਰਾ ਯਾਨੀ ਜੋ ਵਰਤਾਰਾ ਜਿਸ ਗੱਲ ਨੂੰ, ਜਿਸ ਪ੍ਰੋਬਲਮ ਨੂੰ ਲੈ ਕੇ ਡਾਇਰੈਕਟੋਰੇਟ ਐਲੀਮੈਂਟਰੀ ਬਣਾਇਆ ਗਿਆ ਸੀ, ਜਿਸ ਪ੍ਰੋਬਲਮ ਨੂੰ ਲੈ ਕੇ ਇਹ ਸੋਚਿਆ ਗਿਆ ਸੀ ਕਿ ਅੱਗੇ ਅਸੀਂ ਬੱਚਿਆਂ ਦਾ ਡਰਾਪ ਆਊਟ ਰੇਟ ਘੱਟ ਕਰਨ ਵਾਸਤੇ ਇਹਨੂੰ ਲਿਆਈਏ, ਉਹ ਜਿਉਂਦਾ ਤਿਉਂ ਹੀ ਖੜਾ। ਹਾਂਜੀ, ਉਹ ਅਸੀਂ ਕਿਹਦੇ ਨਾਲ ਕੀਤੀ ਹੈ ਇਹ ਗੱਲ? ਅਸੀਂ ਆਪਦੇ ਸੂਬੇ ਦੇ, ਆਪਦੇ ਸਟੇਟ ਦੇ ਬੱਚਿਆਂ ਨਾਲ, ਉਹਨਾਂ ਦੇ ਆਪਦੇ ਸੂਬੇ ਦੀ, ਸਟੇਟ ਦੀ ਫਿਊਚਰ ਦੇ ਨਾਲ ਖੇਡੇ ਹਾਂ। ਅਸੀਂ ਕੋਈ ਇਹ ਨਹੀਂ ਅਸੀਂ ਗ੍ਰਾਂਟਾਂ ਲਈ ਗਏ ਆ ਉਹਨਾਂ ਤੋਂ, ਐਲੀਮੈਂਟਰੀ ਦੇ ਨਾਂ ਤੇ ਅਸੀਂ ਗ੍ਰਾਂਟਾਂ ਲਈ ਗਏ ਆ, ਕਿਉਂਕਿ ਸੈਂਟਰਲ ਗਵਰਨਮੈਂਟ ਨੇ ਡਿਸਾਈਡ ਕਰਤਾ ਸੀ ਕਿ ਜਿਹੜੇ ਐਲੀਮੈਂਟਰੀ ਸਕੂਲ ਨਹੀਂ ਬਣਾਉਣਗੇ ਅਸੀਂ ਉਹਨਾਂ ਨੂੰ ਗ੍ਰਾਂਟ ਨਹੀਂ ਦੇਣੀ। ਅਸੀਂ ਸਿਰਫ ਗ੍ਰਾਂਟਾਂ ਪ੍ਰਾਪਤ ਕਰਨ ਵਾਸਤੇ ਐਲੀਮੈਂਟਰੀ ਸਕੂਲ ਦਾ ਨਾਂ ਲਿਖਦੇ ਹਰੇਕ ਦੇ ਉੱਤੇ, ਪਰ ਅਸੀਂ ਉਹਨੂੰ ਤਾਂ ਇਹਦਾ ਮਤਲਬ ਇਹ ਸੀਗਾ ਕਿ ਅਸੀਂ ਹਰੇਕ ਪਿੰਡ ਦੇ ਵਿੱਚ ਅਸੀਂ +2 ਸਿਸਟਮ ਬਣਾਉਣਾ ਹੈ, ਪਰ ਅਸੀਂ ਅੱਜ ਵੀ ਪ੍ਰਾਇਮਰੀ, ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲ ਉਵੇਂ ਅਸੀਂ ਚਲਾ ਰਹੇ ਹਾਂ। ਜਦੋਂ ਕਿ ਸਾਨੂੰ ਇਹ ਅਸੀਂ ਲੈ ਕੇ ਚੱਲੇ ਸੀ ਕਿ 8ਵੀਂ ਤੋਂ ਬਾਅਦ ਜਿਹੜੇ ਬੱਚੇ ਅੱਗੇ ਐਜੂਕੇਸ਼ਨ ਪ੍ਰਾਪਤ ਕਰਨਾ ਚਾਹੁਣਗੇ ਅਸੀਂ ਉਹਨਾਂ ਨੂੰ 10ਵੀਂ ਤੱਕ ਨਹੀਂ ਕਰਨ ਦੇਣਾ, ਅਸੀਂ ਸਿੱਧਾ ਹੀ +2 ਪਾਸ ਕਰਾਉਣਾ ਉਹਨਾਂ ਨੂੰ। ਹੁਣ ਜਿਹੜੇ ਬੱਚੇ 10ਵੀਂ ਤੱਕ ਸਕੂਲ ਹੈ ਪਿੰਡਾਂ ਦੇ ਵਿੱਚ, ਉਹ ਬੱਚੇ 10ਵੀਂ ਤੱਕ ਸਿੱਖਿਆ ਪ੍ਰਾਪਤ ਕਰ ਲੈਂਦੇ ਆ। ਜਦੋਂ 11ਵੀਂ 12ਵੀਂ 'ਚ ਜਾਣਾ ਪੈਂਦਾ ਹੈ, ਖਾਸ ਤੌਰ ਤੇ ਲੜਕੀਆਂ, ਖਾਸ ਤੌਰ ਤੇ SC ਬੱਚੇ, ਉਹ ਜਾਂਦੇ ਹੀ ਨਹੀਂ ਅਗਲੇ ਸਕੂਲਾਂ ਦੇ ਵਿੱਚ। ਤਾਂ ਇਹ ਸਿਸਟਮ ਨੇ ਸਾਨੂੰ ਬਹੁਤ ਸਾਰੀ ਜਿਹੜੀ ਹੈਗੀ ਢਾਹ ਲਾਈ ਹੈ। ਹੁਣ ਅਸੀਂ ਅਗਲੀ ਗੱਲ ਕਰਦੇ ਹਾਂ ਕਿ ਜੋ ਮੌਜੂਦਾ ਸਿਸਟਮ ਸਾਡਾ ਚੱਲਦਾ ਹੈ, ਇਸ ਸਿਸਟਮ ਦੇ ਵਿੱਚ ਕੀ ਖਾਮੀਆਂ ਤੇ ਕੀ ਨਹੀਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸਿੱਖਿਆ ਹੈਗੀ ਹੈ, ਇਸ ਨੂੰ ਹਲੇ ਤੱਕ ਸਮਝਿਆ ਹੀ ਨਹੀਂ ਗਿਆ ਕਿ ਸਿੱਖਿਆ ਹੈ ਕੀ ਹੈ। ਕਿਉਂਕਿ ਜੇ ਮੈਂ ਇਹ ਕਹਾਂ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੇ ਹੈਗੇ ਆ ਉਹ ਸਾਡੇ ਪੋਲੀਟੀਸ਼ੀਅਨ ਹੈ, ਕਿਉਂਕਿ ਪੋਲੀਟੀਸ਼ੀਅਨ ਇੰਪੋਰਟੈਂਟ ਇਸ ਕਰਕੇ ਬਣੇ ਹੋਏ ਹੈ ਕਿ ਉਹ ਸਾਡੇ ਸਿਸਟਮ ਨੂੰ ਜਿਵੇਂ ਚਾਹਣ ਉਵੇਂ ਮੋੜਾ ਦੇ ਸਕਦੇ ਆ, ਤੇ ਉਹ ਸਾਡੇ ਕਿਸੇ ਵੀ ਸਿਸਟਮ ਨੂੰ ਚੱਲਣ ਨਹੀਂ ਦਿੰਦੇਗੇ। ਉਹ ਆਪਦੀ ਮਰਜ਼ੀ ਦੇ ਮੁਤਾਬਕ ਸਿਸਟਮ ਨੂੰ ਚਲਾਉਂਦੇ ਆ, ਆਪਦੀ ਮਰਜ਼ੀ ਦੇ ਮੁਤਾਬਕ ਚੱਲਦੇ ਹੈਗੇ ਆ। ਨਾਲ ਉਹਨਾਂ ਦੇ ਬਿਊਰੋਕਰੈਟਸ ਨੂੰ ਜਿਸ ਤਰੀਕੇ ਨਾਲ ਉਹ ਚਾਹਣ ਉਸੇ ਤਰੀਕੇ ਨਾਲ ਬਿਊਰੋਕਰੈਟਸ ਨੂੰ ਚਲਾਉਂਦੇ ਆ। ਮੈਂ ਇਹ ਸਮਝਦਾ ਹਾਂ ਕਿ ਉਹਨਾਂ ਤੋਂ ਬਾਅਦ, ਜੇ ਪੋਲੀਟੀਕਲ ਬੰਦਿਆਂ ਤੋਂ ਬਾਅਦ ਕੋਈ ਵੀ ਚੀਜ਼ ਇੰਪੋਰਟੈਂਟ ਹੈ ਤਾਂ ਉਹ ਸਾਡੇ ਐਜੂਕੇਸ਼ਨਿਸਟ ਹੈ, ਸਿੱਖਿਆ ਸ਼ਾਸਤਰੀ ਹੈ। ਸਾਡੇ ਸਿੱਖਿਆ ਸ਼ਾਸਤਰੀ ਜੇ ਚਾਹਣ, ਜੇ ਉਹਨਾਂ ਦੇ ਮੁਤਾਬਕ ਸਿੱਖਿਆ ਚੱਲਦੀ ਹੋਵੇ ਤਾਂ ਉਹ ਇਹਨਾਂ ਪੋਲੀਟੀਸ਼ੀਅਨ ਨੂੰ ਵੀ ਓਵਰਕਮ ਕਰ ਸਕਦੇ ਆ, ਉਹ ਇਹਨਾਂ ਪੋਲੀਟੀਸ਼ੀਅਨ ਨੂੰ ਵੀ ਜਿਹੜਾ ਹੈਗਾ ਉਹ ਚੇਂਜ ਕਰ ਸਕਦੇ ਆ। ਇਹ ਗੱਲ ਨੂੰ ਪੋਲੀਟੀਸ਼ੀਅਨ ਚੰਗੀ ਤਰ੍ਹਾਂ ਜਾਣਦੇ ਆ ਉਹ ਇਹ ਗੱਲ ਨੂੰ। ਇਸੇ ਕਰਕੇ ਉਹਨਾਂ ਨੂੰ ਪਤਾ ਹੈ ਕਿ ਜੇ ਇਹਨਾਂ ਨੇ ਸਿਸਟਮ ਨੂੰ, ਜੋ ਸਾਡੇ ਸਿੱਖਿਆ ਦੇ ਨਿਸ਼ਾਨੇ ਹੈ, ਜੇਕਰ ਉਸ ਤਰੀਕੇ ਨਾਲ ਹੀ ਚੱਲ ਪਏ, ਜਿਵੇਂ ਜੇ ਸਿੱਖਿਆ ਨੇ ਲੋਕਾਂ ਦੇ ਵਿੱਚ ਡਿਵੈਲਪਮੈਂਟ ਆਫ ਸਾਇੰਟੀਫਿਕ ਥਿੰਕਿੰਗ ਐਂਡ ਐਟੀਟਿਊਡ ਪੈਦਾ ਕਰਤਾ, ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਤਾ, ਤਾਂ ਇਹਨਾਂ ਲੋਕਾਂ ਨੂੰ ਪਤਾ ਹੈ ਵੀ ਇਹ ਧਰਮ ਦੇ ਨਾਂ ਤੇ ਵੋਟਾਂ ਲੈਂਦੇ ਆ। ਜੇਕਰ ਲੋਕ ਵਿਗਿਆਨਕ ਸੋਚ ਦੇ ਧਾਰਨੀ ਬਣ ਗਏ, ਹਰ ਗੱਲ ਦਾ ਫੈਸਲਾ ਸੋਚ ਕੇ, ਸਮਝ ਕੇ, ਪਰਖ ਕੇ ਲੈਣ ਲੱਗ ਗਏ, ਤਾਂ ਇਹ ਤਾਂ ਸਾਨੂੰ ਬਦਲ ਦੇਣਗੇ। ਅਸੀਂ ਧਰਮ ਦੇ ਨਾਂ ਤੇ ਲੋਕਾਂ ਨੂੰ ਵੋਟਾਂ ਲੈਣੀਆਂ ਹੈਗੀਆਂ ਕਿ ਅਸੀਂ ਜਿਹੜੀਆਂ ਥਾਲੀਆਂ ਖੜਕਾ ਕੇ ਆਏ ਸਾਡੇ ਮਗਰ ਲੱਗੋ, ਉਹ ਜਿਸ ਤਰੀਕੇ ਦਾ ਸਿਸਟਮ ਉਹਨਾਂ ਨੇ ਬਣਾਇਆ ਵਾ, ਉਹ ਇਸੇ ਕਰਕੇ ਸਿੱਖਿਆ ਸ਼ਾਸਤਰੀਆਂ ਦੇ ਮੁਤਾਬਕ ਨਹੀਂ ਚੱਲਦੇ। ਜਿਵੇਂ ਅੰਗਰੇਜ਼ਾਂ ਨੇ ਆਉਂਦੇ ਹੀ ਇਹ ਗੱਲ ਸਮਝ ਲਈ ਸੀ, ਜਿਵੇਂ ਮੁਗਲਾਂ ਨੇ ਆਉਂਦੇ ਹੀ ਇਹ ਗੱਲ ਸਮਝ ਲਈ ਸੀ, ਉਵੇਂ ਹਿੰਦੁਸਤਾਨ ਦੇ ਸਿਆਸਤਦਾਨਾਂ ਨੇ ਵੀ ਇਹ ਗੱਲ ਸਮਝ ਲਈ ਹੈ ਕਿ ਜੇਕਰ ਅਸੀਂ ਲੋਕਾਂ ਤੇ ਰਾਜ ਕਰਨਾ ਹੈ, ਲੋਕਾਂ ਤੇ ਇਸੇ ਤਰੀਕੇ ਨਾਲ ਆਪਦਾ ਕਬਜ਼ਾ ਬਰਕਰਾਰ ਰੱਖਣਾ ਹੈ, ਤਾਂ ਜ਼ਰੂਰੀ ਹੈ ਕਿ ਸਿੱਖਿਆ ਨੂੰ ਅਸੀਂ ਆਪਦੇ ਮੁਤਾਬਕ ਚਲਾਈਏ, ਨਾ ਕਿ ਸਿੱਖਿਆ ਸ਼ਾਸਤਰੀਆਂ ਦੇ ਮੁਤਾਬਕ ਚਲਾਈਏ। ਜੇ ਸਿੱਖਿਆ ਸ਼ਾਸਤਰੀ ਸਾਡੀ, ਅਸੀਂ ਕਹਿੰਦੇ ਆ ਕਿ ਸਾਡੀ ਜਿਹੜੀ ਐਜੂਕੇਸ਼ਨ ਹੈ, ਦੁਨੀਆ ਦੇ ਵਿੱਚ ਇਹ ਗੱਲ ਮਸ਼ਹੂਰ ਹੈ ਕਿ ਜਿੰਨੇ ਲੋਕ ਐਜੂਕੇਟਡ ਹੈਗੇ, ਜਿੰਨਾ ਕੋਈ ਦੇਸ਼ ਪੜ੍ਹਿਆ ਲਿਖਿਆ ਹੈਗਾ, ਉਹਨਾਂ ਹੀ ਜਿਹੜਾ ਹੈਗਾ ਉਹ ਦੇਸ਼ ਡਿਵੈਲਪ ਕਰੂਗਾ, ਉਹਨਾਂ ਹੀ ਉਹ ਦੇਸ਼ ਤਰੱਕੀ ਕਰੂਗਾ। ਜੇ ਅਸੀਂ ਇਹ ਗੱਲ ਕਹੀਏ ਤਾਂ ਫਿਰ ਹਿੰਦੁਸਤਾਨ ਦੇ ਵਿੱਚ ਹੁਣ ਸਾਡੀ ਜਿਹੜਾ ਲਿਟਰੇਸੀ ਰੇਟ ਹੈ ਮੋਰ ਦੈਨ 85% ਹੈ। ਸਾਡੇ ਸਭ ਤੋਂ ਵੱਧ ਦੇਸ਼ ਦੇ ਵਿੱਚ ਡਾਕਟਰਸ ਪੈਦਾ ਕੀਤੇ ਜਾਂਦੇ, ਇੰਜੀਨੀਅਰਸ ਪੈਦਾ ਕੀਤੇ ਜਾਂਦੇ ਆ,
ਜਿਹੜੇ ਹੈਗੇ ਆ ਅਲੱਗ-ਅਲੱਗ ਕਿਸਮ ਦੇ ਲੋਕ ਜਿਹੜੇ ਹੈਗੇ ਟੈਕਨੀਸ਼ੀਅਨ ਪੈਦਾ ਕੀਤੇ ਜਾਂਦੇ ਆ, ਪਰ ਸਾਡਾ ਦੇਸ਼ ਅੱਜ ਕਿੱਥੇ ਜਾ ਕੇ ਖੜਾ ਹੈ? ਅੱਜ ਅਸੀਂ ਰੁਜ਼ਗਾਰ ਵਾਸਤੇ ਉਹਨਾਂ ਲੋਕਾਂ ਦੇ ਕੋਲ ਹੀ ਅਪਰੋਚ ਕਰਦੇ ਆ, ਅਮਰੀਕਾ ਜਾਂਦੇ ਆ, ਕੈਨੇਡਾ ਜਾਂਦੇ ਆ, ਇੰਗਲੈਂਡ ਜਾਂਦੇ ਆ, ਆਸਟ੍ਰੇਲੀਆ ਜਾਂਦੇ ਆ, ਅਸੀਂ ਛੋਟੇ-ਛੋਟੇ ਦੇਸ਼ਾਂ ਦੇ ਵੱਲ ਭੱਜ ਰਹੇ ਹਾਂ। ਜੇ ਸਾਡੀ ਸਿੱਖਿਆ, ਜੇ ਅਸੀਂ ਕਹਿੰਦੇ ਆ ਕਿ ਸਿੱਖਿਆ ਐਡਾ ਪਾਵਰਫੁਲ ਟੂਲ ਹੈ ਕਿ ਇਹ ਸਾਰਾ ਕੁਝ ਕਰ ਸਕਦੀ ਹੈ, ਤਾਂ ਫਿਰ ਅੱਜ ਸਾਡੀ ਇਹ ਸਥਿਤੀ ਕਿਉਂ ਹੈ? ਉਹ ਇਸ ਕਰਕੇ ਹੈ ਕਿ ਪਾਵਰਫੁਲ ਟੂਲ, ਕੋਈ ਡਾਊਟ ਨਹੀਂ ਕਿ ਐਜੂਕੇਸ਼ਨ ਜਿੰਨਾ ਪਾਵਰਫੁਲ ਟੂਲ ਦੁਨੀਆ ਦੇ ਵਿੱਚ ਕੋਈ ਨਹੀਂ, ਪਰ ਜੇ ਸਹੀ ਮਾਇਨੇ ਦੇ ਵਿੱਚ, ਹੁਣ ਅਸੀਂ ਇੱਕ ਮਜ਼ਦੂਰ ਦੀ ਗੱਲ ਕਰਦੇ ਹਾਂ, ਇੱਕ ਮਜ਼ਦੂਰ ਤੋਂ ਵੱਧ ਕੋਈ ਮਿਹਨਤ ਕਰ ਸਕਦਾ, ਪਰ ਉਹ 350 ਰੁਪਏ ਦਿਹਾੜੀ, 300 ਰੁਪਏ ਦਿਹਾੜੀ 'ਚ ਹੀ ਸਾਰੀ ਉਮਰ ਰਹਿ ਜਾਂਦਾ ਹੈ, ਕਿਉਂਕਿ ਉਹ ਸਿਰਫ ਮਜ਼ਦੂਰੀ ਕਰਨਾ ਜਾਣਦਾ ਹੈ, ਪਰ ਮਜ਼ਦੂਰੀ ਕਿਸ ਡਾਇਰੈਕਸ਼ਨ ਦੇ ਵਿੱਚ ਕਰਨੀ ਹੈ ਉਹਨੂੰ ਨਹੀਂ ਪਤਾਗਾ। ਉਹਦਾ ਨਾਲ ਦਾ ਸਾਥੀ ਜਿਹੜਾ ਮਿਸਤਰੀ ਦਾ ਕੰਮ ਕਰਦਾ ਹੈ, ਉਹ ਉਹਦੇ ਨਾਲ ਥੋੜਾ ਜਿਹਾ ਵੱਧ ਜਿਹੜਾ ਹੈਗਾ ਲੈਵਲ ਤੇ ਜਾਂਦਾ ਹੈਗਾ, ਉਹ 550 600 ਰੁਪਏ ਦਿਹਾੜੀ ਲਈ ਜਾਂਦਾ ਹੈ। ਜਿਹੜਾ ਇੱਕ ਇੰਜੀਨੀਅਰ ਹੈਗਾ ਜਿਹਨੂੰ ਪੂਰੀ ਇਹਦੀ ਨੌਲੇਜ ਹੈਗੀ ਹੈ, ਉਹ ਨਕਸ਼ਾ ਬਣਾਉਣ ਦੇ 10-10, 20-20, 30-30 ਹਜ਼ਾਰ ਰੁਪਇਆ ਲੈ ਲੈਂਦੇ ਆ, ਕੰਸਟਰਕਸ਼ਨ ਕਰਾਉਣ ਦੇ ਲੱਖਾਂ ਰੁਪਏ ਲੈ ਲੈਂਦੇ ਆ। ਉਹ ਤਾਂ ਕੱਲੀ ਲੇਬਰ ਕਰਨੀ, ਮਜ਼ਦੂਰੀ ਕਰਨੀ ਆਪਣੇ ਆਪ ਦੇ ਵਿੱਚ ਕੋਈ ਮੀਨਿੰਗ ਨਹੀਂ ਰੱਖਦੀ। ਐਜੂਕੇਸ਼ਨ ਆਪਦੇ ਆਪ ਵਿੱਚ ਕੋਈ ਅਰਥ ਨਹੀਂ ਰੱਖਦੀ ਜੇ ਉਹ ਡਾਇਰੈਕਸ਼ਨ ਲੈਸ ਹੈ, ਜੇ ਉਹਦੇ ਚ ਪ੍ਰੋਪਰ ਡਾਇਰੈਕਸ਼ਨ ਨਹੀਂ ਹੈ, ਤਾਂ ਉਸ ਸਿੱਖਿਆ ਦਾ ਕੋਈ ਅਰਥ ਨਹੀਂ ਰਹਿ ਜਾਂਦਾਗਾ। ਜੋ ਸਾਡੇ ਹਿੰਦੁਸਤਾਨ ਦੇ ਵਿੱਚ ਅੱਜ ਵਾਪਰ ਰਿਹਾ ਹੈਗਾ ਕਿ ਅਸੀਂ ਐਜੂਕੇਸ਼ਨ ਵੀ ਲੈ ਰਹੇ ਹਾਂ, ਇੰਨੇ ਲੋਕ ਪੜ੍ਹ ਲਿਖ ਵੀ ਰਹੇ ਆ, ਪਰ ਸਾਡੇ ਜਿਉਂ-ਜਿਉਂ ਲੋਕ ਪੜ੍ਹ ਰਹੇ ਆ, ਤਿਉਂ-ਤਿਉਂ ਵੱਧ ਜਿਹੜੀ ਹੈਗੀ ਹੈ ਉਹ ਬੇਰੁਜ਼ਗਾਰੀ ਜਿਹੜੀ ਪੈਦਾ ਹੋ ਰਹੀ ਹੈ। ਕਿਉਂ ਪੈਦਾ ਹੋ ਰਹੀ ਹੈ? ਕਿਉਂਕਿ ਅਸੀਂ ਐਜੂਕੇਸ਼ਨ ਨੂੰ ਸਮਝ ਹੀ ਨਹੀਂ ਰਹੇ। ਜਿਹੜੀ ਐਜੂਕੇਸ਼ਨ ਨੂੰ ਜਿਨ੍ਹਾਂ ਲੋਕਾਂ ਨੇ ਸਮਝਣਾ ਹੈ, ਜਿਨ੍ਹਾਂ ਨੂੰ ਅਸੀਂ ਸਿੱਖਿਆ ਸ਼ਾਸਤਰੀ ਕਹਿ ਦਿੰਦੇ ਹਾਂ, ਅਸੀਂ ਉਹਨਾਂ ਲੋਕਾਂ ਨੂੰ ਇਗਨੋਰ ਕੀਤਾ ਵਾ। ਮੈਂ ਤੁਹਾਨੂੰ ਦੱਸਦਾ ਵੀ ਅੱਜ ਵੀ ਸਿੱਖਿਆ ਦੇ ਡਿਸੀਜ਼ਨ, ਜੇ ਪੰਜਾਬ ਦੇ ਵਿੱਚ ਵੇਖੋ, ਇੱਕ ਬਿਊਰੋਕਰੈਟ ਬੰਦਾ ਜਿਹੜਾ ਹੈਗਾ, IAS ਬੰਦਾ ਹੈਗਾ, ਐਜੂਕੇਸ਼ਨ ਦੇ ਸਾਰੇ ਡਿਸੀਜ਼ਨ ਉਹ ਲੈ ਰਿਹਾ। ਮੈਂ ਜਿਹੜੀਆਂ ਹੈਗੀਆਂ 13 ਟੈਕਸਟ ਬੁੱਕ ਲਿਖੀਆਂ, ਜਿਹੜੀਆਂ ਕਿ 25-30 ਸਾਲ ਟੀਚਰ ਟ੍ਰੇਨਿੰਗ ਇੰਸਟੀਟਿਊਸ਼ਨ ਦੇ ਵਿੱਚ ਲੱਗੀਆਂ ਰਹੀਆਂ, ਅੱਜ ਵੀ ਕੰਪੀਟੀਸ਼ਨ ਦੀਆਂ ਬੁੱਕਸ ਜਿਹੜੀਆਂ ਉਹਦੇ ਵਿੱਚ ਲੱਗਦੀਆਂ। ਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਜਿੱਥੇ ਪੁਸਤਕਾਂ ਲਿਖੀਆਂ ਜਾਂਦੀਆਂ, ਅਸਲ 'ਚ ਸਾਡਾ ਸਿਸਟਮ ਕਿੱਥੋਂ ਸ਼ੁਰੂ ਹੁੰਦਾ ਹੈ? ਗਲਤ ਪੁਸਤਕਾਂ ਤੋਂ ਹੀ ਸ਼ੁਰੂ ਹੁੰਦਾ ਸਾਡਾ, ਕਿਉਂਕਿ ਪੁਸਤਕਾਂ ਲਿਖਣ ਵਾਲਿਆਂ ਨੂੰ ਪਤਾ ਹੀ ਨਹੀਂ ਕਿ ਸਾਡੇ ਐਜੂਕੇਸ਼ਨ ਦੇ ਏਮਸ ਕੀ ਹੈ। ਜਦੋਂ ਤੱਕ ਉਹਨਾਂ ਨੂੰ ਸਾਡੀ ਸਿੱਖਿਆ ਦੇ ਉਦੇਸ਼ ਨਹੀਂ ਪਤਾ, ਤੇ ਕਿਤਾਬਾਂ ਲਿਖਣਗੇ ਕੀ? ਅੱਜ ਵੀ ਅਸੀਂ ਕਿਤਾਬਾਂ ਲਿਖਣ ਵੇਲੇ ਅਸੀਂ ਜਿਹੜੇ ਕੋਈ ਚੈਪਟਰ ਅਸੀਂ ਕਹਿ ਦਿੰਦੇ ਆ ਵੀ ਚਲੋ ਇੱਕ ਚੈਪਟਰ ਆਹ ਪਾ ਦਿਓ, ਇੱਕ ਚੈਪਟਰ ਆਹ ਪਾ ਦਿਓ, ਇੱਕ ਚੈਪਟਰ ਆਹ ਪਾ ਦਿਓ, ਕਿਉਂਕਿ ਸਾਨੂੰ ਪਤਾ ਨਹੀਂ ਕਿ ਅਸੀਂ ਚੈਪਟਰ ਸਿਲੈਕਟ ਕਿਹੋ ਜਿਹੇ ਕਰਨੇ ਆ, ਸਾਡੀ ਸਿੱਖਿਆ ਦੇ ਉਦੇਸ਼ ਕੀ ਹੈ। ਇਹੀ ਕਾਰਨ ਹੈ ਕਿ ਅਸੀਂ ਪੜ੍ਹ ਲਿਖ ਕੇ ਵੀ ਸਾਡੀ ਸਿੱਖਿਆ ਸਾਡੇ ਬੱਚੇ ਨੂੰ ਕਿਸੇ ਪਾਸੇ ਲੈ ਕੇ ਨਹੀਂ ਜਾ ਰਹੀਗੀ। ਤੇ ਕਿਉਂਕਿ ਇਹਨਾਂ ਨੇ ਇੰਨੇ ਸਮੇਂ ਦੇ ਵਿੱਚ, ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੈਂ PhD ਕੀਤੀ ਤੇ ਮੈਨੂੰ ਕਈ ਕੰਟਰੀਜ਼ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਤੇ ਮੈਂ ਆ ਕੇ ਆਪਦੇ PhD ਦੇ ਗਾਈਡ ਨੂੰ, ਡਾਕਟਰ ਕੁਲਵਿੰਦਰ ਸਿੰਘ ਸੀਗੇ ਉੱਥੇ, ਇੱਕ ਡਾਕਟਰ ਕਿਰਨਦੀਪ ਨੇ ਮੈਡਮ, ਮੈਂ ਉਹਨਾਂ ਨੂੰ ਪੁੱਛਿਆ ਕਿ ਮੈਡਮ ਜਦੋਂ ਐਜੂਕੇਸ਼ਨ ਪਾਲਿਸੀਜ਼ ਬਣਾਉਂਦੇ ਆ ਤੇ ਤੁਸੀਂ ਇੰਨੇ ਬੱਚਿਆਂ ਨੂੰ PhD ਕਰਾਈ ਹੈ, ਇੰਨੇ ਲੋਕਾਂ ਨੂੰ ਡਾਕਟਰੇਟ ਕਰਾਈ ਹੈ ਐਜੂਕੇਸ਼ਨ ਦੇ ਵਿੱਚ, ਕੀ ਜਦੋਂ ਕੋਈ ਸਿੱਖਿਆ ਨੀਤੀ ਬਣਦੀ ਹੈ ਅੱਜ ਤੱਕ ਤੁਹਾਨੂੰ ਕੋਈ ਕਦੇ ਪੁੱਛਣ ਆਇਆ ਹੈਗਾ ਕਿ ਸਿੱਖਿਆ ਨੀਤੀ ਦੇ ਵਿੱਚ ਵੀ ਕੀ ਤੁਹਾਡੀਆਂ ਰਿਸਰਚਸ ਕੀ ਕਹਿੰਦੀਆਂ ਕਿ ਟੀਚਰ ਟ੍ਰੇਨਿੰਗ ਸਾਡੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਬੱਚੇ ਕਿਹੋ ਜਿਹੇ ਹੋਣੇ ਚਾਹੀਦੇ ਆ, ਬੱਚਿਆਂ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੀਦਾ ਹੈ? ਉਹ ਕਹਿੰਦੇ ਭੰਡਾਰੀ ਸਾਹਿਬ, ਤੁਹਾਨੂੰ ਹੈਰਾਨਗੀ ਹੋਊਗੀ ਕਿ ਅੱਜ ਤੱਕ ਸਾਡੀ ਪੰਜਾਬੀ ਯੂਨੀਵਰਸਿਟੀ ਜਾਂ ਚੰਡੀਗੜ੍ਹ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਕਦੇ ਵੀ ਕਿਸੇ ਨੇ ਜਿਹੜਾ ਹੈਗਾ ਸਿੱਖਿਆ ਪ੍ਰਣਾਲੀ ਬਣਾਉਣ ਵਾਸਤੇ, ਸਿੱਖਿਆ ਬਣਾਉਣ ਵਾਸਤੇ, ਪਾਲਿਸੀਜ਼ ਬਣਾਉਣ ਵਾਸਤੇ ਸਾਨੂੰ ਅੱਜ ਤੱਕ ਕਦੇ ਪੁੱਛਿਆ ਹੀ ਨਹੀਂ ਵੀ ਤੁਸੀਂ ਸਿੱਖਿਆ ਦੇ ਵਿੱਚ ਕਿਹੜੀਆਂ ਖੋਜਾਂ ਕੀਤੀਆਂ। ਸਾਡੇ ਕੋਲ ਪੁਲਿਸ ਡਿਪਾਰਟਮੈਂਟ ਵਾਲੇ ਤਾਂ ਕਈ ਵਾਰ ਆਏ ਆ ਕਿ ਜਿਹੜਾ ਹੈਗਾ, ਜੇ ਤੁਸੀਂ ਜਿਹੜੇ ਹੈਗੇ ਆ ਬੱਚੇ ਬਾਰੇ ਜਾਂ ਲੇਡੀਜ਼ ਬਾਰੇ ਕੋਈ ਰਿਸਰਚ ਕੀਤੀ ਹੈ ਉਹ ਸਾਨੂੰ ਦਿਓ, ਪਰ ਪੜ੍ਹੇ ਲਿਖੇ ਡਿਪਾਰਟਮੈਂਟ ਨੇ ਸਿੱਖਿਆ ਪ੍ਰਣਾਲੀ ਬਾਰੇ ਕਦੇ ਵੀ ਸਾਡੇ ਨਾਲ ਆ ਕੇ ਕਦੇ ਕੋਈ ਸਲਾਹ ਮਸ਼ਵਰਾ ਨਹੀਂ ਕੀਤਾਗਾ। ਹੁਣ ਡਿਪਾਰਟਮੈਂਟ ਨੂੰ ਪਤਾ ਹੈ ਇੱਕ ਬੰਦੇ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ 20-25 ਸਾਲ ਤੋਂ ਟੀਚਰ ਟ੍ਰੇਨਿੰਗ ਸੰਸਥਾ ਦੇ ਵਿੱਚ ਲੱਗ ਰਹੀਆਂ, SCRT ਦੇ ਵਿੱਚ ਕੰਮ ਕਰ ਰਿਹਾ, ਪਰ ਉਹਨਾਂ ਨੇ ਕਦੇ ਵੀ ਕਿਤਾਬਾਂ ਲਿਖਣ ਵਾਸਤੇ ਵੀ ਲਿਖਣ ਤਾਂ ਦੂਰ ਰਿਹਾ, ਉਹਨਾਂ ਨੇ ਕਦੇ ਸਾਡੇ ਨਾਲ ਕੰਸਲਟ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਪੁਸਤਕਾਂ ਰਿਵਿਊ ਕਰਕੇ ਇੱਥੋਂ ਹਰ ਸਾਲ ਡਾਈਟ ਦੇ ਵਿੱਚੋਂ ਅਸੀਂ ਰਿਵਿਊ ਕਰਕੇ ਭੇਜਦੇ ਰਹੇ ਕਿ ਇਹ ਤੁਹਾਡੇ ਸਿਸਟਮ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਿਤਾਬਾਂ ਉਹਨਾਂ ਦੇ ਵਿੱਚ ਆਹ ਮਿਸਟੇਕ ਹੈ
ਤੇ ਨੰਬਰ 2 ਇਹ ਐਜੂਕੇਸ਼ਨ ਦੇ ਏਮਸ ਨੂੰ ਪੂਰਾ ਨਹੀਂ ਕਰਦੀਆਂ। ਪਰ ਉੱਥੇ ਦੇ ਜਿਹੜੇ ਚੇਅਰਮੈਨ ਹੈਗੇ ਆ, ਜਦੋਂ ਉਹ ਮੈਂਬਰਸ ਲਾਉਂਦੇ ਆ, ਅਕਾਦਮਿਕ ਮੈਂਬਰਸ ਲਾਉਂਦੇ ਆ ਅਕੈਡਮਿਕ ਦੇ, ਤਾਂ ਉਹ ਆਪਦੇ ਰਿਸ਼ਤੇਦਾਰ, ਆਪਦੇ ਲਿਹਾਜ਼ ਵਾਲੇ ਉਹਨਾਂ ਬੰਦਿਆਂ ਨੂੰ ਹੀ ਉੱਥੇ ਮੈਂਬਰ ਨਿਯੁਕਤ ਕਰਦੇ ਆ, ਜਿਹੜੇ ਕਿ ਕਿਤਾਬਾਂ ਜਿਹੜੀਆਂ ਪੁਸਤਕਾਂ ਹੈਗੀਆਂ ਉਹਨਾਂ ਨੂੰ ਜੋ ਮਟੀਰੀਅਲ ਆਉਂਦਾ ਹੈਗਾ ਉਹ ਉਸੇ ਤਰੀਕੇ ਨਾਲ ਛਾਪ ਕੇ ਪੜ੍ਹਾ ਕਰਦੇ ਆ। ਸਿੱਖਿਆ ਦੇ ਆਦੇਸ਼ ਕੁਝ ਹੋਰ ਕਹਿੰਦੇ ਆ, ਪਰ ਕਿਤਾਬਾਂ ਸਾਡੀਆਂ ਕੁਝ ਹੋਰ ਕਹਿੰਦੀਆਂ। ਇੱਕ 5ਵੀਂ ਦੇ ਕਾਇਦੇ ਦੇ ਵਿੱਚ, ਹਿੰਦੀ ਦੇ ਕਾਇਦੇ ਦੇ ਵਿੱਚ ਮੈਂ ਪੜ੍ਹਿਆ, ਉਹਦੇ ਵਿੱਚ ਲਿਖਿਆ ਸੀ ਜੇਕਰ ਅਸੀਂ ਵਾਤਾਵਰਨ ਨੂੰ ਸ਼ੁੱਧ ਕਰਨਾ ਚਾਹੁੰਦੇ ਆ ਤਾਂ ਸਾਨੂੰ ਜਿਹੜਾ ਹੈਗਾ ਰਿਸ਼ੀਆਂ ਮੁਨੀਆਂ ਤੋਂ ਯੱਗ ਕਰਵਾਉਣੇ ਚਾਹੀਦੇ ਆ। ਤੇ ਇੱਕ ਹਿੰਦੀ ਦੇ ਕਾਇਦੇ ਦੇ ਵਿੱਚ, ਹਾਂਜੀ 5ਵੀਂ ਕਲਾਸ ਦੇ ਵਿੱਚ ਇਹ ਚੀਜ਼ਾਂ ਆ ਰਹੀਆਂ ਨੇ ਵਿਗਿਆਨ ਤੋਂ। ਹਾਂਜੀ ਇੱਕ ਥਾਂ ਤੇ ਇਹ ਲਿਖਿਆ ਕਿ ਸਾਡੀ ਐਜੂਕੇਸ਼ਨ ਤਾਂ ਡੇਲੀ ਲਾਈਫ ਦੇ ਨਾਲ ਕੋਰਿਲੇਟ ਹੋਣੀ ਚਾਹੀਦੀ ਹੈ। ਉਹਦੇ ਚ ਹਿੰਦੀ ਦੇ ਕਾਇਦੇ ਚ ਲਿਖਿਆ ਰੈ ਤੋਂ ਉਹਨੇ ਬਣਾਇਆ ਰਥ, ਅੱਗੇ ਲਿਖਿਆ ਰਾਜਕੁਮਾਰ ਰਾਜ ਮਹਿਲ ਸੇ ਰਥ ਪਰ ਸਵਾਰ ਹੋ ਕੇ ਨਿਕਲਾ। ਅੱਛਾ, ਹੁਣ ਅੱਜ ਦੇ ਸਮੇਂ ਦੇ ਵਿੱਚ ਕਿੱਥੇ ਰਾਜ ਮਹਿਲ ਹੈ, ਕਿੱਥੇ ਰਾਜਕੁਮਾਰ ਹੈ ਤੇ ਕਿੱਥੇ ਰੱਥ ਹੈ? ਸਾਡੀ ਐਜੂਕੇਸ਼ਨ ਦੇ ਇਹੀ ਗੱਲਾਂ ਅਸੀਂ ਉਹਨਾਂ ਨੂੰ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਜਿਹੜੀ ਐਜੂਕੇਸ਼ਨ ਦੀ ਕੋਈ ਵੀ ਗੱਲ ਤੁਸੀਂ ਲਿਖਦੇ ਹੋ ਉਹ ਤੁਹਾਡੀ ਲਾਈਫ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ। ਜੇ ਤੁਸੀਂ ਇਸ ਜਿਹੜੀ ਸਿੱਖਿਆ ਹੈਗੀ ਹੈ ਇਹਨੂੰ ਸੁਸਾਇਟੀ ਦੇ ਨਾਲ, ਸਮਾਜ ਦੇ ਨਾਲ, ਹੁਣ ਕੱਲ ਦੀ ਗੱਲ ਹੈ, ਇੱਕ ਮੈਂ ਮੈਸੇਜ ਪੜ੍ਹਿਆ, ਮੇਰੇ ਕਰੀਬੀ ਦੋਸਤ ਹੈ, ਉਹ ਕਹਿੰਦੇ ਵੀ ਮੈਨੂੰ ਨਾ ਪੰਜਾਬੀ ਦੀ ਪੁਸਤਕ ਲਿਖਣ ਵਾਸਤੇ ਉਹਨਾਂ ਨੇ ਕਿਹਾ ਹੈਗਾ ਕਿ 6ਵੀਂ 7ਵੀਂ 8ਵੀਂ ਦੀ ਪੁਸਤਕ ਲਿਖੋ। ਉਹ ਕਹਿੰਦੇ ਵੀ ਤੁਸੀਂ ਆਪਦੀਆਂ ਰਚਨਾਵਾਂ ਭੇਜੋ ਸਾਨੂੰ, ਤੇ ਅਸੀਂ ਉਹਦੇ ਚੋਂ ਸਿਲੈਕਟ ਕਰਕੇ ਉਹਨਾਂ ਨੂੰ ਦੱਸਾਂਗੇ ਵੀ 6ਵੀਂ 7ਵੀਂ 8ਵੀਂ ਦੇ ਵਿੱਚ ਇਹ ਜਿਹੜੀਆਂ ਹੈਗੀਆਂ ਤੁਸੀਂ ਕਵਿਤਾਵਾਂ ਜਾਂ ਜੋ ਰਚਨਾਵਾਂ ਹੈਗੀਆਂ ਉਹ ਪਾਓ। ਮੈਂ ਸਮਝਦਾ ਕਿ ਰਚਨਾਵਾਂ ਜਾਂ ਜੋ ਵੀ ਚੀਜ਼ ਹੈ ਉਹਦਾ ਕੰਮ ਇਕੱਲਾ ਬੱਚੇ ਦੇ ਵਿੱਚ ਐਸਥੈਟਿਕ ਭਾਵਨਾ ਪੈਦਾ ਕਰਨੀ ਹੈ, ਨਹੀਂ। ਸਾਡੀ ਐਜੂਕੇਸ਼ਨ ਦੇ ਜਿਹੜੇ ਏਮਸ ਹੈ ਉਹ ਅਸੀਂ ਕੁਛ ਪੰਜਾਬੀ ਦੇ ਰਾਹੀਂ, ਕੁਛ ਅਸੀਂ ਸਮਾਜਿਕ ਦੀ ਕਿਤਾਬ ਦੇ ਵਿੱਚ, ਕੋਈ ਸਾਇੰਸ ਦੀ ਕਿਤਾਬ ਦੇ ਵਿੱਚ, ਕੋਈ ਮੈਥ ਚ ਪਾ ਕੇ ਅਸੀਂ ਸਿੱਖਿਆ ਦੇ ਏਮ ਜਿਹੜੇ ਹੈਗੇ ਆ ਉਹ ਅਸੀਂ ਪ੍ਰਾਪਤ ਕਰਨੇ ਆ। ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਸਿੱਖਿਆ ਦੇ ਏਮ ਕੀ ਹੈ। ਮੈਂ ਸਮਝਦਾ, ਮੈਂ ਇਹੀ ਗੱਲ ਪੁੱਛਣਾ ਚਾਹੁੰਦਾ ਸੀ ਤੁਹਾਡੇ ਕੋਲ। ਹਾਂਜੀ, ਮੈਂ ਇਹ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਜੇ ਤੁਸੀਂ ਗਿਣਤੀ ਦੇ 10 ਬੰਦੇ ਕਹੋ ਨਾ, 10 ਬੰਦਿਆਂ ਨੂੰ ਵੀ ਸਾਡੀ ਸਿੱਖਿਆ ਦੇ ਏਮ ਨਹੀਂ ਪਤਾ। ਇਸੇ ਕਰਕੇ ਸਾਡੀਆਂ ਕਿਤਾਬਾਂ, ਸਾਡਾ ਸਿਸਟਮ ਸਾਰਾ ਫੇਲ ਹੋਇਆ ਵਾ। ਅਸੀਂ ਨਾ ਮਤਲਬ 10 ਕੋਰ ਕੰਪੋਨੈਂਟਸ ਅਸੀਂ ਅਸਲ ਦੇ ਵਿੱਚ ਏਮਸ ਲੈਨੇ ਕਿੱਥੋਂ ਹੈ? ਅਸੀਂ ਆਪਦੀ ਸੁਸਾਇਟੀ ਦੇ ਵਿੱਚੋਂ ਏਮਸ ਲੈਨੇ ਆ ਕਿ ਸਾਡੀ ਸਿੱਖਿਆ ਦੇ ਉਦੇਸ਼, ਜੋ ਸਾਡੀ ਸੁਸਾਇਟੀ ਦੇ ਸਮਾਜ ਦੇ ਵਿੱਚ ਜੋ ਸਮੱਸਿਆਵਾਂ ਸਾਡੇ ਨਜ਼ਰ ਆਉਂਦੀਆਂ ਸਾਹਮਣੇ, ਅਸੀਂ ਉਹਨਾਂ ਨੂੰ ਦੂਰ ਕਰਨਾ। ਸਿੱਖਿਆ ਦਾ ਏਮ ਇਹ ਹੈ ਕਿ ਸਮਾਜ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਸਾਨੂੰ ਨਜ਼ਰ ਆਉਂਦੀਆਂ ਅਸੀਂ ਉਹਨਾਂ ਸਮੱਸਿਆ ਨੂੰ ਕਿਵੇਂ ਹੱਲ ਕਰਨਾ। ਫਾਰ ਐਗਜ਼ਾਮਪਲ ਸਾਡਾ ਸਿੱਖਿਆ ਦਾ ਪਹਿਲਾ ਏਮ ਹੈਗਾ ਜੰਗੇ ਆਜ਼ਾਦੀ ਦੇ ਇਤਿਹਾਸ ਬਾਰੇ ਜਾਣਕਾਰੀ। ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਉਦੋਂ ਡਿਵੈਲਪ ਕਰੂਗਾ ਜੇ ਸਾਡੇ ਬੱਚਿਆਂ ਦੇ ਵਿੱਚ ਨੈਸ਼ਨਲਿਜ਼ਮ ਦਾ ਜਜ਼ਬਾ ਭਰਿਆ ਹੋਊਗਾ। ਉਹ ਦੇਸ਼ ਭਗਤੀ ਦੀਆਂ ਅਸੀਂ ਉਹਨਾਂ ਨੂੰ ਆਪਦੇ ਗੀਤ, ਆਪਦੀਆਂ ਕਵਿਤਾਵਾਂ ਇਸ ਤਰੀਕੇ ਦੀਆਂ ਭਰੀਏ ਕਿ ਉਹਨਾਂ ਦੇ ਵਿੱਚ ਦੇਸ਼ ਪ੍ਰਤੀ ਜਜ਼ਬਾ ਪੈਦਾ ਹੋਵੇ, ਤੇ ਅਸੀਂ ਉਹਨਾਂ ਨੂੰ ਸਮਾਜਿਕ ਦੇ ਵਿੱਚ, ਸਾਇੰਸ ਦੇ ਵਿੱਚ ਤਾਂ ਨਹੀਂ, ਅਸੀਂ ਚਲੋ ਸਮਾਜਿਕ, ਪੰਜਾਬੀ, ਹਿੰਦੀ, ਉਹਨਾਂ ਦੇ ਵਿੱਚ ਇਹੋ ਜਿਹੇ ਪਾਠ ਪੜ੍ਹਾਈਏ ਜਿਵੇਂ ਸਾਰਾ ਗੜੀ ਦੀ ਲੜਾਈ ਅਸੀਂ ਗੱਲ ਕਰਦੇ ਹਾਂ, ਮੁਦਕੀ ਦੀ ਲੜਾਈ ਦੀ ਅਸੀਂ ਗੱਲ ਕਰਦੇ ਹਾਂ, ਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਇਹ ਭਾਵਨਾ ਜਾਵੇ ਕਿ ਇਹ ਜਿਹੜੀ ਆਜ਼ਾਦੀ ਅਸੀਂ ਮਾਣ ਰਹੇ ਹਾਂ ਅੱਜ, ਇਹ ਆਜ਼ਾਦੀ ਬੜੀ ਮੁਸ਼ਕਲ ਦੇ ਨਾਲ ਅਸੀਂ ਪ੍ਰਾਪਤ ਕੀਤੀ ਹੈ, ਇਹਦੇ ਪਿੱਛੇ ਸਾਨੂੰ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ। ਤਾਂ ਉਹਨਾਂ ਦੇ ਵਿੱਚ ਇਹ ਭਾਵਨਾ ਪੈਦਾ ਕਰਨੀ ਸਾਡੀ ਐਜੂਕੇਸ਼ਨ ਦੀ ਪਹਿਲੀ ਲੋੜ ਹੈ। ਦੂਜੀ, ਅਸੀਂ ਕੀ ਸਾਡੀ ਸਮਾਜ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਸਾਨੂੰ ਡੇਰਿਆਂ ਨੇ, ਸਾਨੂੰ ਵਹਿਮਾਂ ਭਰਮਾਂ ਨੇ, ਸਾਨੂੰ ਬਾਬਿਆਂ ਨੇ ਸਾਨੂੰ ਇੱਥੋਂ ਤੱਕ ਲੈ ਗਏ ਹੈ ਕਿ ਸਾਡੀ ਸੁਸਾਇਟੀ ਵਾਸਤੇ ਬਹੁਤ ਵੱਡੀ ਸਮੱਸਿਆ ਖੜੀ ਕਰਤੀ ਹੈ ਉਹਨਾਂ ਨੇ। ਤੇ ਲੋਕ ਜੇ ਅੱਜ ਲੋਕ ਬਿਮਾਰ ਹੁੰਦੇ ਆ, ਇਸੇ ਕਰਕੇ ਬਿਮਾਰ ਹੁੰਦੇ ਆ, ਉਹ ਧਾਗੇ, ਟੂਣਿਆਂ, ਤਬੀਤਾਂ ਦੇ ਵਿੱਚ ਉਹਨਾਂ ਦੇ ਮਗਰ ਫਿਰਦੇ ਰਹਿੰਦੇ ਆ। ਤੇ ਅਸੀਂ ਸਾਡੀ ਸਿੱਖਿਆ ਦੇ ਫਿਰ ਕਿਹਾ ਕਿ ਇਸ ਗੱਲ ਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ। ਤਾਂ ਅਸੀਂ ਸਿੱਖਿਆ ਦਾ ਏਮ ਰੱਖ ਲਿਆ ਕਿ ਅਸੀਂ ਬੱਚਿਆਂ ਦੇ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨਾ। ਹੁਣ ਅਸੀਂ ਦੇਖੋ, ਵਿਗਿਆਨਕ ਦ੍ਰਿਸ਼ਟੀਕੋਣ ਅਸੀਂ ਬੱਚਿਆਂ ਦੇ ਵਿੱਚ ਕਿਵੇਂ ਪੈਦਾ ਕਰਾਂਗੇ? ਅਸੀਂ ਜਦੋਂ ਵਿਗਿਆਨਕ ਦ੍ਰਿਸ਼ਟੀਕੋਣ ਦਾ ਮਤਲਬ ਇਹ ਹੁੰਦਾ ਕਿ ਹਰ ਇੱਕ ਗੱਲ ਨੂੰ ਅਸੀਂ ਸੋਚ ਕੇ, ਸਮਝ ਕੇ, ਪਰਖ ਕੇ ਫੈਸਲਾ ਲੈਣ ਦੇ ਯੋਗ ਬਣਾਉਣਾ।
ਅਸੀਂ ਜਦੋਂ ਬੱਚੇ ਨੂੰ ਸਕੂਲ ਦੇ ਵਿੱਚ ਜਾਂਦੇ ਆ ਤੇ ਜਾਂਦੇ ਸਾਰ ਹੀ ਅਸੀਂ ਇਹ ਕਹਿੰਦੇ ਆ ਉਹਨੂੰ, ਅਸੀਂ ਜਿਹੜਾ ਹੈਗਾ ਇਹਦੇ ਤੋਂ ਧਾਰਮਿਕ ਗਾਣਿਆਂ ਤੋਂ ਅਸੀਂ ਸ਼ੁਰੂ ਕਰਾਉਨੇ ਆ। ਅਸੀਂ ਰੱਬ ਦੀ ਉਸਤਤੀ ਜਿਹੜੀ ਹੈਗੀ ਆ ਉਹਦੇ ਤੋਂ ਸ਼ੁਰੂ ਕਰਾਉਨੇ ਆ ਕਿ ਜੋ ਕੁਝ ਕਰਨਾ ਪਰਮਾਤਮਾ ਨੇ ਕਰਨਾ ਹੈ, ਮਨੁੱਖ ਕੁਝ ਨਹੀਂ ਕਰ ਸਕਦਾ। ਅਸੀਂ ਪਹਿਲਾਂ ਸ਼ੁਰੂ ਇੱਥੋਂ ਕਰਦੇ ਆ ਕੰਮ। ਤੇ ਜਦੋਂ ਬੱਚਾ ਸੁਸਾਇਟੀ ਦੇ ਵਿੱਚ ਜਾਂਦਾ ਹੈ ਤਾਂ ਵੀ ਅਸੀਂ ਵੇਖਦੇ ਆ, ਜਦੋਂ ਬੱਚਾ ਵੱਡਾ ਹੋ ਕੇ ਵਿਚਰਦਾ ਹੈ ਤਾਂ ਜਾਂ ਅਸੀਂ ਵਿਆਹ ਤੇ ਜਾਂਦੇ ਆ ਤਾਂ ਕਹਿ ਦਿੰਦੇ ਉਹ ਲਾਵਾਂ ਫੇਰੇ ਤੇ ਗਏ ਵੇ ਆ, ਤੇ ਜਾਂ ਜੇ ਅਸੀਂ ਮਰਨ ਦੇ ਭੋਗ ਤੇ ਜਾਂਦੇ ਆ ਤਾਂ ਅਸੀਂ ਉੱਥੇ ਮੱਥੇ ਟੇਕਦੇ ਆ। ਤੇ ਜਦੋਂ ਬੱਚਾ ਘਰਾਂ ਦੇ ਵਿੱਚ ਅਸੀਂ ਵੇਖਦੇ ਆ, ਘਰਾਂ ਦੇ ਵਿੱਚ ਸਾਡੀਆਂ ਧਾਰਮਿਕ ਤਸਵੀਰਾਂ ਲੱਗੀਆਂ ਚਾਰੇ ਪਾਸੇ, ਬੱਚਾ ਘਰ ਦੇ ਵਿੱਚ ਵੀ ਜਿਹੜਾ ਹੈਗਾ ਧਾਰਮਿਕ ਤਸਵੀਰਾਂ ਨੂੰ ਮੱਥਾ ਟੇਕਦਾ ਫਿਰਦਾ ਰਹਿੰਦਾ। ਜਦੋਂ ਸਕੂਲ ਦੇ ਵਿੱਚ ਜਾਂਦਾ ਉੱਥੇ ਵੀ ਉਹੀ ਕੁਛ ਕਰਦਾ ਹੈ, ਤੇ ਜੇ ਉਹ ਕਿਤੇ ਜਿਹੜਾ ਹੈਗਾ ਸਮਾਜ ਦੇ ਵਿੱਚ ਜਾਂਦਾ ਉੱਥੇ ਵੀ ਇਹੀ ਸਾਰਾ ਕੁਛ ਕਰਦਾ ਹੈ। ਤੇ ਅਸੀਂ ਜਦੋਂ ਹਰ ਪਾਸੇ ਬੱਚੇ ਨੂੰ ਇਹੀ ਗੱਲ ਅਸੀਂ ਬਣਾਤੀ ਕਿ ਉਹਨੇ ਇਹੀ ਗੱਲਾਂ ਕਰਨੀਆਂ, ਤੇ ਉਹਦੇ ਚ ਵਿਗਿਆਨਕ ਦ੍ਰਿਸ਼ਟੀਕੋਣ ਕਿਵੇਂ ਆਊਗਾ? ਈਵਨ ਕਿ ਸਾਡੇ ਅਧਿਆਪਕਾਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਨਹੀਂ ਹੈ, ਉਹ ਆਪ ਜਿਹੜੇ ਹੈਗੇ ਆ ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹਦੇ ਨਾਲ ਬੱਚੇ ਦੇ ਜਿਹੜੇ ਸਾਡੇ ਸਿੱਖਿਆ ਦਾ ਏਮ ਅਸੀਂ ਲੈ ਕੇ ਚੱਲੇ ਸੀਗੇ ਵੀ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਲੈ ਕੇ ਜਾਣਾ ਹੈ, ਅਸੀਂ ਉਹਨਾਂ ਵਹਿਮਾਂ ਭਰਮਾਂ ਤੋਂ ਦੂਰ ਲਿਜਾ ਹੀ ਨਹੀਂ ਸਕੇ ਬੱਚੇ ਨੂੰ। ਅਸੀਂ ਤਾਂ ਆਪ ਸਗੋਂ ਹਰ ਗੱਲ ਦੇ ਵਿੱਚ ਅਸੀਂ ਉਹਨਾਂ ਨੂੰ ਰੱਬ ਦੇ ਨੇੜੇ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਕਰਕੇ ਸਿੱਖਿਆ ਦੇ ਏਮ ਜਿਹੜੇ ਹੈਗੇ ਆ ਉਹ ਪੋਲੀਟੀਸ਼ੀਅਨ, ਸਿਆਸਤਦਾਨਾਂ ਦੀ ਲੋੜ ਨੂੰ ਪੂਰਾ ਨਹੀਂ ਕਰਦੇ। ਜੇ ਅਸੀਂ ਉਹਨਾਂ ਨੂੰ ਪਤਾ ਇਹ ਗੱਲ ਵੀ ਜੇ ਇਹਨਾਂ ਨੇ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਤਾ ਤਾਂ ਅਸੀਂ ਜਿਹੜੀਆਂ ਵੋਟਾਂ ਲੈਣੀਆਂ ਸਾਨੂੰ ਉਸ ਤਰੀਕੇ ਦੀਆਂ ਵੋਟਾਂ ਨਹੀਂ ਮਿਲਣੀਆਂ। ਅਗਲੀ ਗੱਲ, ਅਸੀਂ ਵੇਖਦੇ ਹਾਂ ਕਿ ਸਾਡੀ ਸਮਾਜ ਦੇ ਵਿੱਚ ਲੜਕੇ ਤੇ ਲੜਕੀ ਦੇ ਵਿੱਚ ਸੈਕਸ ਇਕੁਐਲਿਟੀ ਹੈ ਨਹੀਂ। ਅਸੀਂ ਵੇਖਦੇ ਹਾਂ ਕਿ ਔਰਤਾਂ ਦੇ ਨਾਲ ਬੜੇ ਜ਼ੁਲਮ ਕੀਤੇ ਜਾਂਦੇ ਆ, ਧੱਕੇ ਕੀਤੇ ਜਾਂਦੇ ਆ। ਤਾਂ ਸਾਡੀ ਐਜੂਕੇਸ਼ਨ ਦਾ ਇੱਕ ਏਮ ਇਹ ਹੈ ਕਿ ਅਸੀਂ ਸੈਕਸ ਇਕੁਐਲਿਟੀ ਪੈਦਾ ਕਰਨੀ ਹੈ ਕਿ ਲੜਕੇ ਲੜਕੀ ਦੇ ਵਿੱਚ ਕੋਈ ਅੰਤਰ ਨਹੀਂ। ਹੁਣ ਸਾਡੀਆਂ ਕਿਤਾਬਾਂ ਇਹਦੇ ਵੱਲ ਸੇਧਤ ਹੋਣੀਆਂ ਚਾਹੀਦੀਆਂ। ਇਹ ਸਿਰਫ ਸਿੱਖਿਆ ਸ਼ਾਸਤਰੀ ਦੱਸੂਗਾ ਕਿ ਇਹ ਟੌਪਿਕ ਜਿਹੜਾ ਹੈਗਾ ਇਹ ਸੈਕਸ ਇਕੁਐਲਿਟੀ ਨੂੰ ਪੈਦਾ ਕਰਦਾ ਕਿ ਨਹੀਂ ਕਰਦਾ। ਸਾਡੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਕਿ 3 ਆਦਮੀ ਇੱਕ ਜਿਹੜੇ ਹੈਗੇ ਕੰਮ ਨੂੰ 5 ਦਿਨ ਵਿੱਚ ਕਰਦੇ ਆ ਤੇ ਉਹ ਔਰਤਾਂ ਉਸ ਕੰਮ ਨੂੰ 7 ਦਿਨ ਚ ਕਰਦੀਆਂ। ਤਾਂ ਜਦੋਂ ਅਸੀਂ ਇਹੋ ਜਿਹੀ ਕੋਈ ਗੱਲ ਕਰਦੇ ਆ ਤਾਂ ਅਸੀਂ ਹੋਰ ਡਿਸਕ੍ਰਿਮੀਨੇਸ਼ਨ ਪੈਦਾ ਕਰਦੇ ਆ ਕਿ ਔਰਤਾਂ ਜਿਹੜੀਆਂ ਕਮਜ਼ੋਰ ਹੁੰਦੀਆਂ, ਜਿਹੜੇ ਆਦਮੀ ਹੈ ਉਹ ਜ਼ਿਆਦਾ ਤਾਕਤਵਰ ਹੁੰਦੇ ਆ। ਤਾਂ ਅਸੀਂ ਵੇਖੋ, ਜਦੋਂ ਅਸੀਂ ਸੈਕਸ ਇਕੁਐਲਿਟੀ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਵਿੱਚ ਸੈਕਸ ਇਕੁਐਲਿਟੀ ਹੋਣੀ ਚਾਹੀਦੀ ਹੈ, ਤਾਂ ਹੁਣ ਅਸੀਂ ਕਿਤਾਬਾਂ ਦੇ ਵਿੱਚ ਟੌਪਿਕ ਪਾਉਣੇ ਆ ਚੰਗੀਆਂ ਚੰਗੀਆਂ ਲੇਡੀਜ਼ ਬਾਰੇ, ਸਾਡੀਆਂ ਸਪੋਰਟਸ ਪਰਸਨਸ, ਸਾਡੀਆਂ ਜਿਹੜੀਆਂ ਆਈਕੋਨਸ ਹੈਗੀਆਂ, ਅਸੀਂ ਉਹਨਾਂ ਦੇ ਬਾਰੇ ਚ ਅਸੀਂ ਪੜ੍ਹਾਉਣਾ ਕਿ ਔਰਤਾਂ ਵੀ ਉਹੀ ਕੰਮ ਕਰ ਸਕਦੀਆਂ ਜੋ ਆਦਮੀ ਕਰ ਸਕਦੇ। ਇਹ ਸਾਡੀ ਸਿੱਖਿਆ ਦਾ ਏਮ ਹੈ ਤੇ ਅਸੀਂ ਆਰਡਰ ਕਿਤਾਬਾਂ ਦੇ ਵਿੱਚ ਇਹਨਾਂ ਦੇ ਨਾਲ ਦੇ ਅਸੀਂ ਟੌਪਿਕ ਜਿਹੜੇ ਹੈਗੇ ਪੈਦਾ ਕਰਨੇ ਆ। ਹੋਰ ਅਸੀਂ ਦੇਖਦੇ ਹਾਂ ਕਿ ਅਸੀਂ ਸਾਡੇ ਸੰਵਿਧਾਨ ਦੇ ਸਾਡੇ ਨੈਸ਼ਨਲ ਸਿੰਬਲਸ ਹੈਗੇ ਆ। ਅੱਜ ਵੀ ਅਸੀਂ ਜਿਹੜੇ ਨੈਸ਼ਨਲ ਸਿੰਬਲਸ ਹੈ, ਜਿਵੇਂ ਬਹੁਤ ਸਾਰੀਆਂ ਸਟੇਟਾਂ ਸਾਡੇ ਧਾਰਮਿਕ ਜਿਹੜਾ ਹੈਗਾ ਜਿਹੜਾ ਅਸੀਂ ਜਨਗਣ ਮਨ ਨੂੰ ਨਹੀਂ ਮੰਨਦੀਆਂ, ਤੇ ਜਿਹੜੇ ਧਾਰਮਿਕ ਸਾਡੇ ਸਿੰਬਲਸ ਹੈਗੇ ਆ ਨੈਸ਼ਨਲ ਜਿਹੜਾ ਹੈਗਾ ਜਿਹਨੂੰ ਅਸੀਂ ਆਪਾਂ ਕਹਿੰਦੇ ਹਾਂ ਸਾਡਾ ਇੱਕ ਦੇਸ਼ ਦਾ ਜਿਹੜਾ ਤਿਰੰਗਾ ਝੰਡਾ ਹੈਗਾ ਜਾਂ ਸਾਡੇ ਕੌਮੀ ਗੀਤ ਹੈ, ਅਸੀਂ ਉਹਨਾਂ ਦੇ ਬਾਰੇ ਚ ਲੋਕਾਂ ਚ ਰਿਸਪੈਕਟ ਪੈਦਾ ਕਰਨੀ ਹੈ। ਅਸੀਂ ਉਹ ਸਾਡੀ ਸਿੱਖਿਆ ਦਾ ਏਮ ਹੈ। ਅਸੀਂ ਉਹਦੇ ਬਾਰੇ ਚ ਵੀ ਅਸੀਂ ਆਪਦੀਆਂ ਕਿਤਾਬਾਂ ਦੇ ਰਾਹੀਂ ਉਹਨਾਂ ਦੇ ਵਿੱਚ ਅਸੀਂ ਪੈਦਾ ਕਰਨਾ ਕਿ ਆਹ ਚੀਜ਼ਾਂ ਸਾਡੀਆਂ ਜਿਹੜੀਆਂ ਹੈਗੀਆਂ ਇਹਦੇ ਚ ਚਾਹੀਦੀਆਂ। ਪਰ ਜਿਹੜਾ ਹੈਗਾ ਸਾਨੂੰ ਇਸ ਗੱਲ ਤੇ ਪੁੱਛਿਆ ਹੀ ਨਹੀਂ ਜਾਂਦਾ ਕਿ ਇਹ ਕਿਤਾਬਾਂ ਦੇ ਵਿੱਚ ਟੌਪਿਕ ਹੈਗੇ ਆ ਕਿ ਨਹੀਂ ਹੈਗੇ। ਅਗਲੀ ਹੈ ਸੋਸ਼ਲ ਬੈਰੀਅਰਸ। ਸਾਡੇ ਸੋਸ਼ਲ ਬੈਰੀਅਰਸ ਕੀ ਆ? ਸਾਡੇ ਸਮਾਜ ਨੂੰ ਤਰੱਕੀ ਕਰਨ ਦੇ ਰਸਤੇ ਦੇ ਵਿੱਚ ਰੁਕਾਵਟ ਕਿਹੜੀਆਂ ਹੈਗੀਆਂ? ਅਸੀਂ ਵੇਖਦੇ ਆ ਕਿ ਅੱਜ ਵੀ ਸਾਡੇ ਜਿਹੜਾ ਛੂਆ-ਛਾਤ ਜਿਹੜਾ ਹੈਗਾ, ਅਸੀਂ SC BC ਦੂਜੀਆਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ, ਆਦਮੀ ਔਰਤ, ਜਦੋਂ ਅਸੀਂ ਇਹ ਸਾਡੇ ਸੋਸ਼ਲ ਬੈਰੀਅਰਸ ਹੈ, ਸਾਡੇ ਤਰੱਕੀ ਦੇ ਵਿੱਚ ਇੱਕ ਵਾਧਾ ਹੈਗਾ, ਇਹ ਰਸਤਾ ਇਹਦੇ ਵਿੱਚ ਰੁਕਾਵਟ ਬਣਦੀ ਆ। ਤਾਂ ਅਸੀਂ ਸੋਸ਼ਲ ਬੈਰੀਅਰਸ ਨੂੰ ਦੂਰ ਕਰਨ ਵਾਸਤੇ ਸਾਡੀ ਸਿੱਖਿਆ ਦੇ ਵਿੱਚ ਅਸੀਂ ਇਹ ਗੱਲਾਂ ਲੈ ਕੇ ਆਉਣੀਆਂ, ਪਰ ਉਹ ਵੀ ਸਾਡੀਆਂ ਗੱਲਾਂ ਸਾਨੂੰ ਕਿਉਂਕਿ ਕੋਈ ਗੱਲ ਨਹੀਂ ਕਰਦਾ ਗਾ, ਇਸ ਕਰਕੇ ਅਸੀਂ ਸੋਸ਼ਲ ਬੈਰੀਅਰਸ ਨੂੰ ਦੂਰ ਕਰਨ ਵਾਸਤੇ ਕੋਈ ਉਪਰਾਲੇ ਨਹੀਂ ਕਰ ਸਕਦੇ। ਭਾਵ ਇਹੋ ਜਿਹੇ ਸਾਡੇ ਜਿਹੜੇ ਹੈਗੇ ਆ, ਸਾਡੀ ਐਜੂਕੇਸ਼ਨ ਦੇ ਏਮਸ ਹੈਗੇ ਆ, ਸੰਵਿਧਾਨਕ ਜ਼ਿੰਮੇਵਾਰੀਆਂ ਸਾਡੇ ਜਿਹੜਾ ਹੈਗਾ, ਅਸੀਂ ਕਹਿੰਦੇ ਆ ਕਿ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਵੀ ਸਾਡੀਆਂ ਕਿਹੜੀਆਂ ਕਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ, ਸਾਡੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਕਿਹੜੀਆਂ, ਮਨੁੱਖ ਦੇ ਰਾਈਟਸ ਕੀ ਹੈ। ਅੱਜ ਅਸੀਂ ਜਿਹੜਾ ਹੈਗਾ ਸਾਡੇ ਪੜ੍ਹੇ ਲਿਖੇ ਲੋਕਾਂ ਨੂੰ ਹੀ ਜਿਹੜੇ ਸਾਡੇ ਪੁਲਿਸ ਦੇ ਵਿੱਚ ਚਲੇ ਜਾਂਦੇ ਆ, ਉਹ ਲੋਕਾਂ ਨਾਲ ਧੱਕਾ ਕਰਦੇ ਆ
ਕਿਉਂਕਿ ਉਹਨਾਂ ਨੂੰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਹੀ ਨਹੀਂ ਪਤਾ ਕਿ ਸਾਡੇ ਲੋਕਾਂ ਦੇ ਰਾਈਟਸ ਕੀ ਹੈ, ਸਾਡੀਆਂ ਰਿਸਪੌਂਸਿਬਿਲਿਟੀਜ਼ ਕੀ ਹੈ। ਤਾਂ ਐਜੂਕੇਸ਼ਨ ਨੇ ਉਹਨਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਪੈਦਾ ਕਰਨੀਆਂ ਸੀਗੀਆਂ ਉਹ ਅਸੀਂ ਨਹੀਂ ਪੈਦਾ ਕਰ ਸਕੇ। ਹਿਊਮਨ ਵੈਲਿਊਜ਼, ਮੈਂ ਨਾ ਇੱਕ ਜਰਮਨ ਦੇ ਵਿੱਚ ਜਾ ਕੇ ਨਾ, ਅਸੀਂ ਨਾ ਪੁਰਤਗਾਲ ਦੇ ਵਿੱਚ ਮੈਂ ਇੱਕ ਰਿਸਰਚ ਪੇਪਰ ਪੜ੍ਹਿਆ ਸੀਗਾ। ਉਸ ਰਿਸਰਚ ਪੇਪਰ ਦੇ ਵਿੱਚ ਅਸੀਂ ਵੈਲਿਊਜ਼ ਲਿਖੀਆਂ ਸੀਗੀਆਂ ਕਿ ਹਰ ਇੱਕ ਪੜ੍ਹੇ ਲਿਖੇ ਬੰਦੇ ਦੇ ਵਿੱਚ ਕਿਹੜੀਆਂ ਕਿਹੜੀਆਂ ਵੈਲਿਊਜ਼ ਹੋਣੀਆਂ ਚਾਹੀਦੀਆਂ। ਕੀ ਅੱਜ ਇਹ ਵੈਲਿਊਜ਼ ਹੈਗੀਆਂ ਕਿ ਸਾਡਾ ਇੱਕ ਕਬੱਡੀ ਦਾ ਪਲੇਅਰ ਜਿਹੜਾ ਹੈਗਾ ਉਹਨੂੰ 1 ਮਿੰਟ ਦੇ ਵਿੱਚ ਪੁਲਿਸ ਵਾਲੇ ਮਾਰ ਦਿੰਦੇ ਆ ਤੇ ਸਾਡੇ ਲੋਕ ਬੋਲਦੇ ਹੀ ਨਹੀਂ। ਸਾਡੇ ਸਾਹਮਣੇ ਇੱਕ ਬੰਦੇ ਦੀ ਕੋਈ ਬੇਇੱਜ਼ਤੀ ਕਰ ਜੇ, ਕੋਈ ਕੁਛ ਬੋਲੀ ਜਾਵੇ, ਅਸੀਂ ਬੋਲਦੇ ਹੀ ਨਹੀਂ। ਇਹ ਸਾਡੀਆਂ ਕਿਹੜੀਆਂ ਵੈਲਿਊਜ਼ ਹੈਗੀਆਂ ਕਿ ਅਸੀਂ ਲੋਕਾਂ ਆਪਦੇ ਪੜ੍ਹੇ ਲਿਖੇ ਲੋਕਾਂ ਨੂੰ ਇਹ ਵੈਲਿਊਜ਼ ਅਸੀਂ ਸਿਖਾਈਆਂ। ਮੈਂ ਇੱਕ ਲਿਸਟ ਬਣਾਈ ਸੀ 100 ਵੈਲਿਊਜ਼ ਦੀ, 100 ਵੈਲਿਊ ਸੀਗੇ, 99 NCERT ਨੇ ਜਾਰੀ ਕੀਤੀਆਂ ਸੀ। ਮੈਂ ਆਪਦੇ ਰਿਸਰਚ ਪੇਪਰ ਦੇ ਵਿੱਚ ਇਹ ਦੇਖਿਆ ਸੀਗਾ ਕਿ ਸਾਡਾ ਐਜੂਕੇਸ਼ਨ ਦਾ ਸਿਸਟਮ ਜਿਹੜਾ ਹੈਗਾ ਇਹਨਾਂ ਚੋਂ ਕਿੰਨੀਆਂ ਵੈਲਿਊਜ਼ ਪੈਦਾ ਕਰ ਰਿਹਾ ਹੈਗਾ। ਤਾਂ ਅਸੀਂ ਵੇਖਦੇ ਹਾਂ ਕਿ ਉਹਦੇ ਚੋਂ ਅਸੀਂ ਸਿਰਫ 30-40% ਵੈਲਿਊਜ਼ ਜਿਹੜੀਆਂ ਮਨੁੱਖ ਦੇ ਵਿੱਚ ਹੋਣੀਆਂ ਚਾਹੀਦੀਆਂ, ਸਹੀ ਗੱਲ ਕਹਿਣੀ, ਸਹੀ ਸਮੇਂ ਤੇ ਬੋਲਣਾ, ਤਾਂ ਇਹੋ ਜਿਹੀਆਂ ਗੱਲਾਂ, ਬੇਇਨਸਾਫੀ ਦੇ ਵਿਰੁੱਧ ਡਟਣਾ, ਸੱਚ ਬੋਲਣਾ, ਮਿਹਨਤ ਕਰਨੀ, ਇਹ ਸਾਡੀਆਂ ਵੈਲਿਊਜ਼ ਹੈਗੀਆਂ ਜਿਹੜੀਆਂ ਕਿ ਸਾਨੂੰ ਸਿਖਾਉਣੀਆਂ ਚਾਹੀਦੀਆਂ ਸੀ ਬੱਚਿਆਂ ਨੂੰ, ਪਰ ਸਾਡੇ ਸਿਸਟਮ ਨੇ ਉਹ ਸਿਖਾਈਆਂ ਨਹੀਂ। ਇਹ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਇੱਕ ਟੌਪਿਕ ਤੇ ਕਈ ਦਿਨ ਇਹਨਾਂ ਤੇ ਬੋਲਿਆ ਜਾ ਸਕਦਾ, ਇਹਨਾਂ ਟੌਪਿਕਸ ਤੇ, ਪਰ ਮੈਂ ਇਹ ਦੱਸ ਰਿਹਾ ਤੁਹਾਨੂੰ ਕਿ ਇਹ ਸਾਡੇ ਐਜੂਕੇਸ਼ਨ ਦੇ ਏਮਸ ਹੈ। ਕਿ ਤੁਸੀਂ ਆਪ ਵੇਖੋ ਕਿ ਇਹ ਏਮਸ ਕਦੇ ਸਾਡੀ ਐਜੂਕੇਸ਼ਨ ਦੇ ਵਿੱਚ ਪੂਰੇ ਹੋ ਰਹੇ ਆ? ਸਾਡੀ ਐਜੂਕੇਸ਼ਨ ਦੇ ਵਿੱਚ ਕੱਲਾ ਅਸੀਂ ਲਿਟਰੇਸੀ, ਜਿਹੜਾ ਅੱਖਰ ਗਿਆਨ ਹੈ, ਉਹੀ ਅਸੀਂ ਬੱਚਿਆਂ ਨੂੰ ਪ੍ਰਦਾਨ ਕਰ ਰਹੇ ਹਾਂ। ਤੇ ਪਰ ਅਸਲ ਦੇ ਵਿੱਚ ਜਿਹੜੀ ਐਜੂਕੇਸ਼ਨ ਦੇ ਏਮਸ ਹੈ, ਸਭ ਤੋਂ ਪਹਿਲਾ ਏਮ ਸਾਡਾ ਐਜੂਕੇਸ਼ਨ ਦਾ ਇਹ ਹੈ ਬ੍ਰੈਡ ਐਂਡ ਬਟਰ, ਕਿ ਲੋਕਾਂ ਨੂੰ ਆਪਦੇ ਰੁਜ਼ਗਾਰ ਕਮਾਉਣ ਦੇ ਵਾਸਤੇ ਯੋਗ ਬਣਾਉਣਾ। ਅਸੀਂ ਮਹਾਤਮਾ ਗਾਂਧੀ ਨੂੰ ਭਾਵੇਂ ਅਸੀਂ ਬਹੁਤਾ ਉਹਨੂੰ ਐਪਰੀਸ਼ੀਏਟ ਨਹੀਂ ਲੋਕ ਕਰਦੇ ਗਏ, ਪਰ ਉਸ ਨੇ ਜਿਹੜਾ ਬੇਸਿਕ ਐਜੂਕੇਸ਼ਨ ਦਾ ਕਨਸੈਪਟ ਦਿੱਤਾ ਸੀਗਾ, ਜਿਹਦੇ ਤੋਂ JBT ਚੱਲੀ ਸੀ, ਜਿਹਨੂੰ ਅਸੀਂ ਜੂਨੀਅਰ ਬੇਸਿਕ ਟ੍ਰੇਨਿੰਗ ਕਹਿੰਦੇ ਆ, ਉਹਦੇ ਵਿੱਚ ਮਹਾਤਮਾ ਗਾਂਧੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੀ ਐਜੂਕੇਸ਼ਨ ਦੇਣੀ ਹੈ ਉਹ ਸਾਡੀ ਐਜੂਕੇਸ਼ਨ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਬੱਚਾ ਜਿਹੜਾ ਹੈਗਾ ਸਕੂਲ ਦੇ ਵਿੱਚੋਂ 6 ਸਾਲ ਦਾ ਬੱਚਾ ਮਾਂ ਪਿਓ ਕੋਲੋਂ ਲੈ ਲਓ ਤੁਸੀਂ, ਤੇ 14 ਸਾਲ ਦਾ ਬੱਚਾ ਉਹਨੂੰ ਕਮਾਉਂਦੇ ਹੋਏ ਵਾਪਸ ਕਰਨਾ ਹੈਗਾ। ਸਾਡੀ ਐਜੂਕੇਸ਼ਨ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਬੱਚੇ ਨੇ 8 ਸਾਲ ਸਕੂਲ ਦੇ ਵਿੱਚੋਂ ਲਾ ਲਏ ਤੇ 8 ਸਾਲ ਬਾਅਦ ਜਦੋਂ ਜਾਵੇ ਉਹ, ਤਾਂ ਬਾਹਰ ਪਾਸੇ ਜਾ ਕੇ ਉਹ ਆਪ ਵੀ ਕਮਾ ਕੇ ਖਾ ਸਕੇ ਤੇ ਮਾਂ ਪਿਓ ਨੂੰ ਵੀ ਕਮਾ ਕੇ ਖਵਾ ਸਕੇ। ਸਾਡਾ ਐਜੂਕੇਸ਼ਨ ਇਹੋ ਜਿਹੀ ਹੋਣੀ। ਬੜੀ ਵਧੀਆ ਕੈਪਚਰ ਉਹਨਾਂ ਨੇ ਦਿੱਤੀ ਐਜੂਕੇਸ਼ਨ, ਉਹਨਾਂ ਨੇ ਬੜੀ ਵਧੀਆ ਕੈਪਚਰ ਦਿੱਤੀ ਸੀ, ਐਜੂਕੇਸ਼ਨ ਸ਼ੁੱਡ ਬੀ ਇੰਸ਼ੋਰੈਂਸ ਅਗੇਂਸਟ ਅਨਐਮਪਲੋਇਮੈਂਟ। ਇਹੀ ਨਹੀਂ, ਉਹਨਾਂ ਨੇ ਆਪਦੀ ਟੀਚਰ ਟ੍ਰੇਨਿੰਗ ਵੀ ਉਹਦੇ ਮੁਤਾਬਕ ਦਿੱਤੀ ਸੀ। ਉਹਨਾਂ ਨੇ ਜਦੋਂ ਲੋਕ JBT ਕਰਦੇ ਸੀਗੇ ਨਾ, ਈਵਨ ਕਿ ਅਸੀਂ ਜਦੋਂ B.Ed ਕੀਤੀ ਹੈ, M.Ed ਕੀਤੀ ਹੈ, ਤੇ ਸਾਨੂੰ ਵੀ ਉਹ ਕਹਿੰਦੇ ਸੀਗੇ ਉਸ ਵੇਲੇ ਕਿ ਤੁਸੀਂ ਕੋਈ ਇੱਕ ਪ੍ਰੋਫੈਸ਼ਨ ਸਿਲੈਕਟ ਕਰ ਲਓ, ਜਿਵੇਂ ਖੱਡੀ ਬੁਣਨਾ। ਦੇਖੋ ਉਸ ਵੇਲੇ ਕੁਰਸੀਆਂ ਬੁਣਨੀਆਂ, ਮੰਜੇ ਬੁਣਨੇ, ਖੱਡੀਆਂ ਬੁਣਨੀਆਂ, ਤਖਾਨੀ ਦਾ ਕੰਮ, ਲੱਕੜ ਦਾ ਕੰਮ, ਮਿਸਤਰੀ ਦਾ ਕੰਮ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਸੁਸਾਇਟੀ ਦੇ ਵਿੱਚ। ਉਦੋਂ ਸੁਸਾਇਟੀ ਕੋਈ ਬਹੁਤੀ ਐਡਵਾਂਸ ਨਹੀਂ ਸੀ। ਪਰਸ ਬਣਾਉਣੇ, ਜੁੱਤੀਆਂ ਬਣਾਉਣੀਆਂ, ਤਾਂ ਉਦੋਂ ਉਸ ਸਿਸਟਮ ਦੇ ਵਿੱਚ ਅਧਿਆਪਕ ਨੂੰ ਵੀ ਇਹ ਕਿਹਾ ਜਾਂਦਾ ਸੀ ਟੀਚਰ ਟ੍ਰੇਨਿੰਗ ਦੇ ਵਿੱਚ ਕਿ ਤੂੰ ਇੱਕ ਜਿਹੜੀ ਇਹਦੇ ਚੋਂ ਚੋਣ ਕਰ ਲੈ ਕਿਸੇ ਪ੍ਰੋਫੈਸ਼ਨ ਦੀ, ਤੇ ਤੂੰ ਬੱਚਿਆਂ ਨੂੰ ਉਹਦੇ ਮੁਤਾਬਕ ਟ੍ਰੇਨਡ ਕਰਨਾ ਜਾ ਕੇ। ਤਾਂ ਉਹ ਬੱਚੇ ਨੂੰ ਜਦੋਂ ਬੱਚਾ ਪੜ੍ਹਦਾ ਸੀ ਉਹਦੇ ਮੁਤਾਬਕ ਕੋਈ ਨਾ ਕੋਈ ਪ੍ਰੋਫੈਸ਼ਨ ਉਹਨੂੰ ਸਿਖਾਉਂਦੇ ਸੀ। ਮਹਾਤਮਾ ਗਾਂਧੀ ਨੇ ਇੱਥੋਂ ਤੱਕ ਕਹਿਤਾ ਸੀ, ਕਹਿੰਦਾ ਵੀ ਅਧਿਆਪਕ ਨੂੰ 50% ਤਨਖਾਹ ਤਾਂ ਸਰਕਾਰ ਦੇਵੇ, ਤੇ 50% ਤਨਖਾਹ ਜਿਹੜੀ ਹੈਗੀ ਆ ਉਦੋਂ ਮਿਲੇ ਜਦੋਂ ਉਹਦੇ ਬੱਚੇ ਜਿਹੜੇ ਹੈਗੇ ਸਮਾਨ ਤਿਆਰ ਕਰਕੇ ਸਕੂਲ ਦੇ ਵਿੱਚ ਸਮਾਨ ਤਿਆਰ ਕਰਨਗੇ ਤੇ ਬਾਜ਼ਾਰ ਦੇ ਵਿੱਚ ਜਾ ਕੇ ਵਿਕੂਗਾ ਸਮਾਨ। ਅਧਿਆਪਕ ਨੂੰ 50% ਤਨਖਾਹ ਤਾਂ ਮਿਲੂਗੀ। ਉਹਨਾਂ ਦਾ ਭਾਵ ਇਹ ਸੀਗਾ ਕਿ ਅਧਿਆਪਕ ਚੰਗੇ ਤਰੀਕੇ ਨਾਲ ਬੱਚੇ ਨੂੰ ਸਿਖਾਵੇ ਤੇ ਫਿਰ ਬੱਚਾ ਉਹ ਸਮਾਨ ਸਿੱਖ ਕੇ ਮਾਰਕੀਟ ਦੇ ਵਿੱਚ ਵੇਚੇ। ਜੇ ਅਧਿਆਪਕ ਦੀ ਤਨਖਾਹ ਉਹਦੇ ਨਾਲ ਜੁੜੀ ਹੋਊਗੀ ਤਾਂ ਹੀ ਅਧਿਆਪਕ ਜਿਹੜਾ ਹੈਗਾ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਿਖਾਊਗਾ। ਉਹਨਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਬੱਚੇ ਨੂੰ 8 ਘੰਟੇ ਸਕੂਲ ਦੇ ਵਿੱਚ ਰੱਖਣਾ ਹੈ ਤਾਂ 2 ਘੰਟੇ 3 ਘੰਟੇ ਬੱਚੇ ਨੂੰ ਤੁਸੀਂ ਸਧਾਰਨ ਜਿਹੜੇ ਹੈਗੀ ਹੈ ਲੈਂਗੁਏਜ, ਥੋੜਾ ਜਿਹਾ ਮੈਥ, ਥੋੜੀ ਜਿਹੀ ਪੰਜਾਬੀ, ਥੋੜਾ ਜਿਹਾ SS, ਇਸ ਤਰੀਕੇ ਨਾਲ ਇਹ 2 ਘੰਟੇ ਲਾ ਕੇ ਤੁਸੀਂ ਬੱਚੇ ਨੂੰ ਸਿਖਾਓ ਤੇ ਬਾਕੀ ਸਮਾਂ ਜਿਹੜਾ ਹੈਗਾ ਬੱਚੇ ਨੂੰ ਕੰਮ ਸਿਖਾਓ।
ਹੈ। ਸਾਡੀ ਐਜੂਕੇਸ਼ਨ ਦਾ ਅੱਜ ਵੀ ਜਿਹੜਾ ਏਮ ਹੈ ਉਹ ਇਹ ਹੋਣਾ ਚਾਹੀਦਾ, ਮੁੱਢਲਾ ਏਮ ਹੋਣਾ ਚਾਹੀਦਾ ਬ੍ਰੈਡ ਐਂਡ ਬਟਰ। ਪਰ ਸਾਡੀ ਐਜੂਕੇਸ਼ਨ ਦੇ ਵਿੱਚ ਜਿਉਂ-ਜਿਉਂ ਲੋਕ ਪੜ੍ਹਦੇ ਜਾਂਦੇ ਆ, ਤਿਉਂ-ਤਿਉਂ ਲੋਕ ਬੇਰੁਜ਼ਗਾਰ ਹੁੰਦੇ ਜਾਂਦੇ ਆ। ਬਿਲਕੁਲ ਅਨਪੜ੍ਹ ਬੰਦਾ ਕੋਈ ਵੀ ਤੁਹਾਨੂੰ ਬੇਰੁਜ਼ਗਾਰ ਨਹੀਂ ਮਿਲੂਗਾ। ਅਨਪੜ੍ਹ ਬੰਦਾ ਜਿਹੜਾ ਫ੍ਰਿਜ ਦਾ ਕੰਮ ਸਿੱਖ ਲੈਂਦਾ, ਬਿਜਲੀ ਦਾ ਕੰਮ ਸਿੱਖ ਲੈਂਦਾ, ਪਲੰਬਰ ਦਾ ਕੰਮ ਸਿੱਖ ਲੈਂਦਾ, ਕੋਈ ਹੋਰ ਕੰਮ ਸਿੱਖ ਲੈਂਦਾ, ਰਿਕਸ਼ਾ ਚਲਾਉਣਾ ਜਾਂਦਾ, ਰੇਹੜੀ ਦਾ ਕੰਮ ਕਰਦਾ ਹੈ। ਪਰ ਜਿਹੜਾ ਹੈਗਾ ਪੜ੍ਹਿਆ ਲਿਖਿਆ, ਜਿਉਂ-ਜਿਉਂ ਲੋਕ ਪੜ੍ਹੇ ਲਿਖੇ ਹੈ, ਤਿਉਂ-ਤਿਉਂ ਲੋਕ ਬੇਰੁਜ਼ਗਾਰ ਹੁੰਦੇ ਜਾਂਦੇ ਆ। ਤੇ ਸਾਡੀ ਐਜੂਕੇਸ਼ਨ ਦੀ ਬੇਰੁਖੀ ਤੁਸੀਂ ਵੇਖੋ। ਤੁਸੀਂ ਕਿਸੇ ਬੱਚੇ ਨੂੰ ਇਹ ਗੱਲ ਕਹਿ ਦਿਓ ਕਿ ਬੇਟੇ ਤੂੰ ਬਾਜ਼ਾਰ ਦੇ ਵਿੱਚ ਚਲਿਆ ਜਾ ਤੇ 7 ਰੁਪਏ ਤੇ 65 ਪੈਸੇ ਦੀ ਆ ਚੀਜ਼ ਆਊਗੀ ਤੇ 8 ਰੁਪਏ ਲੈ ਜਾ, ਤੇ ਬੱਚਾ ਤੁਹਾਨੂੰ ਦੱਸ ਨਹੀਂ ਸਕੂਗਾ ਵੀ ਕਿੰਨੇ ਪੈਸੇ ਉਹਦੇ ਚੋਂ ਮੁੜਨਗੇ। ਬੱਚਾ ਦੱਸ ਨਹੀਂ ਸਕਦਾਗਾ। ਤੁਸੀਂ ਇੱਕ ਰੇਹੜੀ ਵਾਲੇ ਕੋਲ, ਅਨਪੜ੍ਹ ਬੱਚੇ ਕੋਲ ਚਲੇ ਜਾਓ, ਉਹ 10-10, 20-20 ਗ੍ਰਾਮ ਦੇ ਬੱਟੇ ਪਾਊਗਾ ਉਹਦੇ ਵਿੱਚ, ਠੀਕ ਹੈ ਨਾ। ਤੇ ਉਹ ਤੁਹਾਨੂੰ ਤੁਹਾਡੀ ਕੈਲਕੂਲੇਸ਼ਨ ਤੋਂ ਪਹਿਲਾਂ ਹੀ ਦੱਸ ਦੂਗਾ ਕਿ ਤੁਹਾਡੇ ਕੰਨੀ 7 ਰੁਪਏ ਤੇ 80 ਪੈਸੇ ਬਣ ਗਏ, ਜਾਂ 7 ਰੁਪਏ 70 ਪੈਸੇ ਬਣ ਗਏ, ਤੇ ਫਟਾਫਟ ਤੁਹਾਨੂੰ 30 ਪੈਸੇ ਮੋੜ ਦੂਗਾ। ਭਾਵ ਉਸ ਬੱਚੇ ਕੋਲ ਫੰਕਸ਼ਨਲ ਲਿਟਰੇਸੀ ਹੈਗੀ ਹੈ। ਸਾਡੇ ਬੱਚਿਆਂ ਕੋਲ ਕੱਲੀ ਲਿਟਰੇਸੀ ਹੈ, ਸਾਖਰਤਾ ਹੈਗੀ ਹੈ, ਉਹਨਾਂ ਕੋਲ ਫੰਕਸ਼ਨਲ ਲਿਟਰੇਸੀ ਹੈ। ਐਂ ਜਿਹੜੇ ਲੋਕ ਅਨਪੜ੍ਹ ਹੈਗੇ ਆ, ਉਹ ਮੈਂ ਹੁਣ ਸਰਵਿਸ ਕਰਵਾਈ ਹੈ, ਉਹ ਬੰਦਾ ਅਨਪੜ੍ਹ ਸੀਗਾ, ਏਸੀ ਠੀਕ ਕਰਨ ਆਇਆ, ਉਹਨੇ ਏਸੀ ਦਾ ਇੱਕ ਪੁਰਜਾ ਖੋਲ ਲਿਆ, ਉਹਨੇ ਜਿਹੜਾ ਫ੍ਰਿਜ ਦਾ ਇੱਕ ਚੀਜ਼ ਖੋਲ ਲਈ, ਤੇ ਬਿਲਕੁਲ ਸਹੀ ਕਰਕੇ ਜਾਂਦੇ ਆ। ਉਹ ਇੰਜੀਨੀਅਰ ਨਹੀਂ ਹੈਗੇ, ਨਾ ਉਹ ਪੜ੍ਹੇ ਲਿਖੇ ਆ। ਹੁਣ ਅਸੀਂ ਘਰਾਂ ਦੇ ਵਿੱਚ ਬਿਜਲੀ ਦੀ ਫਿਟਿੰਗ ਕਰਾਉਣੇ ਆ, ਕੰਸਟਰਕਸ਼ਨ ਵੀ ਕਰਾਉਣੇ ਆ, ਤੁਸੀਂ ਕਦੇ ਉਹਨਾਂ ਨੂੰ ਪੁੱਛ ਕੇ ਵੇਖਿਆ ਜੇ ਵੀ ਪੜ੍ਹੇ ਲਿਖੇ ਹੈਗੇ ਆ ਉਹ? ਜੇ ਪੜ੍ਹੇ ਲਿਖੇ ਵੀ ਹੈਗੇ ਆ, ਪਰ ਉਹਨਾਂ ਨੂੰ ਕੋਈ ਕੰਮ ਸਾਡੀ ਐਜੂਕੇਸ਼ਨ ਨੇ ਨਹੀਂ ਸਿਖਾਇਆ। ਵੀ ਜੇ ਅਸੀਂ ਕਹੀਏ ਕਿ ਉਹ ਪੜ੍ਹੇ ਲਿਖੇ ਸੀ, ਉਹਨਾਂ ਨੇ ਸਾਇੰਸ ਪੜ੍ਹੀ ਸੀ, ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਬਿਜਲੀ ਦੀ ਫਿਟਿੰਗ ਕਰਨੀ ਆ ਗਈ, ਜਾਂ ਪਲੰਬਰ ਦਾ ਕੰਮ ਆ ਗਿਆ। ਉਹਨਾਂ ਨੂੰ ਜਿਹੜੀ ਫੰਕਸ਼ਨਲ ਲਿਟਰੇਸੀ ਆ, ਉਹਨਾਂ ਨੂੰ ਸੁਸਾਇਟੀ ਦੇ ਵਿੱਚੋਂ ਮਿਲੀ ਹੈ। ਤਾਂ ਸਾਡੀ ਐਜੂਕੇਸ਼ਨ ਦਾ ਏਮ ਜਿਹੜਾ ਹੈਗਾ, ਉਹ ਬੰਦੇ ਕਿਉਂ ਸੁਸਾਇਟੀ ਦੇ ਵਿੱਚੋਂ ਜਾ ਕੇ ਫੰਕਸ਼ਨਲ ਲਿਟਰੇਟ ਸੁਸਾਇਟੀ ਦੇ ਵਿੱਚੋਂ ਕਿਉਂ ਹੋਣ? ਸਾਡੀ ਐਜੂਕੇਸ਼ਨ ਜਿਹੜੀ ਹੈਗੀ ਹੈ, ਉਹ ਉਹਨਾਂ ਨੂੰ ਫੰਕਸ਼ਨਲ ਲਿਟਰੇਟ ਕਿਉਂ ਨਹੀਂ ਕਰ ਰਹੀਗੀ? ਕਿਉਂਕਿ ਸਾਡੇ ਸਿੱਖਿਆ ਸ਼ਾਸਤਰੀਆਂ ਨੂੰ ਇਸ ਗੱਲ ਦੇ ਵਿੱਚ ਇਨਵੋਲਵ ਹੀ ਨਹੀਂ ਕੀਤਾ ਜਾਂਦਾ ਕਿ ਅਸੀਂ ਸਿਸਟਮ ਨੂੰ ਕਿਸ ਤਰੀਕੇ ਨਾਲ ਚਲਾਉਣਾ ਹੈ, ਕੀ ਪੜ੍ਹਨਾ ਹੈ, ਕਦੋਂ ਪੜ੍ਹਨਾ ਹੈ, ਤੇ ਕਿਵੇਂ ਪੜ੍ਹਨਾ ਹੈ। ਇਹ ਗੱਲਾਂ ਸਾਡੇ ਐਜੂਕੇਸ਼ਨਿਸਟ ਨੇ ਦੱਸਣਾ। ਜਿਵੇਂ ਡਾਕਟਰਸ ਦੱਸਦੇ ਆ ਨਾ ਕਿ ਤੁਸੀਂ ਕਿੰਨੇ ਵਾਰ ਦਿਨ 'ਚ ਦਵਾਈ ਲੈਣੀ ਹੈ, ਉਹਨੂੰ ਪਾਣੀ 'ਚ ਘੋਲ ਕੇ ਲੈਣਾ ਹੈ, ਤੇ ਉਹ ਗੱਲਾਂ ਜਿਹੜੀਆਂ ਜਿਵੇਂ ਡਾਕਟਰਸ ਦੱਸਦੇ ਆ, ਉਵੇਂ ਸਿੱਖਿਆ ਸ਼ਾਸਤਰੀ ਦੱਸਣਗੇ ਕਿ ਅਸੀਂ ਐਜੂਕੇਸ਼ਨ ਦੇ ਵਿੱਚ ਅਸੀਂ ਕਿਹੜੀ ਚੀਜ਼ ਪੜ੍ਹਾਉਣੀ ਹੈ, ਕਿੰਨੀ ਕੁ ਪੜ੍ਹਾਉਣੀ ਹੈ, ਕਿਵੇਂ ਪੜ੍ਹਾਉਣੀ ਹੈ। ਹੁਣ ਤੁਸੀਂ ਦੇਖੋ ਕਿ ਸਾਡੀ ਐਜੂਕੇਸ਼ਨ ਨੂੰ ਲਾਈਫ ਦੇ ਨਾਲ ਕੋਰਿਲੇਟ ਨਹੀਂ ਕੀਤਾ ਜਾ ਰਿਹਾ। ਅਸੀਂ ਆਮ ਤੌਰ ਤੇ ਕੀ ਕਰਦੇ ਹਾਂ, ਅਸੀਂ ਪੜ੍ਹੇ ਲਿਖੇ ਲੋਕ ਕਿੱਥੇ ਸੈਰ ਕਰਨ ਜਾਂਦੇ ਹਾਂ? ਸਵੇਰੇ ਸਵੇਰੇ ਅਸੀਂ ਬਾਗ ਦੇ ਵਿੱਚ ਜਾਂਦੇ ਹਾਂ, ਜਾਂ ਦਰਖਤਾਂ ਦੇ ਵਿੱਚ ਥੱਲੇ ਸੈਰ ਕਰਨ ਜਾਂਦੇ ਹਾਂ। ਅਸੀਂ ਉੱਥੇ ਹੀ ਜਾਂਦੇ ਹਾਂ ਨਾ ਸੈਰ ਕਰਨ, ਕਿਉਂਕਿ ਸਾਨੂੰ ਪੜ੍ਹਾਇਆ ਗਿਆ ਕਿ ਪੌਦੇ ਜਿਹੜੇ ਹੈਗੇ ਆ ਉੱਥੇ ਆਕਸੀਜਨ ਗੈਸ ਛੱਡਦੇ ਆ, ਸਾਨੂੰ ਇਹੀ ਪੜ੍ਹਾਇਆ ਗਿਆ। ਪਰ ਇਹ ਅਧੂਰੀ ਜਾਣਕਾਰੀ ਹੈ, ਇਹ ਖਤਰਨਾਕ ਜਾਣਕਾਰੀ ਹੈ, ਕਿਉਂਕਿ ਸਾਡੀ ਐਜੂਕੇਸ਼ਨ ਨੂੰ ਲਾਈਫ ਨਾਲ ਲਿੰਕ ਨਹੀਂ ਕੀਤਾ ਗਿਆ। ਇਹ ਸਾਡੇ ਸਾਰਿਆਂ ਦੀ ਜਾਣਕਾਰੀ ਵਾਸਤੇ ਹੈ ਕਿ ਸਾਡੀਆਂ ਕਿਤਾਬਾਂ ਜਦੋਂ ਅਸੀਂ ਪੜ੍ਹਦੇ ਸੀ, ਐਟਲੀਸਟ ਉਦੋਂ ਕਿਤਾਬਾਂ ਦੇ ਵਿੱਚ ਇਮਾਨਦਾਰੀ ਨਾਲ ਲਿਖਿਆ ਹੁੰਦਾ ਸੀ ਕਿ ਰਾਤ ਨੂੰ ਦਰਖਤਾਂ ਥੱਲੇ ਨਹੀਂ ਸੌਣਾ ਚਾਹੀਦਾ, ਬੰਦੇ ਦੀ ਮੌਤ ਹੋ ਸਕਦੀ ਆ। ਇਹਦਾ ਭਾਵ ਇਹ ਹੈ ਕਿ ਪੌਦੇ ਵੀ, ਜਿਵੇਂ ਅਸੀਂ ਕੋਈ ਵੀ ਦੁਨੀਆ ਦੇ ਵਿੱਚ ਜਿਹੜੀ ਵੀ ਚੀਜ਼ ਹੈਗੀ ਹੈ, ਉਹ ਲਿਵਿੰਗ ਚੀਜ਼ ਹੈ। ਕੋਈ ਵੀ ਦੁਨੀਆ ਦੇ ਵਿੱਚ ਲਿਵਿੰਗ ਚੀਜ਼ ਹੈ, ਉਹਨੇ ਕਾਰਬਨ ਡਾਈਆਕਸਾਈਡ ਗੈਸ ਛੱਡਣੀ ਹੈ ਤੇ ਆਕਸੀਜਨ ਗੈਸ ਲੈਣੀ ਹੈ। ਪੌਦੇ ਜਿਹੜੇ ਹੈਗੇ, ਇਹ ਵੀ ਲਿਵਿੰਗ ਚੀਜ਼ ਹੈ, ਇਹ ਵੀ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਆ ਤੇ ਆਕਸੀਜਨ ਗੈਸ ਲੈਂਦੇ ਆ। ਪਰ ਇੱਕ ਸਮਾਂ ਹੀ ਆਉਂਦਾ ਸਿਰਫ ਜਦੋਂ ਇਹ ਫੋਟੋਸਿੰਥੈਸਿਸ ਦੀ ਪ੍ਰਕਿਰਿਆ ਕਰਦੇ ਆ, ਜਦੋਂ ਇਹ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਕਰਦੇ ਆ, ਜਦੋਂ ਇਹ ਆਪਦਾ ਭੋਜਨ ਬਣਾਉਂਦੇ ਆ ਧੁੱਪ ਦੀ ਰੋਸ਼ਨੀ 'ਚ, ਸਿਰਫ ਉਸ ਸਮੇਂ ਆਕਸੀਜਨ ਗੈਸ ਛੱਡਦੇ ਆ ਇਹ। ਪਰ ਬਾਕੀ ਸਮਾਂ ਇਹ ਜਿਹੜਾ ਹੈਗਾ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਆ। ਹੁਣ ਅਸੀਂ ਦਰਖਤਾਂ ਦੇ ਥੱਲੇ ਸਾਰੀ ਰਾਤ ਦਰਖਤ ਜਿਹੜੇ ਹੈਗੇ ਉਹ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਆ। ਅਸੀਂ ਉਹਨਾਂ ਦਰਖਤਾਂ ਦੇ ਥੱਲੇ ਸਵੇਰੇ ਸਵੇਰੇ ਲੋਕ ਸੈਰ ਕਰਨ ਜਾਂਦੇ ਆ, ਤੇ ਜਦੋਂ ਕਿ ਉਹ ਬਹੁਤ ਖਤਰਨਾਕ ਚੀਜ਼ ਹੁੰਦੀ ਆ। ਉੱਥੇ ਸਾਰੇ ਥਾਂ ਤੇ ਆਕਸੀਜਨ ਗੈਸ ਨਹੀਂ, ਕਾਰਬਨ ਡਾਈਆਕਸਾਈਡ ਗੈਸ ਖਿਲਰੀ ਹੁੰਦੀ ਹੈ। ਆਕਸੀਜਨ ਗੈਸ ਤਾਂ ਉਦੋਂ ਹੋਣੀ ਹੈ ਜਦੋਂ ਪੌਦੇ ਨੇ ਦਿਨ ਦੇ ਵਿੱਚ ਧੁੱਪ ਦੀ ਰੋਸ਼ਨੀ 'ਚ ਆਪਦੇ ਫੋਟੋਸਿੰਥੈਸਿਸ ਦੀ ਕਿਰਿਆ, ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਕਰਨੀ, ਉਸ ਵੇਲੇ ਉਹਨਾਂ ਨੇ ਆਕਸੀਜਨ ਗੈਸ ਛੱਡਣੀ ਹੈ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੀ ਐਜੂਕੇਸ਼ਨ ਲੋਕਾਂ ਨੂੰ ਅਸਲੀ ਐਜੂਕੇਸ਼ਨ ਦੇ ਨਾਲ ਜੋੜਦੀ ਨਹੀਂ। ਜੇ ਸਾਡੀ ਸਿੱਖਿਆ
ਲੋਕਾਂ ਨੂੰ ਸਹੀ ਮਾਇਨਿਆਂ ਦੇ ਵਿੱਚ ਐਜੂਕੇਸ਼ਨ ਦੇ ਨਾਲ ਜੋੜੇ ਤਾਂ ਸਾਡੇ ਬੇਰੁਜ਼ਗਾਰੀ ਪੈਦਾ ਹੋਣ ਦਾ ਕਾਰਨ ਹੀ ਕੋਈ ਨਹੀਂ ਬਣਦਾ। ਹੁਣ ਫੋਰਨ ਕੰਟਰੀ ਦੇ ਵਿੱਚ ਕੀ ਹੈ, ਉਹਨਾਂ ਨੇ ਰੁਜ਼ਗਾਰ ਕਿੱਥੋਂ ਪੈਦਾ ਕਰ ਲਿਆ, ਉਹਨਾਂ ਦੇ ਬੇਰੁਜ਼ਗਾਰੀ ਕਿਉਂ ਨਹੀਂ? ਉਹਨਾਂ ਦੇ ਜਿਹੜੇ ਲੋਕ ਪੜ੍ਹਦੇ ਆ, ਜੇ ਉਹ ਸ਼ੁਰੂ ਤੋਂ ਹੀ ਪਹਿਚਾਣ ਲੈਂਦੇ ਕਿਹੜੇ ਬੱਚੇ ਸਪੋਰਟਸ ਵਾਲੇ ਆ, ਕਿਹੜੇ ਸਾਇੰਟਿਸਟ ਆ, ਉਹ ਹਰੇਕ ਨੂੰ ਨਹੀਂ ਖਿੱਚਦੇਗੇ। ਜਿਵੇਂ ਹੁਣ ਤੁਸੀਂ ਇੱਕ ਟੌਪਿਕ ਵੀ ਰੱਖਿਆ ਸੀ ਕਿ ਅਸੀਂ ਲੋਕ ਇਸ ਗੱਲੋਂ ਗੁੱਸੇ ਹੋਏ ਫਿਰਦੇ ਆ ਕਿ ਸਰਕਾਰ ਨੇ 8ਵੀਂ ਤੱਕ ਪਾਸ ਕਰਨ ਦਾ ਕਿਉਂ ਫੈਸਲਾ ਲਿਆ, ਠੀਕ ਹੈ ਨਾ? ਪਰ ਇਹ ਇੱਕ ਬਹੁਤ ਵਧੀਆ ਡਿਸੀਜਨ ਹੈ, ਕਿਉਂਕਿ ਅਸੀਂ ਚਾਹੁੰਦੇ ਨਹੀਂਗੇ, ਸਿੱਖਿਆ ਸ਼ਾਸਤਰੀ ਨਹੀਂ ਚਾਹੁੰਦੇ ਕਿ ਜਿਹੜਾ ਬੱਚਾ ਨਹੀਂ ਪੜ੍ਹ ਸਕਦਾ ਅਸੀਂ ਉਸ ਨੂੰ ਵਾਰ-ਵਾਰ ਫੇਲ ਕਰਕੇ, ਈਵਨ ਕਿ ਮੈਂ ਤਾਂ ਸਮਝਦਾ ਕਿ 10ਵੀਂ ਤੱਕ ਹੀ ਅਸੀਂ ਕਿਉਂ ਬੱਚੇ ਨੂੰ ਰੋਕਦੇ ਆ? ਜਿਹੜਾ ਬੱਚਾ ਸਾਨੂੰ ਪਤਾ ਮਰ ਕੇ ਪਾਸ ਹੋ ਰਿਹਾ, ਜਿਹੜਾ ਮਸਾ 30-35% ਨੰਬਰ ਲੈ ਕੇ ਪਾਸ ਹੋ ਰਿਹਾ, ਉਸ ਬੱਚੇ ਨੂੰ ਅਸੀਂ ਕਿਉਂ ਵਾਰ-ਵਾਰ ਫੇਲ ਕਰੀ ਜਾਂਦੇ ਆ? ਆਫਟਰ ਆਲ ਉਹ 10-12 ਸਾਲ ਸਕੂਲ ਦੇ ਵਿੱਚ ਰਹੂਗਾ, ਬਹੁਤ ਸਾਰੀਆਂ ਗੱਲਾਂ ਸਿੱਖ ਕੇ ਜਾਊਗਾ, ਹੱਥ ਕਿਵੇਂ ਧੋਣੇ ਆ, ਨੈਸ਼ਨਲ ਐਂਥਮ ਅਸੀਂ ਕਿਵੇਂ ਬੋਲਣਾ ਹੈ, ਰਿਸਪੈਕਟ ਕਿਵੇਂ ਕਰਨੀ ਹੈ, ਖਾਣਾ ਕਿਵੇਂ ਹੈ, ਬਹੁਤ ਸਾਰੀਆਂ ਗੱਲਾਂ ਨਾਨ ਫਾਰਮਲ ਤੌਰ ਤੇ ਉਹ ਜਿਹੜਾ ਸਕੂਲ ਦੇ ਵਿੱਚੋਂ ਸਿੱਖ ਕੇ ਜਾਂਦਾ ਹੈ। ਤਾਂ ਅਸੀਂ ਚਾਹੁੰਦੇ ਆ ਕਿ ਜਿਹੜੇ ਬੱਚੇ ਜਦੋਂ ਤੁਸੀਂ 8ਵੀਂ ਦੇ ਵਿੱਚ ਅਸੀਂ ਬੱਚੇ ਨੂੰ 8ਵੀਂ ਤੱਕ ਪਾਸ ਕਰ ਦੇਣਾ ਬੱਚਿਆਂ ਨੂੰ, ਤੁਸੀਂ ਇਹਦਾ ਬਹੁਤ ਵਧੀਆ ਢੰਗ ਹੈ, ਕੋਈ ਨਹੀਂ ਪਾਸ ਕਰੋ, ਤੁਸੀਂ 9th ਦੇ ਵਿੱਚ ਐਡਮਿਸ਼ਨ ਦੇ ਵਿੱਚ ਤੁਸੀਂ ਟੈਸਟ ਰੱਖ ਦਿਓ, ਜਾਂ ਤੁਸੀਂ ਇਹ ਰੱਖ ਦਿਓ ਕਿ ਜਿਹੜਾ ਬੱਚਾ 60-70% ਨੰਬਰ ਲੈ ਕੇ ਆਊਗਾ ਅਸੀਂ ਉਸ ਬੱਚੇ ਨੂੰ ਹੀ, ਸਾਡਾ ਤਾਂ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਅਸੀਂ 8ਵੀਂ ਤੱਕ ਦੀ ਸਿੱਖਿਆ ਦੇਣੀ ਹੈ, ਠੀਕ ਹੈ? 8ਵੀਂ ਤੱਕ 8 ਸਾਲ ਬੱਚੇ ਨੂੰ ਬਹੁਤ ਸਿੱਖਿਆ ਹੈਗੀ ਹੈ। ਜਿਹੜਾ ਬੱਚਾ ਨਹੀਂ ਪੜ੍ਹਨਾ ਚਾਹੁੰਦਾ ਉਹ 8 ਸਾਲ ਬਾਅਦ ਉਹਨੂੰ ਸਰਟੀਫਿਕੇਟ ਦਿਓ, ਹੀ ਔਰ ਸ਼ੀ ਹੈਜ਼ ਅਟੈਂਡਡ ਸਕੂਲ ਫॉर 8 ਇਅਰਸ ਔਰ 10 ਇਅਰਸ, ਉਹ ਆਪਦਾ ਜਾਵੇ ਸੋਸਾਇਟੀ ਦੇ ਵਿੱਚ ਕੋਈ ਕੰਮ ਕਰੇ, ਉਹਨੂੰ ਪਤਾ ਵੀ ਅੱਗੇ ਮੈਨੂੰ ਹੁਣ ਦਾਖਲਾ ਨਹੀਂ ਮਿਲਣਾ। ਜਿਹੜੇ ਬੱਚਿਆਂ ਨੂੰ ਇਹ ਪਤਾ ਹੋਊਗਾ ਕਿ ਅੱਗੇ ਮੇਰਾ ਦਾਖਲਾ ਨਹੀਂ ਹੋਣਾਗਾ, ਉਹ ਬੱਚੇ ਪੜ੍ਹਨਗੇ ਵੀ 9ਵੀਂ 10ਵੀਂ ਦੇ ਵਿੱਚ ਅਸੀਂ ਅੱਗੇ ਜਾ ਕੇ ਟੈਸਟ ਦੇਣਾ ਪੈਣਾ। ਸਕੂਲਾਂ ਨੂੰ ਆਥੋਰਾਈਜ਼ਡ ਕਰ ਦਿਓ ਵੀ 9ਵੀਂ ਦੇ ਵਿੱਚ ਜਿਹਨੇ ਜਾਣਾ ਹੈਗਾ ਉਹ ਸਕੂਲ ਆਪਦਾ ਟੈਸਟ ਲਵੇ, ਜਦੋਂ ਉਹਨੂੰ ਲੱਗੇ ਕਿ ਬੱਚਾ ਠੀਕ ਹੈ ਪੜ੍ਹਨ ਵਾਲਾ ਹੈਗਾ ਉਹਨੂੰ ਦਾਖਲਾ ਦੇ ਦੇ, ਤੇ ਬਾਕੀ ਬੱਚਿਆਂ ਨੂੰ ਹੱਥ ਜੋੜ ਦਿਓ, ਉਹਦਾ ਸਰਟੀਫਿਕੇਟ ਹੀ ਇਹੋ ਜਿਹਾ ਹੋਵੇ ਵੀ ਜਿਹੜਾ ਉਹ ਉਸ ਤੋਂ ਬਾਅਦ ਉਹਨੂੰ ਪਤਾ ਹੋਵੇ ਵੀ 8ਵੀਂ ਤੱਕ ਚਲੋ ਨਹੀਂ ਆ ਰਿਹਾ, ਜਿੰਨਾ ਦਿਨ ਵੀ ਆਉਂਦਾ ਉਹਨੇ ਦਿਨ ਆਵੇ, ਵੈਲਕਮ, ਬਾਕੀ ਸਮਾਂ ਜਿਹੜਾ ਹੈਗਾ ਉਸ ਤੋਂ ਬਾਅਦ ਉਹ ਆਪਦਾ ਰੁਜ਼ਗਾਰ ਕਮਾਵੇ। ਕਿਉਂ ਅਸੀਂ ਉਸ ਨੂੰ ਵਾਰ-ਵਾਰ ਉਸ ਸਿਸਟਮ ਦੇ ਵਿੱਚ ਲੈ ਕੇ 2-2 3-3 ਵਾਰ ਫੇਲ ਕਰੀ ਜਾਈਏ? ਫੇਲ ਕਰਨ ਤੋਂ ਬਾਅਦ ਹੀ ਉਸ ਬੱਚੇ ਨੇ ਅੱਗੇ ਨਹੀਂ ਚੱਲਣਾ ਹੈਗਾ, ਤੇ ਅਸੀਂ ਉਹਨੂੰ 10ਵੀਂ ਚ 2-2 3-3 ਵਾਰ ਫੇਲ ਕਰੀ ਜਾਂਦੇ ਹਾਂ ਉਸ ਸਿਸਟਮ ਦੇ ਵਿੱਚ, 8ਵੀਂ ਚੋਂ ਫੇਲ ਕਰੀ ਜਾਂਦੇ ਆ। ਤਾਂ ਅੱਗੇ ਜਦੋਂ ਨਹੀਂ ਸੀ ਸਗੋਂ ਬੋਰਡ ਦਾ ਸਿਸਟਮ ਹੁੰਦਾ, ਉਦੋਂ ਅਧਿਆਪਕ ਆਪਣੇ ਆਪ ਹੀ ਬੱਚਿਆਂ ਨੂੰ ਜਿਹੜਾ ਹੈਗਾ ਫੇਲ ਕਰ ਦਿੰਦੇ ਸੀਗੇ। ਅੱਜ ਵੀ ਇਹੀ ਸਿਸਟਮ ਹੈ ਕਿ 6ਵੀਂ ਦੇ ਵਿੱਚੋਂ ਵੀ ਬੱਚੇ ਨੂੰ ਫੇਲ ਕੀਤਾ ਜਾਂਦਾ, 7ਵੀਂ ਚੋਂ ਵੀ ਫੇਲ ਕੀਤਾ ਜਾਂਦਾ ਹੈ। ਜਦੋਂ ਮਤਲਬ ਅਸੀਂ ਜਿਹੜਾ ਐਜੂਕੇਸ਼ਨ ਐਕਟ ਨਹੀਂ ਸੀ ਪਾਸ ਕੀਤਾ, ਉਸ ਤੋਂ ਪਹਿਲਾਂ ਅਸੀਂ ਫੇਲ ਕਰਦੇ ਸੀ ਸਕੂਲਾਂ ਦੇ ਵਿੱਚ 6ਵੀਂ 7ਵੀਂ 8ਵੀਂ ਦੇ ਵਿੱਚੋਂ। ਜਦੋਂ ਸਾਨੂੰ ਲੱਗਦਾ ਸੀ ਕਿ ਬੱਚਾ ਨਹੀਂ, ਤਾਂ ਹਰ ਇੱਕ ਕਲਾਸ ਦੇ ਵਿੱਚੋਂ 5-4 ਬੱਚੇ ਜ਼ਰੂਰ 6ਵੀਂ 7ਵੀਂ 8ਵੀਂ ਚੋਂ ਸਾਰਿਆਂ ਚੋਂ ਫੇਲ ਹੁੰਦੇ ਸੀਗੇ। ਪਰ ਜਦੋਂ ਹੁਣ ਦਾ ਅਸੀਂ ਸਗੋਂ ਇਹਨੂੰ ਬੋਰਡ ਦਾ ਐਗਜ਼ਾਮ ਬਣਾ ਲਿਆ, ਤਾਂ ਕਮਜ਼ੋਰ ਬੱਚੇ ਨੂੰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਸੇ-ਪਾਸੇ ਕਰਕੇ ਬੱਚੇ ਨੂੰ ਕੱਢ ਦਈਏ, ਸਕੂਲ ਦੇ ਵਿੱਚੋਂ ਬਾਹਰ ਚਲਾ ਜਾਵੇ। ਤਾਂ ਇਸ ਤਰੀਕੇ ਨਾਲ ਜਦੋਂ ਤੱਕ ਅਸੀਂ ਇਸ ਸਿਸਟਮ ਦੇ ਵਿੱਚ ਅਸੀਂ ਐਜੂਕੇਸ਼ਨਿਸਟ ਜਿਹੜੇ ਹੈਗੇ ਆ ਉਹਨਾਂ ਦੀ ਇਨਵੋਲਵਮੈਂਟ ਨਹੀਂ ਕਰਾਂਗੇ, ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ? ਅੱਜ ਵੀ ਅਸੀਂ ਵੇਖਦੇ ਹਾਂ ਕਿ ਬੋਰਡ ਦੇ ਵਿੱਚ ਜਿਹੜਾ ਚੇਅਰਮੈਨ ਲਾਇਆ ਜਾਂਦਾ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜਿਹੜਾ ਚੇਅਰਮੈਨ ਲਾਇਆ ਜਾਂਦਾ, ਨਾ ਉਹਨੇ ਬੀਐਡ ਕੀਤੀ ਹੁੰਦੀ ਹੈ, ਨਾ ਉਹਨੇ ਐਮਐਡ ਕੀਤੀ ਹੁੰਦੀ ਹੈ, ਨਾ ਉਹਨੇ ਕਦੇ ਸਕੂਲ ਚ ਪੜ੍ਹਾਇਆ ਹੁੰਦਾ ਪ੍ਰਾਇਮਰੀ ਸਕੂਲ ਚ, ਨਾ ਕਦੇ ਉਹਨੇ ਹਾਈ ਸਕੂਲ ਚ ਪੜ੍ਹਾਇਆ, ਨਾ ਕਿਤੇ ਸੀਨੀਅਰ ਸੈਕੰਡਰੀ ਸਕੂਲ ਚ ਪੜ੍ਹਾਇਆ। ਅਸੀਂ ਕੰਪਲਸਰੀ ਕਰਤਾ ਵੀ ਕਾਲਜ ਦਾ ਪ੍ਰੋਫੈਸਰ ਜਿਹੜਾ ਹੈਗਾ, ਘੱਟੋ ਘੱਟ ਪ੍ਰਿੰਸੀਪਲ ਜਿਹੜਾ ਹੈਗਾ ਉਹਦਾ ਮਤਲਬ ਚੇਅਰਮੈਨ ਲੱਗੂਗਾ। ਜਿਸ ਬੰਦੇ ਨੇ ਕਦੇ ਪ੍ਰਾਇਮਰੀ ਸਕੂਲ ਨੂੰ ਪੜ੍ਹਾਇਆ ਹੀ ਨਹੀਂ, ਜਿਸ ਬੱਚੇ ਨੇ ਬੀਐਡ ਨਹੀਂ ਕੀਤੀ, ਜਿਸਨੇ ਐਮਐਡ ਨਹੀਂ ਕੀਤੀ, ਜਿਹਨੇ ਟੀਚਰ ਟ੍ਰੇਨਿੰਗ, ਉਹਨੂੰ ਪਤਾ ਹੀ ਨਹੀਂਗਾ, ਉਹਨੇ ਟ੍ਰੇਨਿੰਗ ਹੀ ਨਹੀਂ ਕੋਈ ਲਈ, ਉਸ ਨੂੰ ਅਸੀਂ ਉਹਦਾ ਚੇਅਰਮੈਨ ਲਾਉਂਦੇ ਆ। ਗਾਂ ਉਹ ਆਪਦੇ ਜਿਹੜੇ ਮੈਂਬਰਸ ਲਾਉਂਦਾ ਉਹ ਵੀ ਕਾਲਜਾਂ ਦੇ ਪ੍ਰੋਫੈਸਰ ਜਿਹੜੇ ਹੈਗੇ ਆ ਉਹਨਾਂ ਨੂੰ ਲਾ ਲੈਂਦਾ, ਜਾਂ ਜਿਹੜੇ ਲਿਹਾਜ਼ ਵਾਲੇ ਹੈਗੇ ਆ ਉਹਨਾਂ ਨੂੰ ਲਾ ਲੈਂਦਾ ਹੈਗਾ। ਸਾਡੀ ਐਜੂਕੇਸ਼ਨ, ਜਿਹੜੇ ਲੋਕ ਸਾਰੀ ਉਮਰ 30-40 ਸਾਲ ਐਜੂਕੇਸ਼ਨ ਨੂੰ ਲਾ ਦਿੰਦੇ ਆ, ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਉਸ ਸਿਸਟਮ ਦੇ ਵਿੱਚ ਇਨਵੋਲਵ ਨਹੀਂ ਕੀਤਾ ਜਾ ਰਿਹਾ। ਇੱਕ ਬਿਊਰੋਕਰੈਟਸ ਆਪਦੀ ਮਰਜ਼ੀ ਨਾਲ ਜੋ ਮਰਜ਼ੀ ਫੈਸਲੇ ਲੈ ਲੈਂਦਾ ਕਿ ਐਜੂਕੇਸ਼ਨ ਐ ਹੋਣੀ ਚਾਹੀਦੀ ਹੈ, ਉਹਦੇ ਕੋਲ ਕੋਈ ਹਾਲਾਤ ਬੜੇ ਹੋਏ ਨੇ ਕਿ ਅਫਸਰ ਦੀ ਜਿਹੜੀ ਤਮੰਨਾ ਹੈ ਉਹ ਸਾਡੇ ਸਿਲੇਬਸ ਦਾ ਪਾਰਟ ਬਣੀ ਹੋਈ ਹੈ। ਬਿਲਕੁਲ ਉਹ ਪੁੱਛਦੇ ਹੀ ਨਹੀਂ ਕਦੇ ਕਿਸੇ ਨੂੰ। ਉਹ ਕੋਈ ਉਹਨਾਂ ਕੋਲ 10 ਮੈਂਬਰੀ ਕਮੇਟੀ, ਕੋਈ 11 ਮੈਂਬਰੀ ਕਮੇਟੀ। ਮੈਂ ਤਾਂ ਸਮਝਦਾ ਕਿ ਸਰਕਾਰ ਨੂੰ ਚਾਹੀਦਾ ਕਿ ਐਜੂਕੇਸ਼ਨ ਦੇ ਡਿਸੀਜਨ ਜਿਹੜੇ ਹੈਗੇ ਆ ਉਹ ਮੰਤਰੀ ਨੂੰ, ਈਵਨ ਕਿ ਬਦਲੀਆਂ ਦੇ ਅਸੀਂ ਗੱਲ ਕਰਦੇ ਹਾਂ,
ACRs ਦੀ ਗੱਲ ਕਰਦੇ ਆ, ਕਿਸੇ ਚੀਜ਼ ਦੀ ਵੀ ਅਸੀਂ ਗੱਲ ਕਰਦੇ ਆ, ਉਹ ਸਾਡੇ 10-11 ਮੈਂਬਰ ਜਿਹੜੇ ਐਜੂਕੇਸ਼ਨਿਸਟ ਲੋਕ ਹੈ, ਉਹ ਐਜੂਕੇਸ਼ਨਿਸਟ ਲੋਕਾਂ ਦੀ ਮੀਟਿੰਗ ਹੋਵੇ ਮਹੀਨੇ 2 ਮਹੀਨੇ ਬਾਅਦ, ਉਹ ਡਿਸੀਜਨ ਲੈਣ ਕਿ ਅੱਜ ਅਸੀਂ ਸਕੂਲ ਦੇ ਵਿੱਚ ਕੀ ਅਸੀਂ ਲਾਗੂ ਕਰਨਾ ਚਾਹੁੰਦੇ ਹਾਂ, ਕਿਵੇਂ ਅਸੀਂ ਉਹਨੂੰ ਲਾਗੂ ਕਰਨਾ ਚਾਹੁੰਦੇ ਹਾਂ। ਫਿਰ ਉਹ ਜਿਹੜਾ ਹੈਗਾ ਗਾਹ ਸਿਸਟਮ ਚੱਲਦਾ ਹੈ। ਜੇ ਹੁਣ ਕਿਤਾਬਾਂ ਲਿਖਣੀਆਂ, ਕਿਤਾਬਾਂ ਆ ਗਈਆਂ, ਮੈਂ 1986 ਦੀ ਪਾਲਿਸੀ ਇਨਵੋਲਵ ਰਿਹਾ, ਮੈਂ 87 ਦੇ ਵਿੱਚ ਮੈਂ ਡਾਈਟ ਦੇ ਵਿੱਚ ਆ ਗਿਆ ਸੀ। ਮੈਂ 30-31 ਸਾਲ ਇੱਕ ਟੀਚਰ ਟ੍ਰੇਨਿੰਗ ਦੇ ਵਿੱਚ ਲਾਏ ਹੈ। ਉਹਦੇ ਵਿੱਚ ਮੈਂ 1986 ਦੀ ਪਾਲਿਸੀ ਮੇਰੇ ਹੱਥਾਂ ਚੋਂ ਲੰਘੀ ਹੈ। 1992 ਦੇ ਵਿੱਚ ਪ੍ਰੋਫੈਸਰ ਯਸ਼ਪਾਲ ਕਮੇਟੀ ਇਹਦੇ ਵਿੱਚ ਮੈਂ ਕੰਮ ਕੀਤਾ ਹੈ। ਉਸ ਤੋਂ ਬਾਅਦ ਅਸੀਂ 5-5 10-10 ਸਾਲ ਬਾਅਦ ਜਿਹੜਾ ਰਿਵਿਊ ਕਰਦੇ ਸੀਗੇ, 2001 ਦੇ ਵਿੱਚ ਕੀਤਾ, 2010 ਦੇ ਵਿੱਚ ਕੀਤਾ। ਪਿੱਛੇ ਜੇ ਮੈਨੂੰ ਗਵਰਨਮੈਂਟ ਨੇ ਭੇਜਿਆ ਸੀ, ਦਿੱਲੀ ਭੇਜਿਆ ਸੀ ਵੀ ਤੁਸੀਂ ਉੱਥੇ ਦੇ ਸਿਸਟਮਾਂ ਨੂੰ ਵੇਖ ਕੇ ਆਓ। ਪਰ ਉਹਨਾਂ ਗੱਲਾਂ ਦਾ ਫਾਇਦਾ ਕੀ, ਜਦੋਂ ਉਸ ਸਿਸਟਮ ਦੇ ਵਿੱਚ ਸਾਨੂੰ ਇਨਵੋਲਵ ਵੀ ਨਹੀਂ ਕੀਤਾ ਜਾਂਦਾ, ਸਾਨੂੰ ਕੀ ਟੀਚਰਸ ਨੂੰ ਵੀ ਇਨਵੋਲਵ ਨਹੀਂ ਕੀਤਾ ਜਾਂਦਾ। ਹਰ ਉਸ ਕਮੇਟੀ ਦੇ ਵਿੱਚ 2 ਜਾਂ 3 ਪ੍ਰਾਇਮਰੀ ਟੀਚਰ ਚਾਹੀਦੇ ਆ, 2 ਜਾਂ 3 ਜਿਹੜੇ ਹੈਗੇ ਆ ਮਿਡਲ ਸਕੂਲ ਦੇ ਟੀਚਰ ਚਾਹੀਦੇ ਆ, 2-3 ਹਾਈ ਸਕੂਲ ਦੇ ਚਾਹੀਦੇ, 2-3 ਸੀਨੀਅਰ ਸੈਕੰਡਰੀ ਸਕੂਲ ਦੇ, ਕਿਉਂਕਿ ਹਰ ਇੱਕ ਲੈਵਲ ਦਾ ਐਕਸਪੀਰੀਅੰਸ ਸਾਡੇ ਕੋਲ ਉੱਥੇ ਹਾਜ਼ਰ ਹੋਵੇ। ਵਿੱਚ ਕੁਝ ਐਜੂਕੇਸ਼ਨਿਸਟ ਟੀਚਰ ਟ੍ਰੇਨਿੰਗ ਇੰਸਟੀਟਿਊਸ਼ਨ ਦੇ ਬੰਦੇ ਉਹਨਾਂ ਦੇ ਵਿੱਚ ਚਾਹੀਦੇ ਆ, ਤਾਂ ਕਿ ਅਸੀਂ ਆਪਦੀ ਐਜੂਕੇਸ਼ਨ ਨੂੰ ਪ੍ਰੋਪਰ ਡਾਇਰੈਕਸ਼ਨ ਦੇ ਸਕੀਏ। ਜੇਕਰ ਅਸੀਂ ਉਹਨੂੰ ਜਿਹੜਾ ਹੈਗਾ ਨਹੀਂ ਚੱਲਾਂਗੇ ਉਹਦੇ ਮੁਤਾਬਕ, ਤਾਂ ਜੋ ਸਿਸਟਮ ਸਾਡਾ ਅੱਜ ਐਜੂਕੇਸ਼ਨ ਦਾ ਹੋ ਹੀ ਜਾਂਦਾ ਹੈ, ਉਸੇ ਤਰੀਕੇ ਨਾਲ ਜਿਹੜਾ ਹੈਗਾ ਸਿਸਟਮ ਚੱਲੀ ਜਾਣਾ, ਤੇ ਅਸੀਂ ਕੋਈ ਵੀ ਜਿਹੜੀ ਹੈਗੀ ਹੈ ਸਿਸਟਮ ਦੇ ਵਿੱਚ ਕਦੇ ਵੀ ਜਿਹੜਾ ਹੈਗਾ ਨਹੀਂ ਚੱਲ ਸਕਦੇ। ਤਾਂ ਸਾਨੂੰ ਜਿਹੜਾ ਹੈਗਾ, ਮੰਨ ਲਓ ਇਵੈਲੂਏਸ਼ਨ ਸਿਸਟਮ ਹੈ, ਕੋਈ ਚੀਜ਼ ਵੀ ਹੈ, ਅਸੀਂ ਪੜ੍ਹੋ ਪੰਜਾਬ ਦੀ ਗੱਲ ਕਰਦੇ ਆ ਜਾਂ ਦੂਜੇ ਕਰਦੇ ਆ, ਅਚਾਨਕ ਕੁਝ ਲੋਕ ਆਉਂਦੇ ਆ ਤੇ ਉਹ ਲੋਕ ਆ ਕੇ ਜਿਹੜਾ ਹੈਗਾ ਉਸ ਸਿਸਟਮ ਦੇ ਵਿੱਚ ਆਪਦੀ ਮਰਜ਼ੀ ਮੁਤਾਬਕ ਕਹਿ ਦਿੰਦੇ ਤੁਸੀਂ ਆਹ ਪੜ੍ਹੋ, ਤੁਸੀਂ ਆਹ ਪੜ੍ਹੋ। ਪਰ ਉਹ ਸਿਸਟਮ ਦੇ ਵਿੱਚ ਕੋਈ ਵੀ ਗੱਲ ਜਿਹੜੀ ਹੈਗੀ ਆ ਉਹ ਪ੍ਰੋਪਰ ਨਹੀਂ ਹੁੰਦੀ, ਕਿਉਂਕਿ 1 ਜਾਂ 2 ਬੰਦੇ ਡਿਸੀਜਨ ਲੈਂਦੇ ਆ ਉਸ ਗੱਲ ਦੇ ਵਿੱਚ, ਬਾਕੀ ਲੋਕਾਂ ਨੂੰ ਉਸ ਗੱਲ ਦੇ ਵਿੱਚ ਇਨਵੋਲਵ ਨਹੀਂ ਕੀਤਾ ਜਾਂਦਾ ਗਾ। ਇਸ ਕਰਕੇ ਇਹ ਸਾਡੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਇਵੈਲੂਏਸ਼ਨ ਦੇ ਵਿੱਚ ਜੇ ਮੋਟੇ ਰੂਪ 'ਚ ਇਹ ਗੱਲ ਕਹਿ ਲਈਏ ਕਿ ਪੂਰੇ ਸਾਲ ਦੇ ਵਿੱਚ ਬੱਚੇ ਨੂੰ ਇਵੈਲੂਏਟ ਕਰਨ ਦੀ ਬਜਾਏ ਕੁਝ ਮਿੰਟਾਂ ਦੇ ਵਿੱਚ ਇੱਕ ਪੇਪਰ ਤੋਂ ਇਵੈਲੂਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਹਾਲਾਤ ਬਣੇ ਹੋਏ। ਹਾਂ, ਇਹਦਾ ਕਾਰਨ ਹੀ ਇਹ ਹੈ ਨਾ ਜੀ, ਸਾਡੀ ਜਿਹੜੀ ਤਾਂ ਕੀਤੀ ਜਾ ਰਹੀ ਹੈ ਇਹ ਇਵੈਲੂਏਸ਼ਨ, ਕਿ ਸਾਡੇ ਸਿਸਟਮ ਦੇ ਵਿੱਚ ਅਸੀਂ ਪਹਿਲਾਂ ਤੋਂ ਇੱਕੋ ਹੀ ਗੱਲ ਅਸੀਂ ਉਹਦੇ 'ਚ ਸ਼ਾਮਲ ਕਰ ਲਈ ਕਿ ਅਸੀਂ ਬੱਚੇ ਨੂੰ ਰੱਟਾ ਲਵਾਉਣਾ ਹੈ, ਬੱਚੇ ਨੂੰ ਰੱਟਾ ਲਾਉਣਾ ਹੈ। ਹੁਣ ਜਦੋਂ ਬੱਚੇ ਨੇ ਰੱਟਾ ਲਾਉਣਾ ਹੈ ਤਾਂ ਬੱਚੇ ਨੂੰ ਉਹ ਜੋ ਕੁਝ ਉਹਨੇ ਯਾਦ ਕੀਤਾ, ਅਸੀਂ ਇਵੈਲੂਏਸ਼ਨ ਵੇਲੇ ਇਹ ਵੇਖਣਾ ਵੀ ਇਹਨੇ ਯਾਦ ਕੀਤਾ ਸਾਰਾ ਜੋ ਕੁਝ ਉਹਨੇ ਯਾਦ ਕੀਤਾ ਨਕਲ ਕਰਕੇ ਕਰੇ। ਜੇ ਸੰਖੇਪ ਸ਼ਬਦਾਂ 'ਚ ਅਸੀਂ ਇਹ ਗੱਲ ਕਹਿ ਲਈਏ ਕਿ ਬੱਚੇ ਦੀ ਬੁੱਧੀ ਦਾ ਇਵੈਲੂਏਟ ਨਹੀਂ ਕੀਤਾ ਜਾਂਦਾ, ਬੁੱਧੀ ਨੂੰ ਇਵੈਲੂਏਟ ਨਹੀਂ ਕੀਤਾ ਜਾਂਦਾ, ਬੱਚੇ ਦੇ ਰੱਟੇ ਨੂੰ ਇਵੈਲੂਏਟ ਕੀਤਾ ਜਾਂਦਾ। ਬਿਲਕੁਲ ਬਿਲਕੁਲ। ਹੁਣ ਤੁਸੀਂ ਵੇਖੋ, ਸਾਡੇ ਪੜ੍ਹੇ ਲਿਖੇ ਲੋਕਾਂ ਨੂੰ ਥਰਮਾਮੀਟਰ ਵੇਖਣਾ ਆਉਂਦਾ ਹੈ, ਬੈਰੋਮੀਟਰ ਵੇਖਣਾ ਆਉਂਦਾ ਹੈ, ਲੈਕਟੋਮੀਟਰ ਵੇਖਣਾ ਆਉਂਦਾ ਹੈ। ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦੱਸਦਾ ਕਿ ਸਾਡੀ ਐਜੂਕੇਸ਼ਨ ਕਿੰਨੀ ਕੋਹਾਂ ਦੂਰ ਹੈ। ਇਹਦੀ ਐਗਜ਼ਾਮਪਲ ਮੈਂ ਦੱਸਦਾ, ਜਦੋਂ ਸਾਨੂੰ ਟੀਚਰ ਟ੍ਰੇਨਿੰਗ ਦੇ ਵਿੱਚ ਇੱਥੇ ਮੈਂ ਟੀਚਿੰਗ ਆਫ ਮੈਥਮੈਟਿਕਸ ਦੀ ਬੁੱਕ ਲਿਖੀ ਵੀ ਸੀ, ਤਾਂ ਮੈਨੂੰ SCRT ਵੱਲੋਂ ਆਇਆ ਕਿ ਤੁਸੀਂ ਕਿਤਾਬ ਦੇ ਵਿੱਚ ਨਾ ਸਿਲੇਬਸ ਦੇ ਵਿੱਚ ਜੇ ਕੋਈ ਚੇਂਜਿਸ ਕਰਨੀਆਂ ਚਾਹੁੰਦੇ ਆ ਤਾਂ ਉਹਦੇ ਬਾਰੇ ਆਪਦਾ ਚੇਂਜਿਸ ਕਰਕੇ ਸਾਨੂੰ ਭੇਜ ਦਿਓ। ਤਾਂ ਮੈਂ ਉਹਦੇ 'ਚ ਕੀ ਕੀਤਾ, ਮੈਂ ਉਹਦੇ 'ਚ ਜਿਹੜਾ ਹੈਗਾ ਕਿਹਾ ਵੀ ਮਨੁੱਖ ਦੀ ਸਭ ਤੋਂ ਬੇਸਿਕ ਲੋੜ ਹੁੰਦੀ ਹੈ ਘਰ, ਤਾਂ ਮੈਂ ਉਹਦੇ ਵਿੱਚ ਜਿਹੜਾ ਹੈਗਾ ਫੁੱਟ, ਗਜ਼, ਮੁਰੱਬੇ, ਕਨਾਲਾਂ, ਕਿੱਲੇ ਮੈਂ ਸਿਲੇਬਸ ਦੇ ਵਿੱਚ ਪਾਤਾ। ਜਿੱਥੇ ਮੇਜਰਮੈਂਟ ਆਉਂਦੀ ਹੈ ਨਾ ਉੱਥੇ ਮੈਂ ਜਿਹੜੇ ਗਜ਼, ਮਰਲੇ, ਕਨਾਲਾਂ, ਕਿੱਲੇ ਮੈਂ ਸਿਲੇਬਸ ਦੇ ਵਿੱਚ ਪਾਤਾ। ਜਦੋਂ ਮੈਂ ਸਿਲੇਬਸ ਦੇ ਵਿੱਚ ਪਾਤਾ ਵੀ ਜਿਹੜੇ ਹੈਗੇ 3x3 ਦਾ ਜਿਹੜਾ 3 ਫੁੱਟ ਬਾਈ 3 ਫੁੱਟ ਦਾ ਜਿਹੜਾ ਹੈਗਾ ਇੱਕ ਗਜ਼ ਹੁੰਦਾ ਹੈ, ਠੀਕ ਹੈ ਨਾ, 500 ਗਜ਼ ਦੀ ਇੱਕ ਕਨਾਲ ਹੁੰਦੀ ਆ, ਪੁਰਾਣੀ 605 ਗਜ਼ ਦੀ ਇੱਕ ਕਨਾਲ ਹੁੰਦੀ ਆ, ਉਹਦੇ ਚ 20 ਮਰਲੇ ਹੁੰਦੇ ਆ, 4840 ਜਿਹੜਾ ਕਿੱਲੇ ਦੇ ਵਿੱਚ ਫੁੱਟ ਹੁੰਦੇ ਆ। ਜਦੋਂ ਮੈਂ ਐ ਕਰਕੇ ਪਾਇਆ ਤਾਂ ਮੈਨੂੰ ਬਹੁਤ ਸਾਰੀਆਂ ਥਾਵਾਂ ਤੋਂ ਆਬਜੈਕਸ਼ਨ ਆਏ ਕਿ ਤੁਸੀਂ ਇਹ ਕੀ ਪਾਦਾ ਸਿਲੇਬਸ ਦੇ ਵਿੱਚ। ਮੈਂ ਕਿਹਾ ਕਿਉਂ, ਵੀ ਜਦੋਂ ਸਭ ਤੋਂ ਮਨੁੱਖ ਦੀ ਬੇਸਿਕ ਨੀਡ ਹੈ, ਅਸੀਂ ਜਦੋਂ ਬਾਹਰ ਜਾਂਦੇ ਆ ਤਾਂ ਅਗਲਾ ਪਹਿਲਾਂ ਪੁੱਛਦਾ ਵੀ ਤੁਸੀਂ 100 ਗਜ਼ ਥਾਂ ਲੈਣੀ ਹੈ, 200 ਗਜ਼ ਥਾਂ ਲੈਣੀ ਹੈ, 150 ਗਜ਼ ਥਾਂ ਲੈਣੀ ਹੈ, ਕਿੰਨੇ ਮਰਲੇ ਲੈਣੇ ਆ, ਕਿੰਨੇ ਕਨਾਲਾਂ ਲੈਣੀਆਂ, ਕਿੱਲੇ। ਜਦੋਂ ਹੁਣ ਹੈ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਇਸ ਗੱਲ ਦਾ ਪਤਾ, ਕਿਉਂਕਿ ਸਾਡੀ ਐਜੂਕੇਸ਼ਨ ਦੇ ਵਿੱਚ ਜੋ ਅਸੀਂ ਪੜ੍ਹਾਉਣੇ ਆ, ਅਸੀਂ ਪੜ੍ਹਾਉਣੇ ਆ ਮੀਟਰ, ਸੈਂਟੀਮੀਟਰ, ਇੰਚ, ਜੋ ਅਸੀਂ ਪੜ੍ਹਾਉਣੇ ਆ ਹੈਕਟਾਮੀਟਰ, ਡੈਕਾਮੀਟਰ,
ਉਹ ਤਾਂ ਸਾਡੇ ਲਾਈਫ ਦੇ ਵਿੱਚ ਕੰਮ ਨਹੀਂ ਆ ਰਹੇ, ਤੇ ਜੋ ਕੰਮ ਆ ਰਿਹਾ ਉਹ ਅਸੀਂ ਪੜ੍ਹਾ ਨਹੀਂ ਰਹੇ। ਠੀਕ ਹੈ ਨਾ। ਇਸ ਕਰਕੇ ਸਾਡੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਅਸੀਂ ਜਿਹੜਾ ਹੈਗਾ ਐਜੂਕੇਸ਼ਨ ਨੂੰ ਲਿੰਕ ਨਹੀਂ ਕਰ ਪਾ ਰਹੇ ਉਹਦੇ ਨਾਲ, ਕਿਉਂਕਿ ਲਿੰਕ ਕਰਨਗੇ ਸਿੱਖਿਆ ਸ਼ਾਸਤਰੀ, ਉਹ ਸਿੱਖਿਆ ਸ਼ਾਸਤਰੀ ਇਹ ਗੱਲ ਕਹਿੰਦੇ ਆ ਵੀ ਕੋਈ ਵੀ ਗੱਲ ਜਿਹਦਾ ਤੁਹਾਨੂੰ ਪਤਾ ਨਹੀਂ ਕਿ ਇਹਦਾ ਏਮ ਕੀ ਹੈ, ਤੁਸੀਂ ਬੱਚੇ ਨੂੰ ਨਾ ਪੜ੍ਹਾਓ। ਹੁਣ ਮੈਨੂੰ ਨਹੀਂ ਅੱਜ ਤੱਕ ਸਮਝ ਲੱਗ ਸਕੀ ਕਿ ਬਾਬਰ ਹਿੰਦੁਸਤਾਨ ਦੇ ਵਿੱਚ ਆਇਆ, ਠੀਕ ਹੈ ਨਾ, ਬੱਚੇ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਮੁਗਲ ਬਾਦਸ਼ਾਹ ਜਿਹੜਾ ਹੈਗਾ ਬਾਬਰ ਕਦੋਂ ਹਿੰਦੁਸਤਾਨ ਦੇ ਵਿੱਚ ਆਇਆ, ਉਸ ਤੋਂ ਬਾਅਦ ਕੌਣ ਰਿਹਾ, ਹਮਾਯੂ ਰਿਹਾ, ਠੀਕ ਹੈ ਨਾ, ਅਕਬਰ, ਸ਼ੇਰਸ਼ਾਹ ਸੂਰੀ, ਸਾਰੇ ਅਸੀਂ ਜਾਣਕਾਰੀ ਹੋਣੀ ਚਾਹੀਦੀ ਹੈ। ਪਰ ਇਹ ਕੀ ਗੱਲ ਹੋਈ ਵੀ ਅਸੀਂ ਇੰਨੀ ਵਿਸਤਾਰ ਦੇ ਵਿੱਚ ਜਾਣਦੇ ਆ ਕਿ ਜਮਨਾ ਦੇ ਵਿੱਚ ਕਿੰਨੇ, ਉਹਦੇ ਕੋਲ ਕਿੰਨੇ ਹਾਥੀ ਸੀ, ਕਿੰਨੇ ਤੋਪਾਂ ਸੀਗੀਆਂ, ਕਿੰਨੇ ਪੈਦਲ ਸਵਾਰ ਸੀ, ਕਿੰਨੇ ਮਰ ਗਏ, ਕਿੰਨੇ ਬਚ ਗਏ, ਕਿੰਨੀਆਂ ਤੋਪਾਂ ਸੀਗੀਆਂ, ਕਿੰਨੇ ਉਹਦੇ ਚ ਡਿੱਗ ਪਏ। ਅਸੀਂ ਆਈ ਜੋ ਪੜਾਉਣ ਲੱਗਦੇ ਆ, ਅਸੀਂ ਜੇ ਫੋਰਨ ਕੰਟਰੀ ਬਾਰੇ ਜ਼ਰੂਰ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਪਰ ਇਹ ਕੀ ਗੱਲ ਹੋਈ, ਅਮਰੀਕਾ ਦੇ ਵਿੱਚ ਜਿਹੜੀ ਕਣਕ ਹੈ ਉਹਦੇ ਵਾਸਤੇ ਕਿੰਨੇ ਟੈਂਪਰੇਚਰ ਦੀ ਲੋੜ ਹੈ, ਉੱਥੇ ਕਿਹੜੀ ਕਿਹੜੀ ਫਸਲ ਹੋ ਸਕਦੀ ਹੈ, ਉਹਦੇ ਵਾਸਤੇ ਕਿਹੋ ਜਿਹੀ ਮਿੱਟੀ ਦੀ ਲੋੜ ਹੈ। ਅਸੀਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਬੱਚੇ ਦੀ એનર્ਜੀ ਵੇਸਟ ਕਰਾਉਨੇ ਆ। ਤੁਸੀਂ 10ਵੀਂ ਦੇ ਬੱਚੇ ਨੂੰ ਇਹ ਪੁੱਛ ਕੇ ਵੇਖੋ ਕਿ ਇਹ ਦੱਸ ਦੇ ਵੀ ਫਰੀਦਕੋਟ ਜ਼ਿਲ੍ਹੇ ਦੇ ਨਾਲ ਕਿੰਨੇ ਜ਼ਿਲ੍ਹਿਆਂ ਦੀਆਂ ਹੱਦਾਂ ਲੱਗਦੀਆਂ, ਜਾਂ ਬਠਿੰਡੇ ਜ਼ਿਲ੍ਹੇ ਦੇ ਨਾਲ ਕਿੰਨੇ ਜ਼ਿਲ੍ਹਿਆਂ ਦੀਆਂ ਹੱਦਾਂ ਲੱਗਦੀਆਂ। ਤੁਹਾਨੂੰ 8ਵੀਂ 10ਵੀਂ ਦਾ ਬੱਚਾ ਆਪਦੇ ਸੂਬੇ ਬਾਰੇ, ਆਪਦੇ ਸਟੇਟ ਬਾਰੇ ਤੁਹਾਨੂੰ ਨਹੀਂ ਦੱਸ ਸਕੂਗਾ। ਜੇ ਅਸੀਂ ਆਪਦੇ ਪਲੱਸ 2 ਦੇ ਬੱਚੇ ਨੂੰ ਇਹ ਕਹੀਏ ਨਾ ਵੀ ਦਿੱਲੀ ਦੇ ਨਾਲ ਕਿਹੜੀਆਂ ਕਿਹੜੀਆਂ ਸਟੇਟਸ ਦੀਆਂ ਹੱਦਾਂ ਲੱਗਦੀਆਂ, ਤੇ ਤੁਹਾਨੂੰ ਉਹ ਬੱਚਾ ਨਹੀਂ ਦੱਸ ਸਕੂਗਾ, ਕਿਉਂਕਿ ਅਸੀਂ ਨਾ ਤਾਂ ਕਦੇ ਮੈਪ ਜਿਹੜਾ ਹੈਗਾ ਨੈਸ਼ਨਲ ਲੈਵਲ ਦਾ ਅਸੀਂ ਉਹਨਾਂ ਬੱਚਿਆਂ ਨੂੰ ਕਦੇ ਪੜ੍ਹਾਉਣ ਸਮੇਂ ਦਿਖਾਇਆ, ਨਾ ਅਸੀਂ ਜਿਹੜਾ ਹੈਗਾ ਇੰਟਰਨੈਸ਼ਨਲ ਮੈਪ ਵਿਖਾਇਆ, ਨਾ ਅਸੀਂ ਆਪਦੇ ਜ਼ਿਲ੍ਹੇ ਦਾ ਮੈਪ ਵਿਖਾਇਆ, ਨਾ ਅਸੀਂ ਸੂਬੇ ਦਾ ਮੈਪ ਵਿਖਾਇਆ। ਬੱਚੇ ਨੂੰ ਇਹਨਾਂ ਗੱਲਾਂ ਬਾਰੇ ਜਦੋਂ ਆਪਦੇ ਸੂਬੇ ਬਾਰੇ ਜਾਣਕਾਰੀ ਹੈ ਨਹੀਂ, ਤੇ ਅਸੀਂ ਉਹਨੂੰ ਹਿੰਦੁਸਤਾਨ ਬਾਰੇ ਪੜ੍ਹਾਉਣ ਲੱਗ ਜਾਂਦੇ ਆ, ਅਸੀਂ ਉਹਨੂੰ ਦੁਨੀਆ ਬਾਰੇ ਪੜ੍ਹਾਉਣ ਲੱਗ ਜਾਂਦੇ ਆ। ਤਾਂ ਇਹਨਾਂ ਗੱਲਾਂ ਵੱਲ ਵੀ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਕਿਉਂ ਬੱਚੇ ਦੀ એનર્ਜੀ ਵੇਸਟ ਕਰਾਉਂਦੇ ਆ। ਸਾਨੂੰ ਉਨੀ ਕੁ એનર્ਜੀ ਬੱਚੇ ਦੀ ਲਵਾਈਏ ਜਿਹਦੇ ਨਾਲ ਕੋਈ ਅਸੀਂ ਵਾਕਿਆ ਹੀ ਉਹਦੇ ਚ ਕੋਈ ਆਊਟਪੁੱਟ ਜਿਹੜੀ ਹੈਗੀ ਆ ਪ੍ਰੋਪਰ ਕੱਢ ਸਕੀ। ਜੀ ਤੁਹਾਡੇ ਜੋ ਕੋਈ ਸਵਾਲ ਹੈਗੇ ਆ ਤਾਂ ਉਹਦੇ ਬਾਰੇ ਚ ਆਪਾਂ ਡਿਸਕਸ। ਹਾਂਜੀ